किसान जो संघर्ष के दौरान जिंदगी लेखे ला गए सी ਜਾਂ ਉਹਨਾਂ ਦੀ ਮਦਦ ਦੇ ਵਾਸਤੇ ਜਿਹੜੇ ਵੀਰ ਉੱਥੇ ਪਹੁੰਚੇ ਹੋਏ ਸਨ, ਉਹਨਾਂ ਦੇ ਵਿੱਚੋਂ ਕੁਝ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਅੱਜ ਸੇਵਾ ਭੇਟ ਕਰਨ ਦੇ ਵਾਸਤੇ ਇੰਗਲੈਂਡ ਤੋਂ ਸਿੰਘ ਸਭਾ ਬਾਰਕਿੰਗ ਦੇ ਫੁੱਟਬਾਲ ਕਲੱਬ ਦੀ ਟੀਮ ਇੱਥੇ ਆਈ ਹੋਈ ਹੈ। ਸੋ ਅੱਜ ਦਾ ਇਹ ਸਾਰਾ ਹਾਲ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ। ਸ਼ਾਇਦ ਤੁਹਾਨੂੰ ਯਾਦ ਹੋਏਗਾ, ਇਹ ਭਿੰਡਰ ਕਲਾਂ ਦੇ ਵਿੱਚ ਮੱਖਣ ਖਾਂ ਉਹਨਾਂ ਦਾ ਘਰ ਹੈ ਇੱਧਰ, ਤੇ ਇਹ ਵੀ ਪਰਿਵਾਰ ਕਾਫੀ ਜ਼ਿਆਦਾ ਲੋੜਵੰਦ, ਬੱਚੇ ਅਜੇ ਛੋਟੇ ਸੀ, ਇੱਕ ਹੀ ਬੇਟਾ ਥੋੜਾ ਵੱਡਾ, ਬਾਕੀ ਦੋ ਛੋਟੇ। ਤੇ ਇਸ ਵਕਤ ਇਹਨਾਂ ਦੇ ਪਰਿਵਾਰ ਦੇ ਵਿੱਚ ਅਸੀਂ ਪਹੁੰਚੇ ਹੋਏ ਆ। ਸੋ ਇੱਥੋਂ ਦੇ ਨਗਰ ਦੇ ਪਤਵੰਤੇ ਤੇ ਨਾਲ ਸਿੰਘ ਸਭਾ ਬਾਰਕਿੰਗ ਫੁੱਟਬਾਲ ਕਲੱਬ ਦੇ ਸਾਰੇ ਵੀਰ, ਢਿੱਲੋਂ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਆਏ ਹੋਏ ਨੇ ਇੱਧਰ। ਸੋ ਅਸੀਂ ਥੋੜੀ ਜਿਹੀ ਗੱਲਬਾਤ ਪਹਿਲਾਂ ਢਿੱਲੋਂ ਸਾਹਿਬ ਜੀ ਨਾਲ ਕਰਦੇ ਹਾਂ। ਕਿਵੇਂ ਢਿੱਲੋਂ ਸਾਹਿਬ, ਇਹ ਜਿਹੜਾ ਅੱਜ ਦੀ ਸੇਵਾ ਦਾ ਜਿਹੜਾ ਪ੍ਰੋਗਰਾਮ ਬਣਿਆ, ਇਹਦੇ ਬਾਰੇ ਥੋੜੀ ਜਾਣਕਾਰੀ ਸਾਡੇ ਨਾਲ ਸਾਂਝੀ। ਹਾਂਜੀ, ਦੇਖੋ ਜੀ, ਅਸੀਂ ਆਪਣੇ ਉੱਧਰ ਫੁੱਟਬਾਲ ਕਲੱਬ ਤਾਂ ਬਹੁਤ ਚਿਰਾਂ ਦਾ ਚੱਲਦਾ ਆ, ਕਰੀਬ 1965 ਦੇ ਲਾਗੇ ਉਸ ਟਾਈਮ ਤੋਂ ਚੱਲਦਾ ਹੈ। ਤੇ ਆਪਣੇ ਗੁਰਦੁਆਰੇ ਵਾਸਤੇ ਟੀਮ ਖੇਡਦੀ ਆ। ਤੇ ਇਸ ਵੇਲੇ ਵੀ ਆਪਣੇ ਪਿਛਲੇ ਹਫਤੇ ਦੀ ਗੱਲ ਆ, ਆਪਣੀ ਜਿਹੜੀ ਟੀਮ ਆ ਉਹ ਲੀਗ ਦੇ ਵਿੱਚ ਚੈਂਪੀਅਨਸ, ਉਹਨਾਂ ਨੂੰ ਕੱਪ ਮਿਲ ਗਿਆ। ਤੇ ਹੁਣ ਉਹਨਾਂ ਨੇ, ਅਸੀਂ ਸਾਰਿਆਂ ਨੇ ਉਪਰਾਲਾ ਕੀਤਾ ਸੀਗਾ, ਜਿਹੜੇ ਵੈਟਰਨਸ ਹੈਗੇ ਆ, ਅਸੀਂ ਸਾਡੇ ਸਿਆਣੇ ਜਿਹੜੇ ਹੈਗੇ ਆ, ਵੀ ਆਪਾਂ ਕੁਛ ਨਾ ਕੁਛ ਮੋਰਚੇ ਵਾਸਤੇ ਕਰੀਏ। ਉਸ ਵੇਲੇ ਸੇਵਾ ਭੇਜਦੇ ਸੀਗੇ ਤੇ ਡਾਇਰੈਕਟਲੀ ਅਸੀਂ ਸੇਵਾ ਉੱਥੇ ਭੇਜਦੇ ਰਹੇ ਹਾਂ। ਫਿਰ ਬਾਅਦ ਦੇ ਵਿੱਚ ਇਹਨਾਂ ਨੇ, ਗੌਰਮੈਂਟ ਨੇ ਜਦੋਂ ਪਾਬੰਦੀ ਲਾਤੀ, ਜੇ ਬੰਦਿਆਂ ਕੋਲ ਪੈਸੇ ਜਾਂਦੇ ਆ ਉਹਨਾਂ ਨੂੰ ਰੁਕਾਵਟ ਪੈਂਦੀ ਸੀਗੀ। ਤੇ ਉਹਦੇ ਆਪਾਂ ਸਿੱਖ ਏਡ ਦੇ ਥਰੂ 4 ਲੱਖ ਉਦੋਂ ਵੀ ਭੇਜਿਆ ਸੀਗਾ। ਤੇ ਹੁਣ ਅਸੀਂ ਕਿਹਾ ਵੀ ਜਦੋਂ ਇੱਥੇ ਆਵਾਂਗੇ ਤੇ ਡਾਇਰੈਕਟਲੀ ਫੈਮਲੀਜ਼ ਜਿਨ੍ਹਾਂ ਨੂੰ, ਦੇਖੋ ਜੀ, ਮੋਰਚਾ ਤਾਂ ਜ਼ਰੂਰ ਖਤਮ ਹੋ ਗਿਆ, ਖਤਮ ਨਹੀਂ ਹਲੇ, ਚਲੋ ਚੱਲਦਾ ਹੀ ਰਹਿਣਾ ਆ, ਪਰ ਜਿਹੜੇ ਪਰਿਵਾਰਾਂ ਦੇ ਮੈਂਬਰ ਚਲੇ ਗਏ ਆ ਨਾ, ਉਹਨਾਂ ਵਾਸਤੇ ਤਾਂ ਹਮੇਸ਼ਾ ਇਹੋ ਮੁਸ਼ਕਿਲ ਜਿਹੜੀ ਖੜੀ ਰਹਿਣੀ ਆ। ਤੇ ਸਾਡੀ ਕੋਸ਼ਿਸ਼ ਇਹੋ ਹੀ ਸੀਗੀ ਵੀ ਅਸੀਂ ਜਿੰਨੇ ਪਰਿਵਾਰਾਂ ਦੀ ਮਦਦ ਕਰ ਸਕੀਏ। ਔਰ ਇਹਦੇ ਨਾਲ ਬਾਕੀ ਜਿਹੜੇ ਕਲੱਬ ਉੱਥੇ ਹੋਰ ਵੀ ਬਹੁਤ ਜ਼ਿਆਦਾ ਹੈਗੇ ਆ, ਉਹਨਾਂ ਨੂੰ ਵੀ ਇੰਕਰੇਜਮੈਂਟ ਮਿਲੂਗੀ ਵੀ ਅਸੀਂ ਐਸੇ ਇਕੱਠੇ ਕਰੀਏ, ਜਿਹੜੇ ਲੋੜਵੰਦ ਪਰਿਵਾਰ ਹੈਗੇ ਉਹਨਾਂ ਵਾਸਤੇ ਮਦਦ ਚਾਹੀਦੀ ਆ। ਉਹਨਾਂ ਨੂੰ ਭੁਲਾਉਣਾ ਨਹੀਂ ਚਾਹੀਦਾ, ਉਹਨਾਂ ਵਾਸਤੇ ਜਿੰਨੀ ਵੀ ਸੇਵਾ ਕਰ ਸਕਦੇ ਆ, ਆਪਣੇ ਬਾਹਰਲੇ ਪਰਿਵਾਰ ਬੈਠੇ ਆ ਤੇ ਕਰਨੀ ਚਾਹੀਦੀ ਆ। ਬਿਲਕੁਲ, ਇਹ ਬਹੁਤ ਹੀ ਜ਼ਰੂਰੀ ਹੈ। ਸ਼ਾਇਦ ਤੁਹਾਨੂੰ ਯਾਦ ਹੋਏਗਾ, ਅਸੀਂ ਉਦੋਂ ਵੀ ਇਹ ਗੱਲ ਕਰਦੇ ਸੀ ਕਿ ਮੋਰਚਾ ਤਾਂ ਇੱਕ ਨਾ ਇੱਕ ਦਿਨ ਜਿੱਤ ਹੀ ਲੈਣਾ ਆਪਾਂ। ਦਿੱਲੀ ਦੇ ਬਾਰਡਰਾਂ ਤੋਂ ਕਿਸਾਨ ਜਿੱਤ ਦੀ ਖੁਸ਼ੀ ਜਕਾਰੇ ਬੁਲਾਉਂਦੇ ਵਾਪਸ ਆਉਣਗੇ, ਪਰ ਇਹ ਜਿਹੜੇ ਸਾਡੇ ਭਰਾ ਬਜ਼ੁਰਗ ਜਿਹੜੇ ਜ਼ਿੰਦਗੀ ਲੇਖੇ ਲਾ ਗਏ, ਉਹਨਾਂ ਦੇ ਪਰਿਵਾਰਾਂ ਦੀ ਜਿਹੜੀ ਕਮੀ ਹੈ ਨਾ, ਉਹ ਪੂਰੀ ਕਰਨੀ ਉਹ ਸਾਡਾ ਸਾਰਿਆਂ ਦਾ ਫਰਜ਼ ਆ। ਉਸ ਵੇਲੇ ਵੀ ਆਪਾਂ ਗੱਲ ਕੀਤੀ ਤੇ ਅੱਜ ਬੜੀ ਇੱਕ ਖੁਸ਼ੀ ਹੋ ਰਹੀ ਹੈ ਕਿ ਇਹ ਸਾਰੀ ਟੀਮ ਸਿੰਘ ਸਭਾ ਬਾਰਕਿੰਗ ਫੁੱਟਬਾਲ ਕਲੱਬ ਦੀ ਸਾਰੀ ਟੀਮ ਆਈ ਹੋਈ ਹੈ। ਤੇ ਅੱਛਾ ਲੱਗ ਰਿਹਾ ਵੀ ਅੱਜ ਆਪਾਂ ਸਾਲ ਬਾਅਦ ਵੀ ਇਹਨਾਂ ਦੇ ਨਾਲ ਖੜੇ ਹਾਂ। ਤੇ ਇੱਦਾਂ ਹੀ ਆਪਾਂ ਖੜੇ ਰਹੀਏ, ਮੈਨੂੰ ਲੱਗਦਾ ਕਿ, ਕਿਉਂਕਿ ਆਮ ਤੌਰ 'ਤੇ ਸਾਡੇ ਨਾਲ ਇੱਥੇ ਉਹ ਵੀ ਵੀਰ ਸਾਰੇ ਬਜ਼ੁਰਗ ਵੀ ਬੈਠੇ ਨੇ, ਸੈਨਿਕ ਵੀ, ਜਿਸ ਢੰਗ ਦੇ ਨਾਲ ਇਹ ਮੋਰਚਾ, ਥੋੜੀ ਜਿਹੀ ਮਾੜੀ ਜਿਹੀ ਜਗ੍ਹਾ ਦਿਓ ਮੈਨੂੰ। ਹਾਂਜੀ, ਕਿਉਂਕਿ ਮੋਰਚਾ ਬੜੇ ਔਖੇ ਹਾਲਾਤਾਂ 'ਚ ਲੜਿਆ ਗਿਆ ਸੀ ਜੀ। ਤੇ ਇੱਥੋਂ ਕਿਵੇਂ ਮੱਖਣ ਖਾਂ ਹੋਰੀ ਜਦੋਂ ਗਏ ਨੇ ਦਿੱਲੀ ਬਾਰਡਰ ਤੇ, ਕਿੱਦਾਂ ਦਾ ਸਿਸਟਮ ਸੀ ਇੱਥੋਂ? ਇਹ ਪਹਿਲਾਂ ਜੀ ਜਦੋਂ ਮੋਰਚਾ ਜਿਸ ਤਰ੍ਹਾਂ 25-26 ਨਵੰਬਰ ਦੇ ਵਿੱਚ ਚਾਲੂ ਹੋਇਆ, ਤੇ ਉਸ ਟਾਈਮ ਤੋਂ ਹੀ ਇਹਨਾਂ ਦੇ ਵਿੱਚ ਚਾਅ ਸੀ ਵੀ ਅਸੀਂ ਮੋਰਚੇ ਦੇ ਵਿੱਚ ਹਿੱਸਾ ਪਾਉਣਾ। ਤੇ ਇਹ ਜਦੋਂ ਇਹ ਗਏ ਆ, ਟਰਾਲੀ ਲੈ ਕੇ ਗਏ ਆ ਇੱਥੋਂ ਉੱਥੇ, ਤੇ ਬਹੁਤ ਹੀ ਖੁਸ਼ੀ ਨਾਲ ਹੀ ਇਹ ਆਪਦਾ ਯੋਗਦਾਨ ਪਾਉਂਦੇ ਸੀ। ਉੱਥੇ ਵੀ ਜਾ ਕੇ ਬਹੁਤ ਸੇਵਾ ਕਰੀ ਇਹਨਾਂ ਨੇ ਵੀ ਮੋਰਚਾ ਪਾਉਣਾ। ਬਸ ਕੁਝ ਬਾਅਦ ਕਿਸੇ ਦੇ ਨਾਲ ਅਟੈਕ ਆ ਗਿਆ ਇਹਨਾਂ ਨੂੰ, ਤੇ ਇਹਨਾਂ ਦੀ ਮੌਤ ਹੋ ਗਈ ਉੱਥੇ। ਤੇ ਸਾਨੂੰ ਵੀ ਬਹੁਤ ਦੁੱਖ ਲੱਗਾ, ਸਾਡੇ ਪਿੰਡ ਦਾ ਨੌਜਵਾਨ ਸੀਗਾ,
ਤੇ ਬਹੁਤ ਗਰੀਬ ਪਰਿਵਾਰ ਦਾ ਸੀ, ਮਜ਼ਦੂਰੀ ਕਰਦੇ ਸੀਗੇ ਤੇ ਇਹਦੇ ਨਾਲ ਬਹੁਤ ਪਰਿਵਾਰ ਨੂੰ ਬਹੁਤ ਘਾਟਾ ਪਿਆ। ਬਾਕੀ ਅਸੀਂ ਆ ਜਿਹੜੀ ਸਿੰਘ ਸਭਾ ਤੁਹਾਡੀ ਆ ਫੁੱਟਬਾਲ ਕਲੱਬ ਆ, ਇਹਨਾਂ ਦਾ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ, ਜਿਹੜਾ ਇਹ ਗਰੀਬ ਪਰਿਵਾਰ ਨੂੰ ਇਹ ਮਦਦ ਕਰਨ ਵਾਸਤੇ ਆਏ ਆ। ਇਹ ਵੱਡਾ ਬੇਟਾ ਕੀ ਨਾਂ ਤੁਹਾਡਾ? ਕਸ਼ਮੀਰ ਅਲੀ ਜੀ। ਹਾਂ, ਕਸ਼ਮੀਰ ਅਲੀ। ਇਹ ਵੱਡਾ ਹੈ, ਬਾਕੀ ਛੋਟੇ ਨਾ? ਬਾਕੀ ਤਾਂ ਸਾਰੇ ਛੋਟੇ ਨੇ ਇਹਨਾਂ ਹਾਂ। ਤੇ ਇਹਨਾਂ ਨੂੰ ਹੁਣ ਵੈਸੇ ਸਰਕਾਰ ਨੇ, ਕਿਉਂਕਿ ਪੰਜਾਬ ਸਰਕਾਰ ਨੇ ਥੋੜੇ ਇਨੀਸ਼ੀਏਟਿਵਸ ਲਏ ਸੀ, ਇਹਨਾਂ ਨੂੰ ਇੱਥੇ ਸਰਕਾਰੀ ਸਕੂਲ 'ਚ ਮਿਲੀ ਹੈ ਨਾ? ਹਾਂਜੀ, ਸਰਕਾਰੀ ਸਕੂਲ ਦੇ ਵਿੱਚ ਇਹਨਾਂ ਨੂੰ ਜੌਬ ਮਿਲੀ ਹੈ ਸੇਵਾਦਾਰ ਦੀ। ਪਰ ਚਲੋ ਫਿਰ ਵੀ ਮੈਂ ਸਮਝਦਾ ਕਿ ਬੜਾ ਕੁਛ ਹੁੰਦਾ ਹੈ ਘਰਾਂ ਪਰਿਵਾਰਾਂ ਦੇ ਵਿੱਚ, ਤੇ ਇਹ ਜਿਹੜੇ ਸਾਡੇ ਵੀਰ ਅੱਜ ਸੇਵਾ ਲੈ ਕੇ ਆਏ ਨੇ, ਇਹ ਸੇਵਾ ਇਹਨਾਂ ਨੂੰ ਭੇਟ ਕੀਤੀ ਜਾ। ਸੋ ਇਹ ਸੇਵਾ ਜਿਹੜੀ ਹੈ ਭੇਟ ਕੀਤੀ ਜਾ ਰਹੀ ਹੈ 1 ਲੱਖ ਰੁਪਏ ਦਾ। 1 ਲੱਖ ਰੁਪਇਆ ਮੱਖਣ ਖਾਨ ਜਿਹੜੇ ਕਿ ਭਿੰਡਰ ਕਲਾਂ ਪਿੰਡ ਹੈ, ਉੱਥੋਂ ਦੇ ਰਹਿਣ ਵਾਲੇ ਇਹ ਸਾਰੇ ਪਤਵੰਤੇ ਜਿਹੜੇ ਇਸ ਪਿੰਡ ਦੇ, ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਜਿਹੜੇ ਨੇ, ਉਹਨਾਂ ਦਾ ਬੇਟਾ ਹੈ, ਉਹਨਾਂ ਨੂੰ ਇਹ ਸੇਵਾ ਭੇਟ ਕੀਤੀ ਗਈ ਹੈ। ਤੇ ਮੈਂ ਸਮਝਦਾ ਕਿ ਇਹ ਭਾਈ ਸਾਹਿਬ ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਸਾਡੇ ਨਾਲ ਜੁੜੇ ਨੇ। ਇਸ ਢੰਗ ਦੇ ਨਾਲ ਜਿਹੜੀਆਂ ਸੇਵਾਵਾਂ ਕਿਸਾਨਾਂ ਨੂੰ ਅੱਜ 1 ਸਾਲ ਬਾਅਦ ਵੀ ਦੇਣ ਵਾਸਤੇ ਵਿਦੇਸ਼ਾਂ ਤੋਂ ਆ ਰਹੀਆਂ ਨੇ ਸੰਗਤਾਂ, ਕੀ ਕਹਿਣਾ ਚਾਹੋਗੇ ਜੀ ਇਹਦੇ ਬਾਰੇ? ਦੇਖੋ ਜੀ, ਮੱਖਣ ਖਾਨ ਇੱਕ ਛੋਟੇ ਪਰਿਵਾਰ ਨਾਲ ਹੁੰਦਿਆਂ ਹੋਇਆਂ ਵੀ ਉੱਥੇ ਕਿਸਾਨੀ ਧਰਨੇ ਦੇ ਵਿੱਚ ਇਹਨਾਂ ਨੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ, ਤੇ ਕੁਦਰਤੀ ਅਚਾਨਕ ਜਿਹੜਾ ਹੈਗਾ ਉਹਨਾਂ ਦੀ ਬਈ ਉੱਥੇ ਡੈਥ ਹੋ ਗਈ ਮਤਲਬ ਕਿ ਧਰਨੇ ਦੇ ਵਿੱਚ, ਤੇ ਉਹਦਾ ਬਹੁਤ ਵੱਡਾ ਯੋਗਦਾਨ ਆ ਕਿਸਾਨਾਂ ਦੇ ਧਰਨੇ ਦੇ ਵਿੱਚ ਮਜ਼ਦੂਰ ਹੁੰਦਿਆਂ ਹੋਇਆਂ ਵੀ। ਇਹੀ ਮੈਂ ਕੁਝ ਕਹਿਣਾ, ਇਹ ਪਰਮਜੀਤ ਕੌਰ ਜਿਹੜੀ ਉਹਨਾਂ ਦੀ ਛੋਟੀ ਉਮਰ ਵਿੱਚ ਹੁੰਦਿਆਂ ਹੋਇਆਂ ਵੀ ਬਈ ਮੈਂ ਕਹਿੰਦਾ ਇਹਨਾਂ ਨੇ ਬਹੁਤ ਹੀ ਮਤਲਬ ਕਿ ਸੋਚ ਸਮਝ ਦੇ ਨਾਲ ਆਪਣਾ ਜਿਹੜਾ ਹੈਗਾ ਵਾ ਉਹਨੂੰ ਸਾਨੂੰ ਮਤਲਬ ਕਿ ਇਹਦੇ ਬਾਰੇ ਚ ਬਈ ਸਹਿਯੋਗ ਦਿੱਤਾ ਇਹਨਾਂ ਨੇ ਪਿੱਛੋਂ। ਇੱਕ ਗੱਲ ਜਿਹੜੀ ਹੋਰ ਢਿੱਲੋਂ ਸਾਹਿਬ, ਆਮ ਤੌਰ ਤੇ ਕਈ ਜਿਹੜੇ ਦੂਸਰਾ ਮੀਡੀਆ ਸੀ ਨਾ ਭੰਡਣ ਵਾਲਾ, ਉਹ ਕਹਿੰਦਾ ਹੁੰਦਾ ਸੀ ਮਜ਼ਦੂਰ ਨਹੀਂ ਆਏ, ਇਹ ਸਾਰੇ ਜ਼ਿਮੀਂਦਾਰ ਹੀ ਆਏ ਨੇ। ਆਹ ਇੱਕ ਪ੍ਰਤੱਖ ਮਿਸਾਲ ਆ ਜੀ, ਇਹਨਾਂ ਦੀ ਜ਼ਮੀਨ ਵੀ ਨਹੀਂ ਹੈਗੀ ਹਨਾ, ਇਹ ਜ਼ਮੀਨ ਨਹੀਂ ਹੈਗੀ, ਸਿਰਫ ਪਿੰਡ ਦੇ ਵਿੱਚ ਹਾਂਜੀ ਹਾਂਜੀ ਹਾਂ ਪਿੰਡ ਦੇ ਵਿੱਚ ਹਾਂ ਖੇਤੀ ਦੇ ਨਾਲ ਸਾਡੇ ਘਰਾਂ 'ਚ ਜਾ ਕੇ ਭਾਂਡੇ ਭੁੰਡੇ ਆਦਾ ਕਰਨਾ, ਟਾਈਮ ਪਾਸ ਕਰਿਆ ਇਹਨਾਂ ਨੇ। ਚਲੋ ਸੋ ਮੈਂ ਸਮਝਦਾ ਕਿ ਅੱਜ ਜਿਹੜਾ ਇੱਕ ਬੜਾ ਹੀ ਵਧੀਆ ਸੁਨੇਹਾ ਵਿਸ਼ਵ ਦੇ ਪੰਜਾਬੀ ਭਾਈਚਾਰੇ ਨੂੰ ਜਾ ਰਿਹਾ ਹੈ ਕਿ ਪੰਜਾਬੀ ਜਿਹੜੇ ਨੇ ਨਾ, ਜੇ ਉਹ ਕਿਸੇ ਦੀ ਉਹ ਕੀ ਕਹਿੰਦੇ ਆ ਅਡਵੈਰ ਵਾਲੀ ਜਿਹੜੀ ਉਹ ਨਹੀਂ ਭੁੱਲਦੇ, ਤੇ ਕਿਸੇ ਦਾ ਪਰਉਪਕਾਰ ਜਿਹੜਾ ਉਹ ਵੀ ਨਹੀਂ ਭੁੱਲਦੇ। ਅੱਜ ਕਰੀਬ ਵੇਖੋ ਕਰੀਬ ਸਾਲ ਹੋ ਚੱਲਿਆ, ਤੇ ਅੱਜ ਵੀ ਸਾਰੇ ਵੀਰ ਆਏ ਨੇ, ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਵੀ ਕਰਦੇ ਹਾਂ। ਅੱਜ ਹੋਰ ਵੀ ਘਰਾਂ 'ਚ ਜਾਣਾ, ਅਸੀਂ ਇੱਕ ਥੋੜੀ ਲਿਸਟ ਤਿਆਰ ਕੀਤੀ, ਕਿਉਂਕਿ ਕਿਸਾਨ ਤਾਂ ਬਹੁਤ ਵੱਡੀ ਗਿਣਤੀ 'ਚ ਲੇਖੇ ਲੱਗੀਆਂ ਜਾਂਦੇ ਆ, ਪਰ ਕੁਝ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਮਹਿਸੂਸ ਹੋ ਰਹੀ ਹੈ ਅਸੀਂ ਉਹਨਾਂ ਤੱਕ ਅੱਜ ਪਹੁੰਚ ਕਰਾਂਗੇ। ਅੱਜ ਅਸੀਂ ਜੋ ਮੱਖਣ ਖਾਨ ਦੇ ਪਰਿਵਾਰ ਨੂੰ ਜੋ ਮਦਦ ਫੁੱਟਬਾਲ ਕਲੱਬ ਵੱਲੋਂ ਦਿੱਤੀ ਗਈ ਆ, ਅਸੀਂ ਸਾਰੀ ਸੰਗਤ ਪਿੰਡ ਨੰਗਲ ਵਾਸੀਆਂ ਵੱਲੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਹੋਰ ਵੀ ਜਿਵੇਂ ਢਿੱਲੋਂ ਸਾਹਿਬ ਨੇ ਪਹਿਲਾਂ ਗੱਲ ਕੀਤੀ ਸੀ ਕਿ ਇਹ ਸਮੇਂ ਹੁੰਦੇ ਨੇ ਸਾਹਮਣੇ, ਕਿਉਂਕਿ ਆਮ ਤੌਰ ਤੇ ਇਹੀ ਗੱਲਾਂ ਹੁੰਦੀਆਂ ਨੇ ਕਿ ਸੰਘਰਸ਼ਾਂ ਦੇ ਵਿੱਚ ਜਿਹੜੇ ਕੁਰਬਾਨੀ ਕਰ ਜਾਂਦੇ ਨੇ ਉਹਨਾਂ ਨੂੰ ਬਾਅਦ ਦੇ ਵਿੱਚ ਅਣਗੌਲਿਆਂ ਕਰ ਦਿੱਤਾ ਜਾਂਦਾ। ਪਰ ਮੈਨੂੰ ਲੱਗਦਾ ਕਿ ਕਿਸਾਨੀ ਸੰਘਰਸ਼ ਨੇ ਜਿੱਥੇ ਸਾਨੂੰ ਹੋਰ ਬੜੇ ਸਾਰੇ ਸਬਕ ਦਿੱਤੇ ਨੇ, ਕਿ ਵੀ ਸਬਕ ਆ ਸਾਡੇ ਵਾਸਤੇ ਕਿ ਆਪਾਂ ਉਹਨਾਂ ਪਰਿਵਾਰਾਂ ਦੇ ਨਾਲ ਖੜੀਏ, ਤੇ ਇਹਦੇ ਵਿੱਚ ਜਿੱਥੇ ਪਿੰਡ ਵਾਸੀਆਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਸਾਰੇ ਵੀਰਾਂ ਦੀ, ਉਵੇਂ ਹੀ NRI ਭਰਾ ਜਿਹੜੇ ਨੇ ਵੇਖੋ ਦੇਸ਼ ਵਿਦੇਸ਼ ਤੋਂ ਆ ਕੇ ਇਸ ਸੇਵਾ ਦੇ ਵਿੱਚ ਹਿੱਸਾ ਪਾ ਰਹੇ ਨੇ। ਖੁੱਡੀ ਪੱਤੀ ਧੌਲਾ ਪਿੰਡ ਦੇ ਵਿੱਚ ਆਏ ਆ। ਨਿਰਮਲ ਸਿੰਘ ਉਰਫ ਭੋਲਾ, ਤੁਹਾਨੂੰ ਯਾਦ ਹੋਏਗਾ ਕਿ ਇੱਕ ਬੜਾ ਹੀ ਡੂੰਘਾ ਜਿਹਾ ਘਰ ਸੀਗਾ, ਕੱਚਾ ਜਿਹਾ, ਤੇ ਨਿਰਮਲ ਸਿੰਘ ਦੇ ਭੋਗ ਤੋਂ ਬਾਅਦ ਅਸੀਂ ਇੱਥੇ ਆਏ ਸੀ, ਤੇ ਤੁਹਾਡੇ ਸਹਿਯੋਗ ਦੇ ਨਾਲ ਸੰਗਤ ਏਡ ਨੇ ਸੇਵਾ ਕੀਤੀ, ਕੁਝ ਹੋਰ ਸੇਵਾ ਆਈ, ਤੇ ਅੱਜ ਫਿਰ ਇੱਥੇ ਸੇਵਾ ਲੈ ਕੇ ਕੁਝ ਜਿਹੜੇ ਸਾਡੇ ਵੀਰ ਨੇ ਪਹੁੰਚੇ ਨੇ ਸਿੰਘ ਸਭਾ ਬਾਰਕਿੰਗ ਫੁੱਟਬਾਲ ਕਲੱਬ ਤੋਂ, ਤੇ
ਇਹ ਉਹੀ ਘਰ ਹੈ। ਥੋੜਾ ਜਿਹਾ ਮੈਂ ਤੁਹਾਨੂੰ ਦਿਖਾਉਂਦਾ ਚੱਲਾਂ। ਆਹ ਲੈਵਲ ਸੀਗਾ ਪਹਿਲਾਂ, ਇਸ ਲੈਵਲ ਤੇ ਛੱਤ ਸੀਗੀ। ਆ ਤੁਸੀਂ ਅੰਦਾਜ਼ਾ ਲਾ ਲਓ ਕਿ ਇਸ ਲੈਵਲ ਤੇ ਛੱਤ ਸੀ ਤਾਂ ਕਿੰਨਾ ਡੂੰਘਾ ਸੀ ਇਹ। ਤੇ ਇਹ ਜਿਹੜਾ ਕਾਰਜ ਹੈ ਨਗਰ ਦੀ ਪੰਚਾਇਤ ਨੇ ਕੀਤਾ, ਪਿੰਡ ਵਾਲਿਆਂ ਨੇ ਰਲ ਕੇ ਕੀਤਾ, ਤੇ ਜੋ ਤੁਹਾਡਾ ਸਹਿਯੋਗ ਮਿਲਿਆ ਉਹਦੇ ਨਾਲ ਇਹ ਚੀਜ਼ ਸਟੈਪ ਬਾਏ ਸਟੈਪ। ਤੇ ਇੱਥੇ ਹੁਣ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਪਰਿਵਾਰ ਦੇ ਨਾਲ ਵੀ, ਤੇ ਸਰਪੰਚ ਸਾਹਿਬ ਤੇ ਹੋਰ ਸਾਰੇ ਬੈਠੇ ਨੇ, ਚੇਅਰਮੈਨ ਸਾਹਿਬ ਵੀ। ਹਾਂਜੀ, ਸੋ ਇਹ ਪਰਿਵਾਰ ਹੈ ਨਿਰਮਲ ਸਿੰਘ ਭੋਲਾ ਦਾ। ਇਹ ਸਰਬਜੀਤ ਕੌਰ ਉਹਨਾਂ ਦੇ ਘਰੋਂ ਆ, ਇਹ 2 ਬੇਟਾ ਤੇ ਬੇਟੀ। ਹਾਂਜੀ, ਸੋ ਸਰਪੰਚ ਸਾਹਿਬ ਆਪਾਂ ਉਧਰ ਹੀ ਤੇ ਇਧਰ ਸਾਡੀ ਟੀਮ ਬੈਠੀ ਹੈ ਜੀ। ਸਿੰਘ ਸਾਹਿਬ ਪਾਰਕਿੰਗ ਦਾ ਫੁੱਟਬਾਲ ਕਲੱਬ, ਤੇ ਚੇਅਰਮੈਨ ਸਾਹਿਬ ਨੇ ਸਾਡੇ ਨਾਲ ਗੁਰਤੇਜ ਸਿੰਘ ਜੀ। ਤੇ ਮੈਂ ਸਮਝਦਾ ਕਿ ਪਹਿਲਾਂ ਤਾਂ ਢਿੱਲੋਂ ਸਾਹਿਬ ਮੈਨੂੰ ਲੱਗਦਾ ਕਿ ਅੱਜ ਪਹਿਲਾਂ ਇਹਨਾਂ ਨੂੰ ਵਧਾਈ ਦੇਣੀ ਬਣਦੀ ਹੈ ਪਿੰਡ ਵਾਲਿਆਂ ਨੂੰ। ਹਾਂਜੀ, ਗੱਲ ਹੈ ਵੀ ਜਿੰਨਾ ਇਹਨਾਂ ਨੇ ਸਾਥ ਦਿੱਤਾ ਹੈ ਨਾ ਇਸ ਪਰਿਵਾਰ ਦਾ, ਇੰਨਾ ਕੋਈ ਕਰ ਨਹੀਂ ਸਕਦਾ। ਨਾ ਤਾਂ ਕਦੇ ਦੇਖਿਆ ਹੀ ਵੀ ਇਹੋ ਇੰਨਾ ਸੋਹਣਾ ਕੰਮ ਕੀਤਾ। ਜਿਹੜੇ ਬੱਚੇ ਰਹਿ ਗਏ ਸੀ ਪਿੱਛੇ, ਉਹਨਾਂ ਦੀ ਇੰਨੀ ਮਦਦ ਕੀਤੀ ਆ ਨਾ ਵੀ ਤੁਸੀਂ ਸਿਰ ਤੇ ਛੱਤ ਪਾਤੀ ਆ। ਬਹੁਤ ਵੱਡਾ ਕੰਮ ਆ, ਸ਼ਾਬਾਸ਼ ਏ ਤੁਹਾਡੇ। ਅਸੀਂ ਤਾਂ ਜਿੰਨੀ ਕੋਸ਼ਿਸ਼ ਕਰ ਸਕਦੇ ਹਾਂ ਉਨੀ ਕੀ ਆ, ਪਰ ਤੁਸੀਂ ਹੱਦ ਤੋਂ ਵੱਧ ਇੱਥੇ ਕਰ ਚੁੱਕੇ ਆ। ਹਾਂ, ਤੇ ਸਰਪੰਚ ਸਾਹਿਬ ਇਹ ਫਿਰ ਸਾਰੇ ਪਿੰਡ ਨੇ ਰਲ ਕੇ ਜਾਂ ਕਿੱਦਾਂ ਇਹ ਸਾਰਾ ਕੰਮ? ਹਾਂ ਸਰ, ਸਾਰੇ ਪਿੰਡ ਨੇ ਰਲ ਕੇ ਸੇਵਾ ਕੀਤੀ ਆ ਜੀ। ਬੜੀ ਮੁਸ਼ਕਲ ਸੀਗੀ, ਬਹੁਤ ਔਖਾ ਸੀ, ਤੁਸੀਂ ਦੇਖਿਆ ਜੀ ਸਮਾਂ। ਤੇ ਹੁਣ ਪਰ ਬਹੁਤ ਵਧੀਆ ਪਿੰਡ ਨੇ ਸਾਥ ਦਿੱਤਾ ਜੀ ਸਾਨੂੰ, ਸਾਰੇ ਨਗਰ ਨੇ ਰਲ ਮਿਲ ਕੇ ਜਗ੍ਹਾ ਦਾ ਸਾਥ ਦਿੱਤਾ ਜੀ। ਕਿਉਂ ਵੀ ਜੀ, ਆ ਵੇਖੋ, ਹਾਂ ਪਹਿਲੀ ਛੱਤ ਵੀ ਤੁਸੀਂ ਅੰਦਾਜ਼ਾ ਲਾ ਹੀ ਲਿਆ, ਤੇ ਆ ਹੁਣ ਵੀ ਸਾਰਾ ਵੇਖੋ ਐ ਵਧੀਆ, ਬਹੁਤ ਸੋਹਣਾ ਬਣ ਗਿਆ ਜੀ ਪਿੰਡ ਵਾਲਿਆਂ ਦੀ ਕਿਰਪਾ ਨਾਲ। ਤੇ ਬਾਕੀ ਜਿਹੜਾ ਹੈਗਾ ਆ ਤੁਹਾਡਾ ਸੰਯੋਗ ਨਾਲ ਇਹਨਾਂ ਦੇ ਹੈਗਾ ਆ। ਹਾਂਜੀ, ਸੋ ਇਸ ਢੰਗ ਨਾਲ ਵੇਖੋ ਇੱਕ ਗੱਲ ਤਾਂ ਹੈਗੀ ਹੈ ਜੀ ਕਿ ਚੇਅਰਮੈਨ ਸਾਹਿਬ ਜੇ ਸਾਰੇ ਰਲ ਮਿਲ ਕੇ ਸਿਰ ਜੋੜ ਲਈਏ ਨਾ, ਔਖਾ ਸਮਾਂ ਸੌਖਾ ਹੋ ਜਾਂਦਾ ਹੈ ਨਾ। ਕਰਦਾ ਭਲੀ ਬਹੁਤ ਬਹੁਤ ਧੰਨਵਾਦ ਸੰਗਮ ਟੈਲੀਵਿਜ਼ਨ ਵਾਲਿਆਂ ਦੇ। ਮੇਰੇ ਵੀਰ ਜੀ ਆਏ ਨੇ, ਪ੍ਰਧਾਨ ਸਾਹਿਬ ਬਾਈ ਜੀ ਆਏ ਨੇ, ਸਭ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ, ਤੁਹਾਡੇ ਰਿਣੀ ਆ ਜਿਹੜੀ ਸਾਡੀ ਮਦਦ ਕਰੀ ਹੈ ਤੁਸੀਂ ਗਰੀਬਾਂ ਦੀ। ਬਹੁਤ ਬਹੁਤ ਧੰਨਵਾਦ। ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਸੱਚੇ ਪਾਤਸ਼ਾਹ ਪਰਿਵਾਰ ਸੁੱਖ ਸ਼ਾਂਤੀਆਂ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੱਲ ਸਹੀ ਆ ਕਿ ਸਾਰਿਆਂ ਨੇ ਤਿਲ ਫੁੱਲ ਪਾਇਆ ਤੇ ਉਹਨਾਂ ਸਾਰਿਆਂ ਦੀ ਸੇਵਾ ਪ੍ਰਵਾਨ ਹੋਏ। ਹਾਂਜੀ ਹਾਂਜੀ, ਸਰਪੰਚ ਸਾਹਿਬ ਪਰਿਵਾਰ ਨੂੰ ਵੀ ਬੁਲਾ ਲਓ ਇੱਥੇ ਹੀ, ਆਪਾਂ ਨਾਲੇ ਸੇਵਾ ਦੇ ਲਈਏ ਉਹਨਾਂ ਨੂੰ। ਤੇ ਹਾਂਜੀ, ਪਰਿਵਾਰ ਤੇ ਜਿਹੜਾ ਆਨਗੋਇੰਗ ਬੋਝ ਵੀ ਹੈਗਾ ਆ ਨਾ, ਕਾਕੇ ਦੇ ਸ਼ੂਗਰ ਜਿਹੜੀ ਹੈਗੀ ਆ, ਉਹਦੇ ਲਗਾਤਾਰ ਇਲਾਜ ਤੇ ਵੀ ਪੈਸੇ ਲੱਗ ਰਹੇ ਆ। ਤੇ ਪਰਮਾਤਮਾ ਇਦਾਂ ਹੀ ਕਿਸੇ ਨਾ ਕਿਸੇ ਪਾਸਿਓਂ ਹੀਲਾ ਸੀਲਾ ਬਣਾ ਹੀ ਦਿੰਦਾ ਆ। ਸੋ ਇਹ ਬੱਚੇ ਨੇ ਜੋੜਾ, ਟਵਿਨਸ ਨੇ ਦੋਨੋਂ, ਬੇਟਾ ਬੇਟੀ। ਤੇ ਇਹ ਆਪਾਂ ਦੇਖ ਸਕਦੇ ਹਾਂ ਕਿ ਸਿੰਘ ਸਭਾ ਪਾਰਕਿੰਗ ਫੁੱਟਬਾਲ ਕਲੱਬ ਤੋਂ ਇਹ ਸਭ ਹੋਰੀ ਆਏ ਹੋਏ ਨੇ, ਤੇ ਉਹਨਾਂ ਵੱਲੋਂ 1 ਲੱਖ ਰੁਪਏ ਦੀ ਜਿਹੜੀ ਸਹਾਇਤਾ ਹੈ ਇਸ ਪਰਿਵਾਰ ਨੂੰ ਦਿੱਤੀ ਜਾ ਰਹੀ ਹੈ। ਪਿੰਡ ਦੇ ਸਰਪੰਚ ਸਾਹਿਬ ਤੇ ਨਾਲ ਸਾਡੇ ਚੇਅਰਮੈਨ ਗੁਰਤੇਜ ਸਿੰਘ ਜੀ, ਤੇ ਇਹ ਸਾਰੀ ਟੀਮ ਪਹੁੰਚੀ ਹੋਈ ਹੈ। ਤੇ ਇਹਨੂੰ ਭੈਣ ਨੂੰ ਤਾਂ ਇੱਥੇ ਸਰਕਾਰੀ ਸਕੂਲ 'ਚ ਨੌਕਰੀ ਮਿਲ ਗਈ ਹੈ। ਤੇ ਕਿੱਦਾਂ ਪੈਣਾ ਹੁਣ, ਕਿੱਦਾਂ ਥੋੜਾ ਠੀਕ ਹੋਇਆ ਚੱਲਦਾ ਹੁਣ ਪਰਿਵਾਰ ਦਾ? ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀ ਪਰਿਵਾਰ ਦਾ ਅੱਗੇ ਨਾਲੋਂ ਬਹੁਤ ਫਰਕ ਹੈ ਜੀ। ਹਾਂ, ਸਰਕਾਰੀ ਨੌਕਰੀ ਮਿਲ ਗਈ, ਬੱਚਿਆਂ ਦਾ ਬਸ ਵੀ ਪਾਲਣ ਪੋਸ਼ਣ ਵੀ ਠੀਕ ਢੰਗ ਨਾਲ ਹੋ ਰਿਹਾ ਜੀ। ਭੈਣ ਭਾਈਆਂ ਦੇ ਸਹਿਯੋਗ ਨਾਲ, ਪਿੰਡ ਦੇ ਸਹਿਯੋਗ ਨਾਲ ਵੀ ਸਾਰਿਆਂ ਨੇ ਸਾਡੀ ਬਹੁਤ ਮਦਦ ਕੀਤੀ। ਇੰਨੀ ਜੀ ਧੰਨਵਾਦ ਜੀ। ਬਿਲਕੁਲ, ਇਹ ਬੱਚਾ ਡਾਇਬੀਟਿਕ ਹੈ। ਇਹਦੇ ਹੋਣ ਤੋਂ ਪਹਿਲਾਂ ਇਹਦਾ ਵੱਡਾ ਭਰਾ ਸੀ, ਉਹ ਕਰੀਬ 14 ਸਾਲ ਦੀ ਉਮਰ ਦੇ ਵਿੱਚ ਉਹਦੀ ਇਸੇ ਬਿਮਾਰੀ ਕਰਕੇ ਹੀ ਜ਼ਿਆਦਾ ਉਹ ਬਿਮਾਰ ਰਹਿਣ ਕਰਕੇ ਉਹਦੀ ਡੈਥ ਹੋ ਗਈ ਸੀ। ਤੇ ਉਹਦੇ ਇਲਾਜ ਕਰਕੇ ਪਰਿਵਾਰ ਬਹੁਤ
ਜ਼ਮੀਨ ਤੇ ਆ ਗਿਆ ਸੀ ਇੱਕ ਢੰਗ ਨਾਲ। ਹੁਣ ਦੁਬਾਰਾ ਇਹ ਸਾਰਾ ਕੁਝ ਜੋ ਵੀ ਹੈ, ਇੱਕ ਪੱਕਾ ਘਰ, ਲੈਂਟਰ, ਛੱਤ, ਜਿਹਨੂੰ ਕਹਿ ਦਿੰਦੇ ਨੇ ਕਿ ਸਿਰ ਤੇ ਛੱਤ ਹੈ ਨਹੀਂ, ਤੇ ਹੁਣ ਵਧੀਆ ਇਹ ਕਾਰਜ ਜਿਹੜਾ ਨਗਰ ਵਾਲਿਆਂ ਨੇ ਕਰ ਦਿੱਤਾ ਤੇ ਆਪ ਸੰਗਤਾਂ ਸਹਿਯੋਗ ਦੇ ਰਹੇ ਹੋ। ਤੇ ਮੈਂ ਸਮਝਦਾ ਕਿ ਜਿੱਦਾਂ ਢਿੱਲੋਂ ਸਾਹਿਬ ਨੇ ਗੱਲ ਕੀਤੀ ਸੀ ਕਿ ਉੱਥੇ ਹੋਰ ਵੀ ਕਈ ਜਿਹੜੇ ਕਲੱਬ ਨੇ, ਸੋ ਸਾਰੇ ਹੀ ਆਪਾਂ ਰਲ ਮਿਲ ਕੇ ਥੋੜਾ ਥੋੜਾ ਕੀ ਕਹਿੰਦੇ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ। ਸੱਚੀ ਗੱਲ ਹੈ। ਇਹ ਆਪਾਂ ਹੁਣ ਜਿੱਦਾਂ ਬਾਹਰਲੇ ਹੈਗੇ ਆਪਾਂ ਨੂੰ ਨਾ ਕੋਈ ਇੰਨਾ ਬਾਹਲਾ ਮਹਿਸੂਸ ਨਹੀਂ ਹੁੰਦਾ ਜੇ ਆਪਾਂ ਸਾਰੇ ਬੈਂਡ ਟੂਗੈਦਰ ਹੋ ਕੇ, ਤੇ ਜਿੱਦਾਂ ਪਰਿਵਾਰ ਆਪਣੇ ਬਹੁਤ ਜ਼ਿਆਦਾ ਜਿਹੜੇ ਇਸ ਮੋਰਚੇ ਦੇ ਵਿੱਚ ਹਨਾ ਸੱਟ ਸਹਿਣੀ ਪਈ ਆ, ਤੇ ਪਰਮਾਤਮਾ ਕਰੇ ਉਹਨਾਂ ਸਾਰਿਆਂ ਦੀ ਇਸੇ ਤਰ੍ਹਾਂ ਹੈਲਪ ਆਪਾਂ ਕਰ ਸਕੀਏ। ਤੇ ਇਹੋ ਹੀ ਮੈਨੂੰ ਉਮੀਦ ਹੈਗੀ ਆਪਾਂ ਸਾਰੇ ਇਕੱਠੇ ਹੋ ਕੇ ਜ਼ਰੂਰ ਹੋਰ ਪੈਸੇ ਰੇਜ਼ ਕਰਾਂਗੇ ਤੇ ਹੋਰ ਆਪਾਂ ਗਾਂ ਵਾਸਤੇ। ਸੋ ਬਿਲਕੁਲ ਇਸ ਢੰਗ ਦੇ ਨਾਲ ਅੱਜ ਜਿੱਥੇ ਅਸੀਂ ਪਹੁੰਚੇ ਦੂਸਰਾ ਪਰਿਵਾਰ ਹੈ, ਤੇ ਅੱਗੋਂ ਹੋਰ ਵੀ ਕੁਝ ਪਰਿਵਾਰ ਐਸੇ ਨੇ ਜਿਨ੍ਹਾਂ ਤੱਕ ਅਸੀਂ ਪਹੁੰਚ ਕਰਨ ਦਾ ਜਿੱਦਾਂ ਪ੍ਰੋਗਰਾਮ ਹੈ, ਤੇ ਨਾਲ ਨਾਲ ਆਪ ਜੀ ਨੂੰ ਵੀ ਲੈ ਕੇ ਚੱਲਾਂਗੇ ਇੱਥੇ, ਉਹਨਾਂ ਪਰਿਵਾਰਾਂ ਨਾਲ ਮਿਲਾਂਗੇ। ਖੈਰ ਪੰਜਾਬ ਦੇ ਵਿੱਚ ਇੱਕ ਹੋਰ ਚੰਗੀ ਗੱਲ ਇਹ ਹੈ ਕਿ ਇੱਥੇ ਸਰਕਾਰੀ ਨੌਕਰੀ ਜਿਹੜੀ ਹੈ, ਚਾਹੇ ਅਜੇ ਕੰਟਰੈਕਟ ਬੇਸਡ ਟਾਈਪ ਜੀ ਹੁੰਦੀ ਹੈ, ਜਿੱਦਾਂ ਉਹ ਪ੍ਰੋਬੇਸ਼ਨ ਪੀਰੀਅਡ ਕਹਿ ਲਈਏ ਨਾ, ਤੇ ਕੰਸੋਲੀਡੇਟਡ ਸੈਲਰੀ ਹੈ, ਪਰ ਫਿਰ ਵੀ ਮੈਂ ਸਮਝਦਾ ਕਿ ਇਹਨਾਂ ਪਰਿਵਾਰਾਂ ਵਾਸਤੇ ਇੱਕ ਬੜੀ ਵੱਡਾ ਆਸਰਾ ਬਣ ਗਿਆ। ਤੇ ਇਸ ਸੰਘਰਸ਼ ਦੇ ਵਿੱਚ ਜਿਨ੍ਹਾਂ ਦੀ ਜ਼ਿੰਦਗੀ ਲੇਖੇ ਲੱਗੀ ਹੈ, ਉਹਨਾਂ ਦਾ ਐਸਾ ਬਣਦਾ ਮਾਣ ਸਤਿਕਾਰ ਹੁੰਦਾ ਰਹਿਣਾ ਚਾਹੀਦਾ ਜੀ। ਖੁੱਡੀ ਖੁਰਦ ਪਿੰਡ ਹੈ ਜੀ, ਇਹ ਵੀ ਧੌਲੇ ਦੇ ਨਜ਼ਦੀਕ ਹੀ ਪਿੰਡ ਹੈ। ਇੱਥੋਂ ਦਾ ਵੀ ਇੱਕ ਮਜ਼ਦੂਰ ਮਲਕੀਤ ਸਿੰਘ ਜਿਹੜਾ ਕਿ ਕਿਸਾਨੀ ਮੋਰਚੇ 'ਚ ਗਿਆ ਸੀ, ਉਹਨਾਂ ਦੇ ਘਰ ਅੱਜ ਦੁਬਾਰਾ ਆਏ ਆ। ਇਹੀ ਇੰਨੀ ਕੁ ਜਗ੍ਹਾ ਇੱਧਰ ਉਹਨਾਂ ਦੇ ਮਾਤਾ ਜਿਹੜੀ ਹੈ, ਤੇ ਇਹ ਪਰਿਵਾਰ ਦੇ ਕੋਲ ਅਸੀਂ ਪਹੁੰਚੇ ਹੋਏ ਹਾਂ। ਹਾਂਜੀ, ਇਹ ਪਿਤਾ ਜੀ ਨੇ, ਇਹ ਉਹਨਾਂ ਦੇ ਮਾਤਾ ਜੀ ਹੈ। ਤੇ ਥੋੜਾ ਦੱਸਦੇ ਇਹਦੇ ਬਾਰੇ, ਮਲਕੀਤ ਸਿੰਘ ਦੇ ਬਾਰੇ। ਪਿਤਾ ਕਿਸਾਨ ਮੋਰਚੇ ਦੇ। ਅੱਛਾ ਜੀ, ਇਹ ਤਾਂ ਜੀ ਆਪਣੇ ਕਿਸਾਨ ਮੋਰਚੇ ਉੱਥੇ ਆਪਣੇ ਕਿਸਾਨ ਵੀ ਨੇ ਉੱਥੇ ਆਪਣੇ ਦਿੱਲੀ ਜੀ, ਉੱਥੇ ਜਾ ਕੇ ਢਿੱਲਾ ਹੋ ਗਿਆ ਜੀ ਜ਼ਿਆਦਾ। ਢਿੱਲੇ ਉੱਥੇ ਦਵਾ ਦਾ ਇਲਾਜ ਵੀ ਕਰਵਾਇਆ, ਤੇ ਫਿਰ ਉਸ ਤੋਂ ਬਾਅਦ ਬਰਨਾਲੇ ਲਿਆਂਦਾ ਜੀ। ਉਦੋਂ ਬਾਅਦ ਫਿਰ ਉਹਨੇ ਕਿਹੜਾ ਛੁੱਟੀ ਕਰਤੀ ਜੀ, ਦੁਬਾਰੇ ਫੇਰ ਢਿੱਲਾ ਹੋ ਗਿਆ ਜੀ ਉੱਥੇ ਜਾ ਕੇ। ਹਾਂ ਨਹੀਂ, ਫਿਰ ਉਸ ਤੋਂ ਬਾਅਦ ਵਿਚਾਰੇ ਬਸ ਹਾਂਜੀ ਪੀਜੀਆਈ 'ਚ ਮੈਂ ਹਾਂਜੀ ਹਾਂਜੀ। ਸੋ ਇਹ ਸਾਰੇ ਇਲਾਕੇ ਦੇ ਨਿਵਾਸੀ, ਜਿਹੜੇ ਪਿੰਡ ਨਿਵਾਸੀ ਮੌਜੂਦ ਨੇ, ਤੇ ਸਾਡੀ ਟੀਮ ਜਿਹੜੀ ਆ ਸਿੰਘ ਸਭਾ ਬਾਰਕਿੰਗ ਫੁੱਟਬਾਲ ਕਲੱਬ ਦੀ ਟੀਮ ਆਈ ਹੋਈ ਹੈ। ਸੋ ਉਹ ਜਿਹੜੀ ਸੇਵਾ ਇਹਨਾਂ ਨੂੰ ਦੇ ਵਾਸਤੇ, ਕਿਉਂਕਿ ਆਰਥਿਕ ਮਦਦ ਜਿਹੜੀ ਉਹ ਬੜੀ ਜ਼ਰੂਰੀ ਹੁੰਦੀ ਹੈ ਤਾਂ ਕਿ ਨਿਰਬਾਹ ਜਿਹੜਾ ਵਾ ਉਹ ਸਹੀ ਚੱਲਦਾ ਰਹੇ। ਇਹਨਾਂ ਦੇ ਪਰਿਵਾਰ 'ਚੋਂ ਕਿਸੇ ਨੂੰ ਸਰਕਾਰੀ ਨੌਕਰੀ ਵਗੈਰਾ ਤਾਂ ਨਹੀਂ? ਫਾਰਮ ਭਰਿਆ ਜੀ, ਹਾਂਜੀ, ਦੋਤਾ ਰੱਖਿਆ ਹੋਇਆ। ਅੱਛਾ, ਦੋਤੇ ਦਾ ਫਾਰਮ ਭਰਿਆ? ਹਾਂਜੀ। ਹਾਂਜੀ, ਆ ਜਾਓ, ਸਮੇਂ ਲੱਗ ਗਿਆ, ਆ ਜਾਓ। ਸੋ 1 ਲੱਖ ਰੁਪਏ ਦੀ ਜਿਹੜੀ ਸਹਾਇਤਾ ਹੈ ਸਿੰਘ ਸਭਾ ਬਾਰਕਿੰਗ ਫੁੱਟਬਾਲ ਕਲੱਬ ਵੱਲੋਂ। ਸੋ ਇਹ ਆਪਾਂ ਦੇਖ ਸਕਦੇ ਹਾਂ ਕਿ ਇਹ ਜੋ ਹੈ, ਇਹਨਾਂ ਦੇ 2 ਬੇਟੇ ਸਨ, ਤੋ ਇੱਕ ਦੀ ਪਹਿਲਾਂ ਡੈਥ ਹੋ ਗਈ, ਤੇ ਦੂਸਰਾ ਜੋ ਹੈ ਇਹ ਮਲਕੀਤ ਸਿੰਘ, ਉਹਦੀ ਡੈਥ ਹੋਣ ਤੋਂ ਬਾਅਦ ਇਹ ਜ਼ਿਆਦਾ ਮਜਬੂਰੀ ਦੇ ਵਿੱਚ ਹੁਣ ਇਹਨਾਂ ਨੇ ਆਪਣਾ ਦੋਹਤਰਾ ਜਿਹੜਾ ਹੈ ਉਹ ਆਪਣੇ ਕੋਲ ਰੱਖਿਆ, ਤੇ ਉਹਦੇ ਵਾਸਤੇ ਅਪਲਾਈ ਕੀਤਾ ਹੈ ਕਿ ਜੇ ਉਹਨੂੰ ਸਰਕਾਰੀ ਜੋਬ ਜਿਹੜੀ ਪੰਜਾਬ ਸਰਕਾਰ ਨੇ ਮਿਥੀ ਸੀ ਜੋ ਮਿਲ ਜਾਏ, ਤੇ ਘਰਾਂ ਪਰਿਵਾਰਾਂ ਦਾ ਗੁਜ਼ਾਰਾ ਜਿਹੜਾ ਥੋੜਾ ਸੌਖਾ ਹੋ ਜਾਏਗਾ। ਕਿਉਂ ਢਿੱਲੋਂ ਸਾਹਿਬ, ਇਹਨਾਂ ਪਰਿਵਾਰਾਂ 'ਚ ਆ ਕੇ ਦੇਖੋ, ਹੈ ਨਾ, ਦੁੱਖ ਤਾਂ ਬਹੁਤ ਜ਼ਿਆਦਾ ਹੁੰਦਾ ਜੀ, ਤੇ ਇੱਥੇ ਸਾਡੇ ਵੱਸ ਕੁਛ ਨਹੀਂ, ਪਰਮਾਤਮਾ ਜੋ ਕਰਦਾ ਉਹ ਮਿੱਠਾ ਪਾਣਾ ਕਰਕੇ ਮੰਨਣਾ ਪੈਂਦਾ ਜੀ। ਤੇ ਜਿੰਨੇ ਕੁ ਅਸੀਂ ਕਰ ਸਕਦੇ ਮਦਦ, ਉਹ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਹਾਂ ਇਹ ਪਰਿਵਾਰਾਂ ਤੱਕ ਪਹੁੰਚੇ। ਤੇ ਭਾਈ ਸਾਹਿਬ ਆਪਣੇ ਨਾਲ ਆਏ ਜੀ, ਤੁਹਾਡਾ ਕੀ ਨਾਮ ਜੀ? ਰਣਜੀਤ ਸਿੰਘ ਢਿੱਲੋਂ। ਤੇ ਤੁਸੀਂ ਵੀ ਅੱਜ ਸਾਡੇ ਨਾਲ ਚੱਲਦੇ ਪਏ ਹੋ ਸੇਵਾ ਦੇ ਬਾਰੇ, ਥੋੜਾ ਜਿਹਾ ਤੁਸੀਂ ਵੀ ਆਪਣੇ ਵੱਲੋਂ ਕੋਈ ਵਿਚਾਰ ਦਿੰਦੇ? ਜਿੰਨੀ ਕਿ ਸਾਡੇ ਕੋਲ ਹੋ ਸਕੀ ਇਹਨਾਂ ਪਰਿਵਾਰਾਂ ਵਾਸਤੇ ਹੈਲਪ ਕਰ ਰਹੇ ਹਾਂ, ਤੇ ਮਾਲਕ ਅੱਗੇ ਤੋਂ ਵੀ ਕਰਾਉਂਦਾ ਰਹੇ, ਇਹੋ ਹੀ ਕਹਿ ਸਕਦੇ ਹਾਂ ਆਪਾਂ। ਤੇ ਬਹੁਤ
ਬੁਰੀ ਹਾਲਤ ਆ ਘਰਾਂ ਦੀ, ਦੇਖਦੇ ਆਏ ਆ ਪਿੱਛੇ ਵੀ। ਬਿਲਕੁਲ ਇਹ ਜਿਹੜੇ ਪਰਿਵਾਰ ਨੇ ਬੜੇ ਸੰਘਰਸ਼, ਪਹਿਲਾਂ ਜ਼ਿੰਦਗੀ ਦੇ ਸੰਘਰਸ਼ ਚੋਂ ਜੀ ਰਹੇ ਸੀ। ਹਾਂਜੀ ਚੇਅਰਮੈਨ ਸਾਹਿਬ, ਪਹਿਲਾਂ ਸੰਘਰਸ਼ 'ਚ ਸੀਗੇ, ਫਿਰ ਕਿਸਾਨੀ ਸੰਘਰਸ਼ ਸਾਡੀ ਨੇ। ਸੰਗਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦਾ ਅਸੀਂ ਬਹੁਤ ਧੰਨਵਾਦੀ ਹਾਂ, ਤੇ ਢਿੱਲੋਂ ਸਾਹਿਬ ਦਾ ਜਿਹੜੀ ਤੁਸੀਂ ਗਰੀਬ ਪਰਿਵਾਰ ਦੀ ਮਦਦ ਕਰੀ ਹੈ, ਉਹ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਸੱਚੇ ਪਾਤਸ਼ਾਹ ਹੋਰ ਵੀ ਸ਼ਕਤੀ ਦੇਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਦੇਖ ਸਕਦੇ ਹਾਂ ਕਿ ਕਿਉਂਕਿ ਸਾਡੇ ਵਿਚਾਰ ਇਹ ਸੀ ਫੁੱਟਬਾਲ ਕਲੱਬ ਵੱਲੋਂ ਵੀਰਾਂ ਦਾ ਕਿ ਆਪਾਂ ਉਹਨਾਂ ਪਰਿਵਾਰਾਂ ਤੱਕ ਪਹਿਲਾਂ ਪਹੁੰਚ ਕਰੀਏ ਜਿਹੜੇ ਜ਼ਿਆਦਾ ਜਿਨ੍ਹਾਂ ਦੇ ਹਾਲਾਤ ਟਾਈਟ ਨੇ। ਸੋ ਆਪਾਂ ਦੇਖ ਸਕਦੇ ਹਾਂ ਕਿ ਬੜੀ ਥੋੜ੍ਹੀ ਜਿਹੀ ਜਗ੍ਹਾ, ਥੋੜ੍ਹਾ ਜਿਹਾ ਸਾਰਾ ਸਿਸਟਮ ਹੈ ਜਿੱਥੇ ਕਿ ਇਹ ਪਰਿਵਾਰ ਰਹਿ ਰਹੇ ਸੀ। ਅਤੇ ਉਹ ਮਲਕੀਤ ਸਿੰਘ ਜੋ ਹੈ ਉਹਦੇ ਚਲਾਣੇ ਤੋਂ ਬਾਅਦ ਕਾਫੀ ਬਜ਼ੁਰਗ ਮਾਤਾ ਪਿਤਾ ਜਿਹੜੇ ਨੇ ਉਹ ਮੈਂ ਸਮਝਦਾ ਕਿ ਇਸ ਉਮਰ 'ਚ ਸਹਾਰੇ ਦੀ ਲੋੜ ਹੁੰਦੀ ਹੈ, ਬੱਚੇ ਸਹਾਰਾ ਬਣਦੇ ਨੇ, ਅਤੇ ਉਹਦੀ ਮਦਦ ਦੇ ਵਾਸਤੇ ਇੱਥੇ ਆਪਾਂ ਪਹੁੰਚੇ ਹਾਂ। ਸੋ ਇਸ ਢੰਗ ਦੇ ਨਾਲ ਇਹਨਾਂ ਪਰਿਵਾਰਾਂ ਦਾ ਜਿਹੜੇ ਕਿਸਾਨੀ ਸੰਘਰਸ਼ ਦੇ ਜਿਨ੍ਹਾਂ ਦੀ ਜ਼ਿੰਦਗੀ ਲੇਖੇ ਲੱਗੀ ਉਹਨਾਂ ਦੀ ਮਦਦ ਦੇ ਵਾਸਤੇ ਅੱਜ ਜਗ੍ਹਾ ਜਗ੍ਹਾ ਜਾ ਰਹੇ ਹਾਂ। ਤੀਸਰੇ ਪਰਿਵਾਰ ਦੀ ਆਪਾਂ ਸੇਵਾ ਕਰ ਪਾਏ ਹਾਂ ਜੀ। ਧਨੌਲੇ ਪਹੁੰਚੇ ਹਾਂ ਜੀ ਅਸੀਂ ਇਸ ਵਕਤ। ਸ਼ਹੀਦ ਜਨਕ ਰਾਜ ਕਾਕੀ ਜੋ ਕਿ ਕਿਸਾਨੀ ਸੰਘਰਸ਼ ਦੇ ਵਿੱਚ ਜਿਨ੍ਹਾਂ ਨੇ ਆਪਣਾ ਯੋਗਦਾਨ ਜਿੱਥੇ ਪਾ ਰਹੇ ਸਨ, ਉੱਥੇ ਰਿਪੇਅਰ ਦਾ ਕੰਮ ਕਰਦੇ ਸੀ ਅਤੇ ਇਹਨਾਂ ਦੀ ਜ਼ਿੰਦਗੀ ਉਸ ਨੂੰ ਕਿਸਾਨੀ ਸੰਘਰਸ਼ ਦੇ ਲੇਖੇ ਲੱਗੀ। ਅਤੇ ਇਸ ਵਕਤ ਉਹਨਾਂ ਦਾ ਬੇਟਾ ਨਾਲ ਉਹਨਾਂ ਦੇ ਘਰੋਂ ਧਰਮ ਸੁਪਤਨੀ AMC ਸਾਹਿਬ ਨੇ ਇੱਥੋਂ ਦੇ, ਸਾਡੇ ਨਾਲ ਧਨੌਲੇ ਤੋਂ ਮਨੀਸ਼ ਕੁਮਾਰ ਬਾਂਸਲ ਜੀ। ਮਨੀਸ਼ ਜੀ, ਥੋੜ੍ਹਾ ਜਿਹਾ ਆਪ ਜੀ ਪਹਿਲਾਂ ਸਾਨੂੰ ਦੱਸ ਦੇ ਜਨਕ ਰਾਜ ਜੀ ਬਾਰੇ ਜੀ। ਸ਼੍ਰੀ ਜਨਕ ਰਾਜ ਜੀ ਕਾਕੀ ਇੱਕ ਬਹੁਤ ਹੀ ਮੱਧ ਵਰਗੀ ਪਰਿਵਾਰ ਨੂੰ ਸੰਬੰਧ ਰੱਖਦੇ ਸੀ। ਮੱਧ ਵਰਗੀ ਪਰਿਵਾਰ ਦੇ ਵਿੱਚ ਇਹਨਾਂ ਦੀ ਪਤਨੀ, ਇਹਨਾਂ ਦਾ ਬੇਟਾ ਸਾਹਿਲ ਤੇ ਬੇਟੀ ਰੇਖਾ ਜੋ ਕਿ ਮੈਰਿਡ ਹੈ, ਇਹੀ ਇਹਨਾਂ ਦਾ ਪਰਿਵਾਰ ਸੀ। ਇਹ ਸਾਈਕਲ ਰਿਪੇਅਰ ਦਾ ਕੰਮ ਕਰਦੇ ਸੀ। ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਤਾਂ ਧਨੌਲੇ ਤੋਂ ਸੰਗਤ ਮਿਸਤਰੀ ਜੀ ਟਰੈਕਟਰਾਂ ਦੀ ਰਿਪੇਅਰ, ਫ੍ਰੀ ਰਿਪੇਅਰ ਵਾਸਤੇ ਉੱਥੇ ਗਏ ਸੀਗੇ ਸਿੰਘੂ ਬਾਰਡਰ 'ਤੇ। ਤਾਂ ਇਹਨਾਂ ਨੂੰ ਕਿਹਾ ਵੀ ਜਨਕ ਰਾਜ ਜੀ ਤੁਸੀਂ ਵੀ ਸਾਡੇ ਨਾਲ ਚੱਲੋ ਤੇ ਸੇਵਾ ਕਰੋ, ਤੇ ਉਹਨਾਂ ਨੇ ਵੀ ਕਿਹਾ। ਇਹਨਾਂ ਦੀ ਆਪਦੀ ਵੀ ਇੱਛਾ ਸੀ, ਆਪ ਜਾਣਾ ਚਾਹੁੰਦੇ ਸੀ। ਪਿੱਛੋਂ ਪਰਿਵਾਰ ਬੇਸ਼ੱਕ ਮਤਲਬ ਕਿ ਇਹਦੇ ਵਿੱਚ ਰੁਕਾਵਟ ਬਣਦਾ ਹੁੰਦਾ, ਪਰ ਇਹਨਾਂ ਨੇ ਵੀ ਹੱਲਾਸ਼ੇਰੀ ਦੇ ਕੇ ਉਹਨਾਂ ਨੂੰ ਭੇਜਿਆ ਵੀ ਡੈਡੀ ਤੁਹਾਡਾ ਇਹ ਬਹੁਤ ਵਧੀਆ ਕੰਮ ਹੈ ਅਤੇ ਤੁਸੀਂ ਜਾ ਰਹੇ ਹੋ ਅਤੇ ਅਸੀਂ ਵੀ ਤੁਹਾਨੂੰ ਦੁਆਵਾਂ ਦਿੰਦੇ ਹਾਂ, ਸਾਡੀਆਂ ਵੀ ਦੁਆਵਾਂ ਨਾਲ ਨੇ ਅਤੇ ਤੁਸੀਂ ਜਾਓ। ਪਰ ਇਹਨਾਂ ਨੂੰ ਨਹੀਂ ਪਤਾ ਸੀ ਵੀ ਸ਼ਾਇਦ ਆਖਰੀ ਵਾਰ ਇਹ ਹੁਣ ਸਾਨੂੰ ਮਿਲ ਰਹੇ ਨੇ। ਅਤੇ ਉੱਥੇ ਇਹ ਗਏ, ਉੱਥੇ ਰਿਪੇਅਰ ਦਾ ਕੰਮ ਕਰਦੇ ਸੀ ਜੋ ਇਹ ਜਾਣਦੇ ਸੀਗੇ ਕਿਸਾਨੀ ਸੰਘਰਸ਼ ਦੀ ਮਦਦ ਦੇ ਵਿੱਚ। ਅਤੇ ਉੱਥੇ ਇੱਕ ਕਾਰ ਨੂੰ ਅੱਗ ਲੱਗ ਗਈ ਜਿਹਦੇ ਵਿੱਚ ਇਹ ਜਲ ਕੇ ਸ਼ਹੀਦ ਹੋ ਗਏ ਅਤੇ ਵਾਪਸ ਨਹੀਂ ਆਏ। ਪਿੱਛੇ ਆਪਣਾ ਪਰਿਵਾਰ ਦੇ ਵਿੱਚ ਬੱਚਾ ਅਤੇ ਉਹ ਗੁੜੀਆ ਅਤੇ ਆਂਟੀ ਜੀ ਸਾਡੇ ਇਹ ਰਹਿ ਗਏ ਸੀਗੇ। ਅਤੇ ਬਹੁਤ ਇਹਨਾਂ ਨੇ ਮਨ ਸਿੱਟਿਆ, ਪਰ ਧੰਨਵਾਦ ਕਰਦੇ ਹਾਂ ਸਾਰੀਆਂ ਹੀ ਸੰਸਥਾਵਾਂ ਦਾ ਜਿਨ੍ਹਾਂ ਨੇ ਮਤਲਬ ਕਿ ਇੱਕ ਪਰਿਵਾਰ ਸਮਝਦੇ ਹੋਏ, ਇਹਨਾਂ ਨੂੰ ਆਪਦੇ ਬੱਚੇ ਸਮਝਦੇ ਹੋਏ ਇਹਨਾਂ ਨੂੰ ਹੌਸਲਾ ਦਿੱਤਾ ਅਤੇ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ। ਜਿੱਥੇ ਧਨੌਲਾ ਸ਼ਹਿਰ ਦੇ ਲੋਕ ਖੜ੍ਹੇ ਅਤੇ ਬਾਹਰਲੀਆਂ ਸੰਸਥਾਵਾਂ ਨੇ, ਵਿਸ਼ੇਸ਼ ਤੌਰ 'ਤੇ ਕਿਸਾਨ ਯੂਨੀਅਨ ਉਗਰਾਹਾਂ ਨੇ ਵੀ ਇਹਨਾਂ ਨੂੰ ਸਪੋਰਟ ਕੀਤਾ ਨੌਕਰੀ ਦਿਵਾਉਣ ਤੱਕ। ਅਤੇ ਅੱਜ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ ਸਿੰਘ ਸਭਾ ਵਾਰਕਿੰਗ ਫੁੱਟਬਾਲ ਕਲੱਬ ਵੱਲੋਂ ਸਰਦਾਰ ਬਲਦੇਵ ਸਿੰਘ ਢਿੱਲੋਂ ਜੀ ਅਤੇ ਉਹਨਾਂ ਦੀ ਪੂਰੀ ਟੀਮ। ਅੱਜ ਪਰਿਵਾਰ ਨੂੰ ਦੋ ਸ਼ਬਦ ਇਹਨਾਂ ਦੀ ਦੁੱਖ ਦੀ ਘੜੀ ਵਿੱਚ ਦੁੱਖ ਬਣਾਉਣ ਵਾਸਤੇ ਆਏ ਨੇ ਅਤੇ ਇਹਨਾਂ ਨੂੰ ਮਾਲੀ ਮਦਦ ਕਰਨ ਵਾਸਤੇ ਆਏ ਨੇ। ਮੈਂ ਤਹਿ ਦਿਲੋਂ ਧਨੌਲਾ ਸ਼ਹਿਰ ਨਿਵਾਸੀਆਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਅੱਜ ਬੇਸਹਾਰਾ ਪਰਿਵਾਰ ਨੂੰ ਹੌਸਲਾ ਦਿੱਤਾ, ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਤੁਹਾਡੇ ਜਿਹੜੇ ਖਜ਼ਾਨੇ ਨੇ ਉਹ ਅੰਨ ਨਾਲ ਭਰਪੂਰ ਰੱਖਣ, ਹਮੇਸ਼ਾ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ। ਇਹਨਾਂ ਦਾ ਬੇਟਾ ਕੀ ਨਾਮ ਤੁਹਾਡਾ? ਮੇਰਾ ਨਾਮ ਸਾਹਿਲ ਹੈ ਜੀ। ਸਾਹਿਲ, ਹੁਣ ਜੌਬ ਜਿਹੜੀ ਪਤਾ ਲੱਗਿਆ ਕਿ ਮਿਲੀ ਹੈ, ਕਿੱਥੇ ਮਿਲੀ ਹੈ? ਜੋਬ ਮੈਨੂੰ ਬਰਨਾਲੇ ਮਿਲੀ ਜੀ, DC ਆਫਿਸ ਦੇ ਵਿੱਚ। ਇਹ ਕਲੈਰੀਕਲ ਜੋਬ ਹੈ ਅਤੇ ਜੋ ਪੰਜਾਬ ਸਰਕਾਰ ਨੇ ਮੈਨੂੰ ਦੇ ਦਿੱਤੀ ਸੀ 3 ਮਹੀਨੇ ਪਹਿਲਾਂ। ਕਦੋਂ ਤੋਂ ਜੁਆਇਨ ਕੀਤਾ? ਤਕਰੀਬਨ 3 ਮਹੀਨੇ ਹੋ ਚੁੱਕੇ ਆ ਜੀ ਜੁਆਇਨ ਕੀਤੇ ਨੂੰ ਜੀ। ਇਹ ਵੀ ਮੈਂ ਸਮਝਦਾ ਕਿ ਢਿੱਲੋਂ ਸਾਹਿਬ ਇਹ ਅੱਛੀ ਇੱਕ ਪੰਜਾਬ ਸਰਕਾਰ ਦੀ, ਕਿ ਕਿਉਂਕਿ ਐਜੂਕੇਸ਼ਨ ਅੱਛੀ ਸੀ। ਕਿੰਨੀ ਐਜੂਕੇਸ਼ਨ ਤੁਹਾਡੀ? ਮੇਰੀ BA B.Ed ਹੈ ਜੀ। BA B.Ed ਕੀਤੀ ਸੀ ਨਾ, ਇਹਨਾਂ ਨੂੰ ਕਲੈਰੀਕਲ ਜੌਬ ਮਿਲ ਗਈ ਇੱਥੇ ਨਾ। ਹਾਂਜੀ, ਉਪਰਾਲਾ ਇਹ ਹੈਗਾ ਜੀ ਜਿੱਦਾਂ ਤੁਸੀਂ ਕਰ ਰਹੇ ਆ ਨਾ, ਇਹ ਪ੍ਰੈਸ਼ਰਾਈਜ਼ ਕਰਕੇ ਗੌਰਮੈਂਟਾਂ ਨੂੰ ਮਨਾਉਣਾ ਪੈਂਦਾ ਆ
ਇਹ ਸਭ ਕੁਝ ਆਪਾਂ ਮੀਡੀਆ ਦੇ ਨਾਲ ਰਲ ਕੇ ਤੇ ਉਹ ਕੰਮ ਹੋਇਆ ਆ। ਤੇ ਸਭ ਨੂੰ ਵੱਡੀ ਗੱਲ ਹੈਗੀ ਆ ਵੀ ਅਸੀਂ ਧੰਨਵਾਦ ਕਰਦੇ ਹਾਂ ਸੰਗਤ ਚੈਨਲ ਦਾ ਤੇ ਭਾਜੀ ਰਣਧੀਰ ਸਿੰਘ ਦਾ ਤੇ ਔਰ ਤੁਹਾਡਾ ਖੁਦ, ਜਿਨ੍ਹਾਂ ਨੇ ਇਟਸ ਐਕਚੁਅਲੀ ਮੇਡ ਇਟ ਪੋਸੀਬਲ ਵੀ ਜਿਹੜਾ ਪੈਸਾ ਤਾਂ ਸਾਡੇ ਕੋਲ ਪਿਆ ਸੀਗਾ ਟੂ ਗੈਟ ਇਟ ਟੂ ਦ ਰਾਈਟ ਪਲੇਸਿਸ, ਉਹ ਬੜੀ ਮੁਸ਼ਕਲ ਆਉਂਦੀ। ਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ, ਤੇ ਪਰਮਾਤਮਾ ਤੁਹਾਨੂੰ ਇੱਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ। ਬਿਲਕੁਲ, ਇਹ ਸੰਗਤ ਟੀਵੀ ਦਾ ਜਾਂ ਸਾਡਾ ਟਰਸਟ ਦਾ ਸਾਨੂੰ ਸਦਾ ਹੀ ਇਹ ਹੁੰਦਾ ਹੈ ਕਿ ਕਿਉਂਕਿ ਕਾਰਜ ਸੰਗਤ ਦੇ ਹੁੰਦੇ ਨੇ ਸਾਰੇ, ਸੰਗਤ ਟੀਵੀ ਵੀ ਸੰਗਤ ਦਾ, ਤੇ ਅਸੀਂ ਕਦੀ ਵੀ ਕੋਈ ਇਨਫੋਰਮੇਸ਼ਨ ਨੂੰ ਹਾਈਡ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਅਸੀਂ ਤਾਂ ਪ੍ਰੋਤਸਾਹਿਤ ਕਰਦੇ ਹਾਂ। ਤੁਸੀਂ ਅੱਜ ਆਏ ਹੋ, ਅਸੀਂ ਚਾਹਾਂਗੇ ਕਿ ਕੋਈ ਹੋਰ ਵੀ ਆਉਣ, ਤੇ ਕਿਉਂਕਿ ਇਹਨਾਂ ਪਰਿਵਾਰਾਂ ਨੂੰ ਇੱਕ ਗੱਲ ਮਹਿਸੂਸ ਹੋਣੀ ਚਾਹੀਦੀ ਕਿ ਹਾਂ ਸਾਡੇ ਫਾਦਰ ਸਾਹਿਬ ਨੇ ਕੁਰਬਾਨੀ ਦਿੱਤੀ ਹੈ ਕਿਸੇ ਨੋਬਲ ਕਾਜ਼ ਵਾਸਤੇ, ਤੇ ਸਾਰਾ ਭਾਈਚਾਰਾ, ਪੰਜਾਬੀ ਭਾਈਚਾਰਾ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠਾ ਹੈ, ਉਹ ਇਹਨਾਂ ਦੇ ਨਾਲ ਖੜਾ। ਸੋ ਇਹ ਭਾਵਨਾ ਜਿਹੜੀ ਹੈ ਨਾ, ਇਹ ਸਾਡੀ ਪੰਜਾਬੀਅਤ ਦੇ ਹੋਰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਏਗੀ। ਕਿਉਂ ਵੀਰ ਜੀ, ਤੁਸੀਂ ਕੀ ਸਮਝਦੇ ਹੋ? ਜਿਸ ਢੰਗ ਦੇ ਨਾਲ ਦੇਖੋ, ਤੁਸੀਂ ਵੀ ਆਏ ਹੋ ਇੰਨੀ ਦੂਰੋਂ, ਕਾਫੀ ਤੁਸੀਂ ਕਰਕੇ ਆਏ ਹੋ। ਚਲੋ ਜੀ, ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਜਿੰਨੀ ਕੁ ਕੋਸ਼ਿਸ਼ ਕੀਤੀ ਆ ਕਿ ਜਿੰਨੀ ਮਦਦ ਹੋ ਸਕੇ ਇਹਨਾਂ ਦੀ, ਆਪਾਂ ਇਹਨਾਂ ਦੇ ਨਾਲ ਖੜੇ ਹੋਈਏ ਸਾਰੇ ਜਣੇ, ਤੇ ਪਰਮਾਤਮਾ ਹੋਰ ਵੀ ਪਰਿਵਾਰਾਂ ਨੂੰ ਇੱਦਾਂ ਦੀ ਮਦਦ ਕਰਨ ਦਾ ਉਪਰਾਲਾ। ਸੋ ਬਿਲਕੁਲ, ਹਾਂਜੀ, ਐਸੇ ਉਪਰਾਲੇ ਜਿਹੜੇ ਨੇ ਬੜੇ ਜ਼ਰੂਰੀ ਹੁੰਦੇ ਨੇ, ਤਾਂ ਕਿ ਜਿਹਦੇ ਨਾਲ ਇੱਕ ਉਹ ਟਰਮ ਆਉਂਦੀ ਇੰਗਲਿਸ਼ ਦੇ ਵਿੱਚ ਕਿ ਫੀਲਿੰਗ ਆਫ ਬਿਲੋਂਗਿੰਗਨੈਸ, ਕਿ ਅਸੀਂ ਕਿਸੇ ਫਿਰਕੇ ਨੂੰ ਬਿਲੋਂਗ ਕਰਦੇ ਹਾਂ, ਸਾਡਾ ਕੋਈ ਹੈਗਾ। ਤੇ ਅੱਜ ਕਿਉਂ ਸਾਹਿਲ, ਤੁਹਾਨੂੰ ਇਹ ਗੱਲ ਮੈਂ ਸਮਝਦਾ ਥੋੜ੍ਹੀ ਜਿਹੀ ਮਹਿਸੂਸ ਹੁੰਦੀ ਹੋਣੀ ਕਿ ਹਾਂ ਮੇਰੇ ਫਾਦਰ ਨੇ ਜਿਹੜੀ ਕੁਰਬਾਨੀ ਕੀਤੀ ਉਹ ਕਿਸੇ ਲੇਖੇ ਲੱਗੀ ਹੈ। ਜੀ ਜੀ ਜੀ, ਇਹ ਮੈਨੂੰ ਜ਼ਰੂਰ ਮਹਿਸੂਸ ਹੁੰਦੀ ਰਹੂਗੀ, ਮਰਦੇ ਦਮ ਤੱਕ ਮੈਨੂੰ ਮਹਿਸੂਸ ਹੁੰਦੀ ਰਹਿਣੀ ਹੈ ਇਹ ਗੱਲ। ਤੇ ਸਭ ਤੋਂ ਵੱਡੀ ਗੱਲ ਹੈ ਕਿ ਮੈਨੂੰ ਇਹ ਮਾਣ ਮਿਲਿਆ ਕਿ ਮੈਂ ਪੰਜਾਬ ਦੇ ਵਿੱਚ ਜਨਮ ਲਿਆ, ਤੇ ਮੇਰੇ ਨਾਲ ਸਾਰਾ ਪੰਜਾਬ ਖੜਿਆ ਜੀ। ਭੈਣ ਜੀ, ਤੁਸੀਂ ਕੁਝ ਦੋ ਲਫ਼ਜ਼ ਕਹਿਣਾ ਚਾਹੋਗੇ? ਸੋ ਇਹ ਜਿਹੜੀ ਸਾਡੇ ਵੀਰ ਸੇਵਾ ਲੈ ਕੇ ਆਏ ਨੇ ਸਿੰਘ ਸਭਾ ਬਾਰਕਿੰਗ ਫੁੱਟਬਾਲ ਕਲੱਬ ਤੋਂ, ਉਹ ਇਸ ਵਕਤ ਪਰਿਵਾਰ ਨੂੰ ਜਿਹੜੀ ਆ ਭੇਟ ਕੀਤੀ ਜਾ ਰਹੀ ਹੈ। ਤੇ ਨਾਲ ਹੀ ਇਹ 1 ਲੱਖ ਰੁਪਏ ਦੀ ਸਹਾਇਤਾ ਜੋ ਹੈ ਪਰਿਵਾਰ ਨੂੰ ਭੇਟ ਕੀਤੀ ਜਾ ਰਹੀ ਹੈ ਜੀ ਸਿੰਘ ਸਾਹਿਬ ਬਾਰਕਿੰਗ ਫੁੱਟਬਾਲ ਕਲੱਬ ਵੱਲੋਂ। ਸੋ ਮੈਂ ਸਮਝਦਾ ਕਿ ਬਹੁਤ ਵਧੀਆ ਉਪਰਾਲਾ ਇਹਨਾਂ ਸਾਰੇ ਵੀਰਾਂ ਦਾ। ਤੇ ਜਿਹੜੀ ਟੀਮ ਉੱਥੇ ਪਿੱਛੇ ਯੂਕੇ ਦੇ ਵਿੱਚ ਹੈ, ਅਸੀਂ ਉਹਨਾਂ ਨੂੰ ਵੀ ਇਸ ਗੱਲ ਦੇ ਵਾਸਤੇ ਮੁਬਾਰਕਬਾਦ ਦਿੰਦੇ ਹਾਂ ਕਿ ਤੁਹਾਡੀ ਨੇਕ ਸੋਚ ਤੇ ਤੁਹਾਡੀ ਟੀਮ ਦਾ ਇਹ ਨੇਕ ਕਾਰਜ ਜਿਹੜਾ ਇੱਥੇ ਤੁਹਾਡੇ ਸਾਹਮਣੇ ਹੋ ਰਿਹਾ। ਸੋ ਇੱਕ ਬੜਾ ਹੀ ਕੁਰਬਾਨੀ ਵਾਲਾ ਪਰਿਵਾਰ ਜਿਹਦੀ ਕਿ ਆਪਾਂ ਮਦਦ ਕਰ ਪਾ ਰਹੇ ਹਾਂ ਇਸ ਮੌਕੇ 'ਤੇ ਜੀ। ਕਿਸਾਨੀ ਸੰਘਰਸ਼ ਦੇ ਵਿੱਚ ਜ਼ਿੰਦਗੀ ਲੈ ਕੇ ਲਾਉਣ ਵਾਲੇ ਬਹੁਤ ਸਾਰੇ ਪਰਿਵਾਰ ਐਸੇ ਨੇ ਜਿਹੜੇ ਕਿ ਬੇਜ਼ਮੀਨੇ ਮਜ਼ਦੂਰੀ ਕਰਦੇ ਸੀ। ਉਹਨਾਂ 'ਚੋਂ ਇੱਕ ਦਰਸ਼ਨ ਸਿੰਘ ਪਿੰਡ ਦੋਦੜਾ, ਕਾਫੀ ਮਸ਼ਹੂਰ ਪਿੰਡ ਹੈ ਜੀ, ਜਿੱਥੇ ਕਿ ਗੁਰਦੁਆਰਾ ਬ੍ਰਹਮਬੁੰਗਾ ਸਾਹਿਬ ਹੈ। ਇੰਟਰਨੈਸ਼ਨਲ ਲੈਵਲ ਦੇ ਉੱਤੇ ਬਹੁਤ ਸਾਰੀਆਂ ਸੰਗਤਾਂ ਇੱਥੇ ਆਉਂਦੀਆਂ ਨੇ, ਪਰ ਉਸ ਪਿੰਡ ਦਾ ਇੱਕ ਮਜ਼ਦੂਰ ਪਰਿਵਾਰ ਦਰਸ਼ਨ ਸਿੰਘ ਦਾ 65 ਸਾਲ ਉਮਰ ਸੀ ਉਹਨਾਂ ਦੀ, ਤੇ ਕਿਸਾਨੀ ਸੰਘਰਸ਼ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਸੀ ਲਿਖੇ ਲਾਈ ਸੀ। ਅੱਗੋਂ 2 ਉਹਨਾਂ ਦੇ ਬੱਚੇ ਨੇ, ਤੇ ਅੱਜ ਅਸੀਂ ਇਹਨਾਂ ਦੇ ਪਰਿਵਾਰ ਦੇ ਕੋਲ ਪਹੁੰਚੇ ਹਾਂ। ਇਹ ਨਗਰ ਦੇ ਪਤਵੰਤੇ ਬੈਠੇ ਨੇ, ਪੰਚ ਸਾਹਿਬ ਮਿੱਠੂ ਸਿੰਘ, ਤੇ ਇਹ ਉਹਨਾਂ ਦੇ ਵੱਡੇ, ਤੁਹਾਡਾ ਕੀ ਨਾਂ ਜੀ? ਬਹਾਦਰ ਸਿੰਘ, ਦਰਸ਼ਨ ਸਿੰਘ ਦੇ ਛੋਟੇ ਭਰਾ। ਤੇ ਇਹ ਤਾਂ ਚੇਅਰਮੈਨ ਸਾਹਿਬ ਸਾਡੇ ਨਾਲ ਹੀ ਗੁਰਤੇਜ ਸਿੰਘ ਜੀ ਧੌਲਾ। ਇਹ ਵੱਡਾ ਬੇਟਾ ਜੀ ਦਰਸ਼ਨ ਸਿੰਘ ਦਾ, ਮੇਵਾ ਸਿੰਘ। ਇਹ ਇੱਕ ਛੋਟਾ ਬੇਟਾ, ਹਾਂਜੀ, ਅਮਰੀਕ ਸਿੰਘ ਛੋਟਾ ਹੈ। ਸੋ ਮਾਤਾ ਵੀ ਮੇਰੇ ਖਿਆਲ ਇਹਨਾਂ ਦੀ ਚੜ੍ਹਾਈ ਕਰਕੇ ਨਾ, ਹਾਂਜੀ। ਸੋ ਇਹ ਦੋਨੋਂ ਬੇਟੇ ਹੀ ਨੇ ਜੀ ਉਹਨਾਂ ਤੋਂ, ਤੇ ਆਪਾਂ ਇਹਨਾਂ ਨੂੰ ਇਸ ਵੇਲੇ ਸਾਰੀ ਟੀਮ ਪਹੁੰਚੀ ਹੋਈ ਹੈ। ਚਲੋ ਆਇਆ ਤੂਤਾਂ ਦੀ ਛਾਂ ਥੱਲੇ ਬਹਿ ਕੇ, ਹਾਂਜੀ ਹਾਂਜੀ ਵੀਰ ਜੀ। ਨਹੀਂ ਚਲੋ ਪਹਿਲਾਂ ਤੁਸੀਂ ਦੱਸੋ, ਤੂਤ ਦੀ ਛਾਂ ਥੱਲੇ ਬਹਿ ਕੇ ਬਹੁਤ ਵਧੀਆ ਲੱਗਦਾ, ਤੂਤ ਦੀ ਛਾਂ ਥੱਲੇ। ਹਾਂ, ਵੇਖ ਲਓ ਕਿ ਅੱਜ ਵੀ
ਹਾਂਜੀ ਇਹ ਆਪਣੇ ਪੰਜਾਬ ਦੀ ਏਸੀ ਆ ਜੀ। ਉਦਾਂ ਤੇ ਕੜਾਕੀ ਧੁੱਪ ਲੱਗੀ ਆ, ਪਰ ਇਦਾਂ ਵੀ ਇੱਥੇ ਬੈਠ ਕੇ ਨਜ਼ਾਰਾ ਵੀ ਆਉਂਦਾ ਹੈ। ਹਾਂਜੀ ਵੇਖ ਲਓ, ਮੈਂ ਫਿਰ ਗੱਲ ਦੁਹਰਾ ਰਿਹਾ ਕਿ ਬੜੇ ਮੀਡੀਆ ਨੇ ਸ਼ੋਰ ਕੀਤਾ ਹੋਇਆ ਸੀਗਾ ਜੀ ਜਦੋਂ ਸੰਘਰਸ਼ ਚੱਲਦਾ ਸੀ, ਕਿ ਕਹਿੰਦੇ ਸੀ ਵੀ ਸਾਰੇ ਜੱਟ ਜ਼ਿਮੀਂਦਾਰੀ ਨੇ, ਮਜ਼ਦੂਰ ਕੋਈ ਨਹੀਂ ਗਿਆ। ਤੇ ਅਸੀਂ ਸਵੇਰ ਦੇ ਚੱਲੇ ਹਾਂ ਤੇ ਚੌਥਾ ਮਜ਼ਦੂਰ ਪਰਿਵਾਰ ਆ। ਇੱਕ ਮਕੈਨਿਕ ਸੀ ਤੇ ਪੰਜਾਂ ਦੇ ਕੋਲ ਆਏ ਹਾਂ ਅਸੀਂ। ਤੇ ਨਾ ਦੋ ਗੱਲਾਂ ਇਹਦੇ 'ਚ ਦੇਸ਼ ਵਿਦੇਸ਼ ਦੀ ਸਾਰੀ ਸੰਗਤ ਦੇ ਨਾਲ ਜਿਹੜੀਆਂ ਸਾਡੀ ਇਸ ਗੱਲ ਤੋਂ ਸਿੱਧ ਹੁੰਦੀਆਂ ਨੇ, ਕਿ ਇੱਕ ਤਾਂ ਇਹ ਕਿ ਇਸ ਸੰਘਰਸ਼ ਨੇ ਸਾਨੂੰ ਜਿੱਥੇ ਹੋਰ ਬਹੁਤ ਕੁਝ ਸਿਖਾਇਆ, ਉੱਥੇ ਸਾਨੂੰ ਇੱਕ ਸਿਖਾਇਆ ਕਿ ਕਿਵੇਂ ਏਕੇ ਦੇ ਨਾਲ ਕਿੱਦਾਂ ਚੱਲਣਾ। ਤੇ ਆਹ ਜਿਹੜਾ ਕਾਰਜ ਹੋ ਰਿਹਾ ਨਾ, ਚਾਹੇ ਪਹਿਲਾਂ ਸੰਗਤ ਏਡ ਦੇ ਜ਼ਰੀਏ ਆਪਾਂ ਸੇਵਾ ਕਰ ਪਾਏ ਜਾਂ ਹੋਰ ਸੰਸਥਾਵਾਂ, ਅੱਜ ਭਾਈ ਸਾਹਿਬ ਹੋਰੀ, ਬਲਦੇਵ ਸਿੰਘ ਢਿੱਲੋਂ ਸਾਹਿਬ, ਇਹਨਾਂ ਦੀ ਸਾਰੀ ਟੀਮ ਆਈ ਹੈ। ਇਹ ਕੰਮ ਬਹੁਤ ਹੀ ਮੈਂ ਸਮਝਦਾ ਸਿਰੇ ਦਾ, ਤਾਂ ਕਿ ਇਹਨਾਂ ਪਰਿਵਾਰਾਂ ਨੂੰ ਲੱਗੇ ਕਿ ਅਸੀਂ ਇਕੱਲੇ ਨਹੀਂ ਹੈ, ਕਿ ਸਾਡੇ ਪਿੱਛੇ ਵੇਖੋ ਕਿੱਥੇ ਕਿੱਥੇ ਬੈਠੇ ਲੋਕ ਜਿਹੜੇ ਸਾਡੇ ਬਾਰੇ ਸੋਚਦੇ ਆ ਨਾ। ਤੇ ਇਹ ਗੱਲ ਵੱਡੀ ਹੈ ਮੈਂ ਸਮਝਦਾ। ਤੇ ਸਮੇਂ ਸਮੇਂ ਤੇ ਇੱਦਾਂ ਦਾ ਇੱਕ ਸਪੋਰਟ ਜਿਹੜੀ ਮਿਲਣੀ ਚਾਹੀਦੀ ਹੈ। ਨਹੀਂ ਤੇ ਕਈ ਵਾਰੀ ਸਮਾਜ 'ਚ ਨਾ ਸੰਗਤ ਜੀ ਇੱਦਾਂ ਹੋ ਜਾਂਦਾ ਕਿ ਜਿਹੜੇ ਆਂਢੀ ਗੁਆਂਢੀ ਹੈ ਨਾ, ਉਹੋ ਹੀ ਤਾਨੇ ਮਿਹਣੇ ਦੇਣੋਂ ਨਹੀਂ ਹਟਦੇ। ਜਿਵੇਂ ਅਸੀਂ ਉਹ ਮਕੈਨਿਕ ਪਿੱਛੇ ਭਾਜੀ ਗਏ ਆ, ਧਨੌਲੇ ਹੋ ਕੇ ਆਏ ਆ, ਉਹ ਹੁਣ ਪੜ੍ਹਿਆ ਲਿਖਿਆ ਮੁੰਡਾ ਸੀ, BA B.Ed। ਤੇ ਜੇ ਆਪਾਂ ਸਾਰੇ ਪੰਜਾਬੀ ਨਾ ਉਹਦੀ ਸਪੋਰਟ ਕਰਦੇ ਪਰਿਵਾਰ ਦੀ, ਤੇ ਉਹ ਰਿਸ਼ਤੇਦਾਰਾਂ ਨੇ ਮਾਰ ਦੇਣਾ ਸੀ, ਤੁਸੀਂ ਆਪੇ ਉਹ ਮਰਵਾ ਲਿਆ ਉੱਥੇ, ਤੇ ਤੁਹਾਡੀ ਕਿਹੜੀ ਜ਼ਮੀਨ ਸੀ, ਹਨਾ। ਇਦਾਂ ਦੇ ਤਾਨੇ ਮਿਹਣੇ ਬੜੇ ਸੁਣਨ ਨੂੰ ਪੈਣੇ ਸੀ ਉਹਨਾਂ ਨੂੰ। ਨਹੀਂ, ਉਹਨਾਂ ਨੇ ਇੱਕ ਗੱਲ ਮੈਨੂੰ ਤੁਰ ਲੱਗਿਆ ਨੇ ਵੀ ਆਖੀ ਵੀ ਇਹ ਇੱਕ ਨਾ ਬਹੁਤ ਵੱਡਾ ਥੱਪੜ ਸਰਕਾਰ ਦੇ ਮੂੰਹ ਤੇ ਆ, ਵੀ ਇਹ ਤਾਂ ਸਾਨੂੰ ਪਾੜ ਕੇ ਰੱਖਦੇ ਸੀਗੇ ਵੀ ਅਸੀਂ ਨਾ ਜ਼ਮੀਨ ਵਾਲੇ ਤੇ ਨਾ ਹੀ ਆਪਾਂ ਸਿੱਖਾਂ ਦੇ ਨਾਲ, ਆਪਾਂ ਨੂੰ ਸਿੱਖਾਂ ਦੇ ਨਾਲ ਜੋੜਦੇ ਸੀ ਵੀ ਸੰਘਰਸ਼ ਕਰ ਰਹੇ ਆ, ਸਾਰੇ ਸਿੱਖ ਹੀ ਕਰ ਰਹੇ ਆ, ਅੱਤਵਾਦੀ ਆ, ਅੱਤਵਾਦੀ ਕਈ ਤਰ੍ਹਾਂ ਦੀ ਬਸ ਹੀ ਬਸ। ਤੇ ਉਹਨਾਂ ਇਹਨਾਂ ਆਖਿਆ ਵੀ ਸਾਡੇ ਨਾਲ ਤੁਸੀਂ ਕਿੱਡੀ ਦੂਰੋਂ ਆਣ ਕੇ ਸਾਥ ਦੇ ਰਹੇ ਆ, ਇਹ ਸਾਨੂੰ ਬਹੁਤ ਜ਼ਿਆਦਾ ਮਾਣ ਜੀ ਮਹਿਸੂਸ ਹੋਇਆ। ਬਿਲਕੁਲ। ਤੇ ਇਹ ਬੜੀ ਵੱਡੀ ਗੱਲ ਹੈ, ਕਿਉਂਕਿ ਇਸ ਸੰਘਰਸ਼ ਨੇ ਸਾਨੂੰ ਜੋੜਿਆ। ਸੱਚੀ ਗੱਲ, ਜਿਹੜੀ ਵਖਰੇਵੇਂ ਸਰਕਾਰਾਂ ਨੇ ਜਦ ਪਾਏ ਸੀ ਨਾ ਵੀ ਪਾੜੋ ਤੇ ਰਾਜ ਕਰੋ, ਉਹ ਪੂਰ ਦੇ ਉੱਤੇ ਖੱਡਿਆ। ਇਸ ਸੰਘਰਸ਼ ਨੇ ਤੇ ਇੱਦਾਂ ਵੀ ਆਪਣੇ ਹਰਿਆਣਾ, ਪੰਜਾਬ ਔਰ ਇੱਥੇ ਦੇ ਜਿਹੜੇ ਵੀ ਧਰਮ ਦੇ ਰਹਿ ਰਹੇ ਆ ਨਾ, ਉਹਨਾਂ ਨੂੰ ਇਕੱਠੇ ਇੱਕ ਮੁੱਠ ਕਰਕੇ ਨਿਕਾਲ ਦਿੱਤਾ। ਗਾਂ ਸੰਘਰਸ਼ ਲੜਨ ਵਾਸਤੇ ਵੀ ਹੈ ਨਾ, ਇਹਨਾਂ ਨੂੰ ਕਾਮਯਾਬ ਕਰ ਦਿੱਤਾ ਹੈ। ਥਾਂ ਥਾਂ ਇਹੋ ਲੜਾਈ ਕਰ ਸਕਦੇ ਆ, ਔਰ ਏਕਾ ਕਰਕੇ ਇਹਨਾਂ ਨੂੰ ਯਾਦ ਆ ਗਈ ਵੀ ਸ਼ਾਂਤਮਈ ਸੰਘਰਸ਼ ਕਿੱਦਾਂ ਕਰਨਾ ਤੇ ਕਿੱਦਾਂ ਜਿੱਤਣਾ। ਹਾਂਜੀ, ਸੋ ਇਹ ਬੜੀ ਵੱਡੀ ਗੱਲ ਹੈ। ਉਹ ਸਾਹਿਲ ਲੜਕੇ ਦਾ ਨਾਂ ਜਨਕਰਾਜ, ਜਿਹੜਾ ਮਕੈਨਿਕ ਸੀ, ਜਿਹਦੀ ਜ਼ਿੰਦਗੀ ਲੇਖੇ ਲੱਗੀ। ਸੱਚਮੁੱਚ ਇਸ ਪੱਖ ਤੇ ਮੇਰਾ ਕਦੀ ਧਿਆਨ ਨਹੀਂ ਗਿਆ। ਅੱਜ ਤੁਸੀਂ ਉਹਨਾਂ ਦੇ ਜਿਹੜੇ ਵਰਡਿੰਗ ਸਾਂਝੀ ਕੀਤੀ ਹੈ ਕਿ ਪੰਜਾਬ ਦਾ ਵੀ ਹਿੰਦੂ ਸਿੱਖ ਦਾ ਜਿਹੜਾ ਪਾੜਾ ਪਾਇਆ ਹੋਇਆ ਸੀਗਾ ਨਾ, ਉਹ ਵੀ ਇਸ ਸੰਘਰਸ਼ ਦੇ ਰਾਹੀਂ ਸੱਚੀ ਗੱਲ ਹੈ। ਤੇ ਉਹਨਾਂ ਨੂੰ ਆਪ ਮਹਿਸੂਸ ਬਹੁਤ ਜ਼ਿਆਦਾ ਹੋਇਆ। ਉਹ ਕਹਿੰਦੇ ਵੀ ਅਸੀਂ ਹੈ ਨਾ ਆਪਣੇ ਆਪ ਨੂੰ ਜਿੱਦਾਂ ਵੀ ਬਹੁਤ ਕਿਸਮਤ ਵਾਲੇ ਸਮਝਦੇ ਹਾਂ ਵੀ ਤੁਸੀਂ ਐਡੀ ਦੂਰੋਂ ਆਣ ਕੇ ਸਾਡੇ ਨਾਲ ਦੁੱਖ ਸਾਂਝਾ ਕਰ ਰਹੇ ਆ। ਤੇ ਨਹੀਂ ਤੇ ਉਹਨਾਂ ਨੂੰ ਕਿੱਥੇ ਬਾਰਕਿੰਗ, ਕਿੱਥੇ ਧਨੌਲਾ, ਤੇ ਇੱਕ ਛੋਟਾ ਜਿਹਾ ਪਰਿਵਾਰ। ਪਰ ਜੇ ਉਹਨਾਂ ਨੇ ਕੁਝ ਵੱਡਾ ਕੀਤਾ ਉਹਨਾਂ ਦੇ ਪਰਿਵਾਰ ਦੇ ਕਿਸੇ ਜੀ ਨੇ, ਜਾਂ ਹੁਣ ਇਸ ਵੇਲੇ ਵੇਖੋ ਅਸੀਂ ਇੱਥੇ ਬੈਠੇ ਹਾਂ, ਦੋਦੜਾ ਪਿੰਡ ਚਾਹੇ ਬਹੁਤ ਮਸ਼ਹੂਰ ਹੈ ਇੱਥੋਂ ਦੇ ਜਿਹੜੇ ਗੁਰਦੁਆਰਾ ਸਾਹਿਬ ਕਰਕੇ, ਹਾਂਜੀ ਬ੍ਰਹਮਬੁੰਗਾ ਗੁਰਦੁਆਰਾ ਸਾਹਿਬ ਦਾ ਕਰਕੇ ਬਹੁਤ ਮਸ਼ਹੂਰ ਆ। ਪਰ ਇਸ ਘਰ ਦੇ ਵਿੱਚ ਕਿੰਨੇ ਆਉਣਾ ਸੀ ਇੰਗਲੈਂਡ ਤੋਂ। ਸੱਚੀ ਗੱਲ, ਇਸ ਘਰ 'ਚ ਹੁਣ ਮੇਰੇ ਖਿਆਲ ਦੂਜਾ ਤੀਜਾ ਫੇਰਾ ਤਾਂ ਸਾਡਾ ਹੀ ਹੈ, ਜਦੋਂ ਆਈ ਦਾ ਕੋਈ ਨਾ ਕੋਈ ਹੋਰ ਸਾਥੀ ਆਉਂਦੇ ਨੇ, ਹਨਾ। ਸੋ ਇਹ ਇੱਕ ਬੜੀ ਵੱਡੀ ਗੱਲ ਹੈ। ਤੇ ਕਿਸੇ ਹੱਦ ਤੱਕ ਮੈਂ ਵੀ ਵੇਖਿਆ ਕਿ ਸਰਕਾਰਾਂ ਵੀ ਪਰੇਸ਼ਾਨ ਹੋਈਆਂ ਸੀ ਇਸ ਏਕੇ ਤੋਂ। ਸੱਚੀ ਗੱਲ ਹੈ, ਹਾਂ ਬਿਲਕੁਲ। ਉਹਨਾਂ ਨੂੰ ਇੱਕ ਰੀ ਝੰਜੋੜ ਕੇ ਰੱਖ ਦਿੱਤਾ ਆ। ਗਾਂ ਵੀ ਕਦੀ ਹੈ ਨਾ ਇੱਦਾਂ ਦਾ ਸਟੈਪ ਛੇਤੀ ਕੀਤੇ ਲੈ ਨਹੀਂ ਸਕਣਗੀਆਂ, ਨਾ ਲੈਣਗੀਆਂ ਤਾਂ ਨਾ ਲੈ ਸਕਣਗੀਆਂ। ਜਿਹੜਾ ਏਕਾ ਹੈਗਾ, ਏਕਾ ਇਹਨਾਂ ਨੇ ਦਿਖਾਲ ਦਿੱਤਾ ਹੈ। ਬਿਲਕੁਲ, ਸਿਰ ਜੋੜ ਕੇ ਹੈ। ਏਕਤਾ ਮੈਂ ਬਲ ਹੈ, ਉਹ ਪੜ੍ਹਦੇ ਸੀ ਨਿੱਕੇ ਹੁੰਦਿਆਂ ਦੇ ਕਹਾਣੀਆਂ, ਤੇ ਉਹਦਾ ਇੱਕ ਬੜਾ ਵੱਡਾ ਪ੍ਰੈਕਟੀਕਲ ਜਿਹੜਾ ਇੱਥੇ ਮਿਲਿਆ। ਹਾਂਜੀ ਭਾਜੀ, ਤੁਸੀਂ ਵੀ ਥੋੜੀ ਜਿਹੀ। ਹਾਂਜੀ
ਤੂਤਾਂ ਵਾਲੇ ਖੂਹ ਦੀਆਂ ਕਹਾਣੀਆਂ ਨਿੱਕੇ ਹੁੰਦਿਆਂ ਪੜ੍ਹਦੇ ਰਹੇ ਆ ਹੈਂ ਤੇ ਇਸ ਵੇਲੇ ਇੱਕ ਜੋ ਹੋਰ ਤੁਸੀਂ ਗੱਲ ਕਰ ਰਹੇ ਸੀ ਨਾ, ਸਾਡੇ ਨਿਊ ਬੋਰਨ ਜਿਹੜੇ ਨੇ ਉੱਥੇ ਦੇ ਆ ਜਾਂ ਅਗਲੀ ਪੀੜ੍ਹੀ, ਉਹਨੂੰ ਆ ਵੀ ਦੱਸੋ। ਹਾਂ ਤੁਸੀਂ ਦੱਸੋ, ਇਹ ਆ ਜਿਹੜੀ ਬੈਰੀ ਆ, ਸਟ੍ਰਾਬੈਰੀ ਤਾਂ ਬਹੁਤ ਖਾਂਦੇ ਨੇ ਉੱਥੇ, ਆ ਪੰਜਾਬੀ ਬੈਰੀਆਂ ਹੈ, ਅਸੀਂ ਤਾਂ ਤੂਤੀਆਂ ਕਹਿੰਦੇ ਆ ਨਾ ਜੀ, ਹੁਣ ਉਹਨਾਂ ਨੇ ਪਤਾ ਨਹੀਂ ਕੀ ਕਹਿਣਾ ਇਹਨੂੰ। ਆਹ ਦੇਖ ਲਓ ਜੀ, ਇਹ ਬੜੀਆਂ ਮਿੱਠੀਆਂ ਹੁੰਦੀਆਂ, ਨਿੱਕੇ ਹੁੰਦੇ ਬਹੁਤ ਖਾਂਦੇ ਰਹੇ ਆ। ਹਿਸਾਬ ਦੇ ਨਾਲ ਹਾਂ ਬਲੈਕਬੇਰੀਜ਼ ਹੁੰਦੀਆਂ ਬਲੈਕਬੇਰੀਜ਼ ਆ, ਬਲੈਕਬੇਰੀ ਵਾਂਗੂ ਹੀ ਆ ਤੂਤਾਂ। ਹਾਂ ਇਹ ਤੂਤਾਂ ਅਸੀਂ ਇਹਨੂੰ ਬੋਲਦੇ ਆ ਆਪਣੇ, ਤੇ ਇਸ ਵੇਲੇ ਪੂਰੀ ਰਸ ਨਾਲ ਭਰੀ ਹੋਈ ਹੈ। ਹਾਂਜੀ ਉਧਰ ਆਪਣੇ ਇੰਗਲੈਂਡ ਲਾਗੇ ਨੇ, ਉਹ ਹੁੰਦੇ ਬੂਟੇ ਛੋਟੇ ਛੋਟੇ, ਔਰ ਲੱਗਦੀ ਇਹੋ ਹੀ ਚੀਜ਼ ਆ। ਹੁਣ ਆਪਣੇ ਤਾਂ ਤੂਤਾਂ ਜਿਹੜੀ ਆਪਣੀ ਪੰਜਾਬ ਦੀ ਏਸੀ ਆ ਨਾ, ਇਹਦੇ ਥੱਲੇ ਬੈਠ ਕੇ ਤਾਂ ਤੋੜ ਕੇ ਸਾਨੂੰ ਚੇਤਾ ਜੇ ਛੋਟੇ ਛੋਟੇ ਹੁੰਦੇ ਸੀ ਵੀ ਇੱਥੇ ਆਣ ਕੇ ਇਹੋ ਤੋੜ ਕੇ ਖਾਣੀਆਂ ਤੇ ਨਾਲੇ ਠੰਡੀ ਛਾਂ ਬੈਠੀ ਰਹਿਣਾ, ਤੂਤਾਂ ਦੀ ਛਾਂ। ਦੇਖੋ ਬੜੀ ਸੰਘਣੀ ਛਾਂ ਇਹਨਾਂ ਦਰਖਤਾਂ ਦੀ ਆ ਤੇ ਬੜਾ ਹੀ ਮਜ਼ਬੂਤ ਦਰਖਤ ਹੁੰਦਾ। ਸੋ ਜਿੱਥੇ ਅਸੀਂ ਆਪਣੇ ਉਸ ਕਿਸਾਨੀ ਸੰਘਰਸ਼ ਦੇ ਯੋਧੇ ਨੂੰ ਯਾਦ ਕਰਨ ਆਏ ਆ, ਉੱਥੇ ਅੱਜ ਇਹ ਪੁਰਾਣੇ ਘਰ, ਇਦਾਂ ਦੇ ਘਰ ਵੀ ਵੈਸੇ ਹੁਣ ਪੰਜਾਬ 'ਚ ਥੋੜ੍ਹੇ ਰਿਹਾ, ਪਰ ਚਲੋ ਤੁਹਾਨੂੰ ਵੀਰ ਕਿੱਦਾਂ ਦਾ ਲੱਗਦਾ? ਅਸੀਂ ਜਾਂ ਹੋਰ ਵੀ ਬਹੁਤ ਸਾਰੇ ਵੀਰ ਤੁਹਾਡੇ ਕੋਲ ਆਏ ਹੋਣਗੇ, ਪੰਜਾਬੀ ਜਿਹੜੇ ਆਉਂਦੇ ਨੇ ਤੁਹਾਡੇ ਨਾਲ ਦੁੱਖ ਸਾਂਝਾ ਕਰਨ ਜਾਂ ਕੋਈ ਸਪੋਰਟ ਦੇਣ, ਕੀ ਮਹਿਸੂਸ ਹੁੰਦਾ? ਸਾਨੂੰ ਤਾਂ ਜੀ ਇਹੀ ਹੁੰਦਾ ਵੀ ਚਲੋ ਡੈਡੀ ਸੀਗਾ ਜੀ ਸਾਡਾ, ਜਾਂਦਾ ਰਹਿੰਦਾ ਸੀਗਾ ਜੀ, ਧੰਨਵਾਦ ਹੀ ਹੈ ਜੀ ਤੁਹਾਡਾ। ਤੇ ਚਲੋ ਜੀ ਉਹਨੇ ਸੰਘਰਸ਼ ਵਾਸਤੇ ਉਹ ਜਾਂਦਾ ਸੀਗਾ ਜੀ, ਤੇ ਹਰ ਵਾਰੀ ਜਾਂਦਾ ਸੀਗਾ ਉਹ, ਵੀ ਉਹ ਕਿਸੇ ਦੀ ਮੰਨਦਾ ਨਹੀਂ ਸੀ, ਵੀ ਉਹਨੂੰ ਸੰਘਰਸ਼ ਦੇ ਨਾਲ ਬਹੁਤ ਪਿਆਰ ਸੀਗਾ ਜੀ, ਤੇ ਹਰ ਵਾਰੀ ਜਾਂਦਾ ਸੀਗਾ ਜੀ। ਤੇ ਵਧੀਆ ਠੀਕ ਆ, ਬੰਦਾ ਨੂੰ ਵਧੀਆ ਨੌਲੇਜ ਸੀਗੀ ਜੀ, ਨਰਮ ਪਰਿਵਾਰ ਦਾ ਮੈਂਬਰ ਸੀਗਾ ਜੀ। ਹਾਂਜੀ ਤੁਹਾਡੇ ਵੱਡੇ ਭਾਈ ਸਾਹਿਬ ਸੀਗੇ ਬਹਾਦਰ ਸਿੰਘ ਜੀ, ਤੁਸੀਂ ਕੁਝ ਉਹਨਾਂ ਬਾਰੇ ਦੱਸੋ। ਹਾਂ ਅਸੀਂ ਵੀ ਜਾਣਦੇ ਦੇ ਨਾਲ, ਉਹਨਾਂ ਦੇ ਇਹਨਾਂ ਦੇ ਨਾਲ ਜੁੜੇ ਹੋਏ ਬੰਦੇ ਅਸੀਂ ਵੀ ਸਾਰੇ ਜਾਣਦੇ ਹਾਂ, ਪਰਿਵਾਰ ਸਾਡਾ ਸਾਰਾ ਜਾਂਦਾ ਹੈਗਾ। ਤੇ ਸਾਨੂੰ ਕਿੱਦਾਂ ਦਾ ਸੁਭਾਅ ਕਿੱਦਾਂ ਦਾ ਸੀ ਦਰਸ਼ਨ ਸਿੰਘ? ਬਹੁਤ ਨਰਮ ਸੁਭਾਅ। ਹਾਂਜੀ ਬਾਕੀ ਸਾਡੇ ਮੈਂਬਰ ਨੂੰ ਵੀ ਪਤਾ ਸੀ, ਸਾਡਾ ਆ ਮੈਂਬਰ ਵੀ ਸਾਡਾ ਹੀ ਹੈਗਾ ਜੀ। ਹਾਂਜੀ ਨਰਮਤੀ ਬੰਦਾ ਦਰਸ਼ਨ ਸਿੰਘ, ਬਹੁਤ ਵਧੀਆ ਨਰਮਤੀ ਦਰਸ਼ਨ ਸਿੰਘ ਬੰਦਾ, ਜਾਂਦਾ ਤੀ ਯਾਰ ਬਾਤ ਕਿਤੇ ਵਜ੍ਹਾ ਹੋ ਨਹੀਂ ਕਰਦਾ ਸੀਗਾ, ਜਦੋਂ ਵੀ ਉਹਨੂੰ ਸੁਨੇਹਾ ਲਾਉਂਦੇ ਉਹਦੀ ਜੂਨੀਅਰ ਨਾਲ ਜਾਂ ਪੱਕਾ ਜਾਂਦਾ ਸੀ। ਹਾਂਜੀ ਬਾਕੀ ਸਾਰੀ ਟੀਮ ਦਾ ਜੀ ਧੰਨਵਾਦ ਕਰਦੇ ਹਾਂ ਜੀ, ਗਰੀਬ ਪਰਿਵਾਰ ਨੂੰ ਵਧੀਆ ਸਹਾਇਤਾ ਕਰਦੇ ਹੋ, ਪਹਿਲਾਂ ਵੀ ਵੀਰ ਆਏ ਨੇ, ਸ਼ਾਬਾਸ਼ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ, ਜਿਹੜੇ ਵਿਚਾਰਿਆਂ ਦਾ ਵਿਚਾਰੇ ਗਰੀਬਾਂ ਨੂੰ ਉਹ ਕਰਕੇ ਜਾਂਦੇ। ਬਿਲਕੁਲ ਮੈਂ ਸਮਝਦਾ ਕਿ ਇਹ ਕਾਰਜ ਬੜਾ ਵਧੀਆ, ਸਾਰੇ ਆਪਾਂ ਰਲ ਮਿਲ ਕੇ ਇਦਾਂ ਦਾ ਕੰਮ ਕਰਦੇ ਰਹੀਏ। ਢਿੱਲੋਂ ਸਾਹਿਬ ਇੱਕ ਗੱਲ ਹੋਰ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹਾਂਗਾ, ਇਹਦੇ ਨਾਲ ਹੀ ਨਾਲ ਸੰਗਤ ਏਡ ਵੱਲੋਂ ਨਾ ਜਿਹੜੇ ਹਰਿਆਣੇ ਦੇ ਬੱਚੇ, ਛੋਟੇ ਬੱਚੇ ਜਿਹੜੇ ਸਕੂਲ ਜਾਣ ਵਾਲੇ ਜਾਂ ਕਾਲਜ ਵਾਲੇ, ਉਹਨਾਂ ਦੀ ਪੜ੍ਹਾਈ ਦਾ ਵੀ ਸ਼ੁਰੂ ਕੀਤਾ ਹੋਇਆ ਜੀ ਲਾਸਟ ਈਅਰ ਤੋਂ। ਹੁਣ ਸੈਕੰਡ ਈਅਰ ਵਾਸਤੇ ਉਹਨਾਂ ਦੀ ਹੁਣ ਅਸੀਂ ਜਾਣਾ ਵਿਸਾਖੀ ਤੋਂ ਬਾਅਦ। ਸੋ ਉਹ ਹਰਿਆਣੇ ਦੇ ਵਿੱਚ ਇਸ ਗੱਲ ਦਾ ਬੜਾ ਇੱਕ ਅਸਰ ਲੋਕਾਂ ਦੇ ਮਨਾਂ 'ਚ ਆ ਕਿ ਇਹ ਪੰਜਾਬੀ ਜਿਹੜੇ ਨੇ, ਇੱਕ ਤਾਂ ਪੰਜਾਬੀ ਤੇ ਇੱਕ ਇੰਗਲੈਂਡ 'ਚ ਬੈਠੇ, ਉਹ ਉੱਥੋਂ ਸਾਡੇ ਬਾਰੇ ਸੋਚਦੇ ਪਏ ਹਨਾ। ਇਹ ਗੱਲ ਦਾ ਬੜਾ ਇੱਕ ਉਹਨਾਂ ਦੇ ਮਨਾਂ ਤੇ ਅਸਰ ਆ ਹਨਾ। ਆਪਣੇ ਪੰਜਾਬੀ ਭਾਵੇਂ ਜਿੱਥੇ ਮਰਜੀ ਬੈਠੇ ਹੋਣ, ਉਹਨਾਂ ਦੇ ਦਿਲਾਂ ਦੇ ਵਿੱਚ ਹਨਾ ਪੰਜਾਬ ਵਸਦਾ ਆ। ਇਹ ਭਾਵੇਂ ਇੰਗਲੈਂਡ ਹੋਣ, ਅਮਰੀਕਾ ਹੋਣ, ਜਰਮਨ ਹੋਣ, ਕੈਨੇਡਾ ਹੋਣ, ਜਿਹੜੇ ਮਰਜੀ ਮੁਲਕ ਦੇ ਵਿੱਚ ਹੋਣ, ਪੰਜਾਬ ਸਾਡੇ ਦਿਲਾਂ 'ਚ ਵਸਦਾ ਆ, ਹਮੇਸ਼ਾ ਵਸਦਾ ਰਹੂਗਾ। ਤੇ ਜਦੋਂ ਪੰਜਾਬ ਨੂੰ ਦੁੱਖ ਹੀ ਆਉਂਦੀ ਆ ਨਾ, ਦੁੱਖ ਆਉਂਦਾ ਤਾਂ ਸਾਨੂੰ ਵੀ ਦੁੱਖ ਆਉਂਦਾ ਆ। ਤੇ ਸਾਡੀ ਕੋਸ਼ਿਸ਼ ਇਹੋ ਹੀ ਆ ਵੀ ਆਪਾਂ ਅਗਲੀ ਪੀੜ੍ਹੀ ਵੀ ਜਿਹੜੀ ਹੈਗੀ ਹੈ ਨਾ, ਉਹ ਵੀ ਨਾਲ ਜੋੜ ਕੇ ਰੱਖੀਏ। ਇਸ ਸੰਘਰਸ਼ ਨੇ ਹੋਰ ਬਹੁਤ ਵੱਡਾ ਕੰਮ ਕੀਤਾ ਆ, ਜਿਹੜੇ ਉੱਥੇ ਜੰਮ ਲਿਆ, ਜਿਨ੍ਹਾਂ ਨੂੰ ਪੰਜਾਬ ਦਾ ਖਾਸ ਕਰਕੇ ਪਤਾ ਵੀ ਨਹੀਂ ਹੈਗਾ, ਹੁਣ ਉਹਨਾਂ ਦੇ ਨਾਲ ਵੀ ਹੈ ਨਾ ਅਟੈਚਮੈਂਟ ਇੰਨੀ ਜ਼ਿਆਦਾ ਹੋ ਗਈ ਆ। ਉਹਨਾਂ ਨੂੰ ਦਿਖਦਾ ਸੀ ਕਿ ਵੀ ਆਹ ਲੜਾਈ ਜਿਹੜੀ ਹੈਗੀ ਆ ਨਾ, ਇਹ ਸਿਰਫ ਉੱਥੇ ਪੰਜਾਬੀਆਂ ਦੀ ਨਹੀਂ ਗੀ, ਇਹ ਸਾਡੀ ਵੀ ਲੜਾਈ ਆ। ਉੱਥੇ ਥਾਂ ਥਾਂ ਜਾ ਕੇ ਜਿੱਥੇ ਵੀ ਡੈਮੋਨਸਟ੍ਰੇਸ਼ਨ, ਭਾਵਾਂ ਆਪਣੇ ਕਰੋਨਾ ਚੱਲਦਾ ਸੀਗਾ, ਕਰੋਨਾ ਦੇ ਵਿੱਚ ਪਾਬੰਦੀਆਂ ਸੀਗੀਆਂ, ਤੁਸੀਂ ਡੈਮੋਨਸਟ੍ਰੇਸ਼ਨ ਕਰ ਸਕਦੇ ਆ, ਤੁਰ ਕੇ ਨਹੀਂ ਜਾ ਸਕਦੇ। ਗੱਡੀਆਂ ਦੇ ਨਾਲ ਲੰਡਨ ਕੀ, ਬਰਮਿੰਘਮ ਕੀ, ਲੈਸਟਰ ਕੀ, ਸਾਰੇ ਵੱਡੇ ਵੱਡੇ ਸ਼ਹਿਰ ਜਿੰਨੇ ਵੀ ਸੀਗੇ ਨਾ, ਟੋਟਲੀ ਜੈਮ ਕਰ ਦਿੱਤੇ। ਉੱਥੇ ਦੀ ਗੌਰਮੈਂਟ ਨੂੰ ਵੀ ਐਡਮਿਟ ਕਰਨਾ ਪਿਆ ਵੀ ਇਹੋ ਬਹੁਤ ਵੱਡੀ ਜਿਹੜੀ ਹੈਗੀ ਆ
ਕੀ ਕਹਿਣਾ ਵੀ ਧੱਕਾ ਕੀਤਾ ਕਿਸਾਨਾਂ ਨਾਲ। ਧੱਕਾ ਹੋ ਰਿਹਾ ਆ ਤੇ ਉਹਨਾਂ ਨੇ ਅਪਰੋਚ ਵੀ ਕੀਤਾ ਹੋਊਗਾ ਜ਼ਰੂਰ ਗਵਰਨਮੈਂਟ ਲੈਵਲ ਤੇ ਜ਼ਰੂਰ। ਗਵਰਨਮੈਂਟ ਲੈਵਲ ਤੇ ਯੂਕੇ ਤੋਂ ਕਾਫੀ ਜਿਹੜਾ ਆਇਆ ਸੀਗਾ ਐਮਪੀਜ਼ ਨੇ ਬਹੁਤ ਸਾਰਿਆਂ ਨੇ ਆਪਣੇ ਵੱਲੋਂ ਭੇਜਿਆ ਸਾਰਾ। ਹਰ ਇੱਕ ਇਨਸਾਨ ਉੱਥੇ ਜਿਹੜਾ ਬੈਠਾ ਸੀਗਾ ਨਾ ਉਹਨਾਂ ਨੇ ਆਪਣੇ ਐਮਪੀਆਂ ਦੇ ਨਾਲ ਵੀ ਗੱਲਬਾਤ ਕੀਤੀ, ਉਹਨਾਂ ਨੇ ਪ੍ਰੈਸ਼ਰ ਵੀ ਪਾਇਆ ਔਰ ਇਹਨਾਂ ਨੂੰ ਮਜਬੂਰ ਕੀਤਾ ਵੀ ਮਾੜਾ ਜਿਹਾ ਇਹੋ ਥੋੜ੍ਹਾ ਜਿਹਾ ਕਲੋਜ਼ਲੀ ਐਗਜ਼ਾਮਨ ਕਰੋ। ਪਰ ਮੇਨ ਮੀਡੀਆ ਉੱਥੇ ਦਾ ਜਿਹੜਾ ਹੈਗਾ ਨਾ ਉਹਨਾਂ ਨੇ ਬਿਲਕੁਲ ਸਾਥ ਨਹੀਂ ਦਿੱਤਾ ਆਪਣਾ। ਉਹਨਾਂ ਦੇ ਜਿਹੜੇ BBC ਹੈਗਾ ਆ ਉਹਨਾਂ ਨੂੰ ਮਜਬੂਰ ਕਰ ਦਿੱਤਾ। ਉਹਨਾਂ ਨੇ 1-2 ਸਟੇਟਮੈਂਟਾਂ ਕੀਤੀਆਂ ਵੀ ਹੈਗੀਆਂ ਪਰ ਉਹ ਵੀ ਸਹੀ ਤਰੀਕੇ ਦੇ ਨਾਲ ਨਹੀਂ ਕੀਤੀਆਂ। ਪਰ ਜਿੱਦਾਂ ਆਪਣੇ ਸੋਸ਼ਲ ਮੀਡੀਆ ਹੈਗਾ, ਸੋਸ਼ਲ ਮੀਡੀਆ ਔਰ ਆਪਣੇ ਜਿਹੜੇ ਖਾਸ ਕਰਕੇ ਸੰਗਤ ਚੈਨਲ ਤੇ ਆਪਣੇ 3 ਚੈਨਲ ਹੋਰ ਹੈਗੇ, ਸਿੱਖ ਹੈਗੀ ਚੈਨਲ KT ਖਾਲਸਾ ਅਕਾਲ, ਇਹਨਾਂ ਨੇ ਬਹੁਤ ਜ਼ਿਆਦਾ ਉੱਥੇ ਅਵੇਅਰਨੈਸ ਕ੍ਰੀਏਟ ਕੀਤੀ ਆ। ਇੱਕ ਗੱਲ ਇਹਦੇ 'ਚ ਇਹ ਵੀ ਢਿੱਲੋਂ ਸਾਹਿਬ ਜਿਹੜੀ ਸਾਹਮਣੇ ਆਈ ਹੈ ਇਸ ਸੰਘਰਸ਼ ਦੇ ਵਿੱਚ ਇੱਕ ਵੱਖਰਾ ਵੀ ਆਸਪੈਕਟ ਕਿ ਮੇਨ ਮੀਡੀਆ ਜੇ ਤੁਹਾਡੇ ਨਾਲ ਨਹੀਂ ਵੀ ਖੜਾ ਤਾਂ ਵੀ ਤੁਸੀਂ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾ ਸਕਦੇ ਹੋ। ਮੈਂ ਸਮਝਦਾ ਇਹ ਵੀ ਇੱਕ ਬੜਾ ਵੱਡਾ ਆਸਪੈਕਟ ਇਹਦੇ 'ਚ। ਇਹ ਤਾਂ ਆਪਣੇ ਹਨਾ ਵੀ ਆਪਣੀ ਕੌਮ ਵਾਸਤੇ ਬਹੁਤ ਵੱਡੀ ਗੱਲ ਆ ਵੀ ਜਿਹੜੇ ਆਪਣੇ ਇੰਡੀਪੈਂਡੈਂਟ ਚੈਨਲਸ ਸ਼ੁਰੂ ਹੋ ਗਏ ਆ ਔਰ ਜਿਹੜੇ ਆਪਣੇ ਮੁੱਦਿਆਂ ਤੇ ਉਹ ਆਪਣੀ ਆਵਾਜ਼ ਉਠਾ ਰਹੇ ਆ ਤੇ ਇਹਦੇ ਨਾਲ ਆਪਾਂ ਨੂੰ ਗਾਂਹ ਵਾਸਤੇ ਵੀ ਹਨਾ ਬਹੁਤ ਜ਼ਿਆਦਾ ਹੈਲਪ ਵੀ ਆਏਗੀ ਤੇ ਪਰਮਾਤਮਾ ਇਦਾਂ ਹੀ ਹਨਾ ਇਹਨਾਂ ਦੇ ਚੜ੍ਹਦੀ ਕਲਾ ਦੇ ਵਿੱਚ ਰੱਖੇ। ਬਾਕੀ ਆਪਾਂ ਤੇ ਸਾਰੇ ਪਾਸਿਓਂ ਜਿੰਨੀ ਵੀ ਸਪੋਰਟ ਕਰ ਸਕਦੇ ਕਰੀ ਦੀ ਆ ਤੇ ਤੁਸੀਂ ਜਿਸ ਹਿਸਾਬ ਦੇ ਨਾਲ ਸਾਡੀ ਹੁਣ ਸਪੋਰਟ ਕੀਤੀ ਆ, ਨਹੀਂ ਸਾਨੂੰ ਵੀ ਕੋਈ ਰਸਤਾ ਦਿਖਾਉਣ ਵਾਸਤੇ ਤੁਹਾਡੇ ਵਰਗੇ ਵੀਰ ਹੀ ਜਿਹੜੇ ਵੀ ਇੱਥੇ ਤੱਕ ਲੈ ਕੇ ਆਏ। ਢਿੱਲੋਂ ਸਾਹਿਬ ਗੱਲ ਇਹ ਹੈ ਕਿ ਆਪਾਂ ਸਾਰੇ ਇੱਕ ਹੀ ਆ ਹਨਾ। ਸੰਗਤ TV ਜਿਹੜਾ ਸੰਗਤ ਦਾ ਤੁਹਾਡਾ ਹੀ ਚੈਨਲ ਆ, ਤੁਸੀਂ ਉੱਥੇ ਸਪੋਰਟ ਕਰਦੇ ਹੋ ਤਾਂ ਹੀ ਸਾਡੀਆਂ ਗੱਡੀਆਂ ਇੱਥੇ ਤੁਰਦੀਆਂ ਨੇ, ਤੇਲ ਪੈਂਦਾ। ਤੇ ਆਪਾਂ ਇਦਾਂ ਹੀ ਕਿਉਂਕਿ ਜਿਵੇਂ ਵੇਖੋ ਜੇ ਸਾਰੇ ਇੰਡੀਆ ਦੇ ਕਿਸਾਨ ਇਕੱਠੇ ਹੋ ਸਕਦੇ ਤੇ ਆਪਾਂ ਸਾਰੇ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਪੰਜਾਬੀ ਵੀ ਤਾਂ ਇਕੱਠੇ ਹੋ ਸਕਦੇ ਹਾਂ। ਜੇ ਸਿਰ ਜੋੜ ਕੇ ਧੱਕਾ ਕਰਦੀ ਹੈ ਤੇ ਫਿਰ ਫਿਰ ਤਾਂ ਜਿੱਤ ਆਏਗੀ। ਹਾਂ ਇਹ ਤਾਂ ਕੋਈ ਡਾਊਟ ਨਹੀਂ ਵੀ ਆਪਾਂ ਜਿੱਤਾਂਗੇ ਨਹੀਂ। ਜਦੋਂ ਏਕਾ ਹੋ ਗਿਆ ਨਾ ਕਿਹੜੀ ਗੌਰਮੈਂਟ ਹੈ ਜਿਹੜੀ ਮੋਹਰੇ ਖੜੋ ਸਕਦੀ ਆ। ਤੇ ਖਾਲਸੇ ਦਾ ਤਾਂ ਪਹਿਲੇ ਦਿਨ ਤੋਂ ਹੀ ਇਹੋ ਇਤਿਹਾਸ ਰਿਹਾ ਆ ਤੇ ਬਿਲਕੁਲ ਇਹ ਫਤਿਹ ਖਾਲਸੇ ਨੂੰ ਗੁਰੂ ਸਾਹਿਬ ਨੇ ਬਖਸ਼ੀ ਆ। ਸੋ ਮੈਂ ਸਮਝਦਾ ਕਿ ਇਸ ਪਰਿਵਾਰ ਨੂੰ ਵੀ ਆਪਾਂ ਜਿਹੜੀ ਸੇਵਾ ਦੇ ਵਾਸਤੇ ਆਏ ਆ। ਵੇਖੋ ਤੁਸੀਂ ਦੇਖ ਰਹੇ ਹੋਵੋਗੇ ਕਿ ਇਸ ਵੇਲੇ ਅਸੀਂ ਕੋਈ ਇੱਥੇ ਇਲੈਕਟ੍ਰੀਕਲ ਇਕੁਇਪਮੈਂਟ ਨਹੀਂ ਚੱਲ ਰਿਹਾ, ਕੋਈ ਪੱਖਾ ਨਹੀਂ, ਕੋਈ ਏਸੀ ਨਹੀਂ, ਪਰ ਸਾਡੇ ਚੋਂ ਕਿਸੇ ਨੂੰ ਪਸੀਨਾ ਨਹੀਂ ਆਇਆ। ਸੋ ਮਤਲਬ ਇਹ ਸਾਡੇ ਉਥੋਂ ਮੈਂ ਹਨਾ ਸਿੰਘ ਸਾਹਿਬ ਦਾ ਜੈਕਟ ਵੀ ਪਾ ਕੇ ਬੈਠਾ ਆ ਤਾਂ ਮੈਂ ਫੇਰ ਨਹੀਂ ਮੁੜਕਾ ਆ ਰਿਹਾ। ਇਹ ਹੈਗੀ ਆਪਣੀ ਪੰਜਾਬ ਦੀ ਏਸੀ ਜਿਹੜੇ ਖੂਹਾਂ ਦਾ ਹਨਾ ਮਾਣਦੇ ਹੁੰਦੇ ਸੀਗੇ ਉਹ ਚੀਜ਼ ਆ। ਤੇ ਬਿਲਕੁਲ ਜੇ ਪੰਜਾਬੀ ਬੱਚੇ ਸਾਡੇ ਕੋਈ ਅਗਲੀ ਪੀੜ੍ਹੀ ਵੇਖ ਰਹੀ ਹੋਏ ਨਾ ਇਹ ਨਹੀਂ ਮਹਿਸੂਸ ਕਰਨਾ ਕਿ ਜੇ ਉੱਥੇ ਬੱਤੀ ਚੱਲ ਜੂ ਕੀ ਹੋਏਗਾ। ਇਹ ਜਿਹੜੀ ਸਾਡੀਆਂ ਕੁਦਰਤੀ ਛਾਵਾਂ ਨੇ ਸਾਨੂੰ ਰੱਬ ਨੇ ਦਿੱਤੀਆਂ ਹੋਈਆਂ। ਸੋ ਇਹ ਪਰਿਵਾਰ ਦੇ 2 ਬੱਚੇ ਨੇ, ਅਮਰੀਕ ਸਿੰਘ ਛੋਟਾ ਤੇ ਵੱਡਿਆਂ ਦਾ ਨਾਂ ਕੀ? ਮੇਵਾ ਸਿੰਘ। ਸੋ ਦੋਨਾਂ ਨੂੰ ਇਹ 1 ਲੱਖ ਰੁਪਏ ਦੀ ਜਿਹੜੀ ਹੈ ਸਹਾਇਤਾ ਰਾਸ਼ੀ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ। ਸਰਦਾਰ ਦਰਸ਼ਨ ਸਿੰਘ ਜਿਨ੍ਹਾਂ ਦੀ 65 ਸਾਲ ਉਮਰ ਸੀ, ਸੋ ਉਹਨਾਂ ਨੇ ਕਿਸਾਨੀ ਸੰਘਰਸ਼ ਦੇ ਲੇਖੇ ਆਪਣੀ ਜ਼ਿੰਦਗੀ ਲਾਈ ਤੇ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ, ਉਹਨਾਂ ਨੂੰ ਸਪੋਰਟ ਕਰਨ ਵਾਸਤੇ ਸਿੰਘ ਸਭਾ ਬਾਰਕਿੰਗ ਫੁੱਟਬਾਲ ਕਲੱਬ ਤੋਂ ਇਹ ਸਾਡੇ ਵੀਰ ਆਏ ਹੋਏ ਨੇ। ਬਲਦੇਵ ਸਿੰਘ ਢਿੱਲੋਂ ਜੀ ਉਹਨਾਂ ਦੀ ਟੀਮ। ਹਾਂਜੀ ਇੱਕ ਮਿੰਟ 70 ਸਾਲ ਤੋਂ ਲੱਗ ਕੇ ਹਾਂਜੀ ਤੇ 18 ਸਾਲ ਤੋਂ ਮੈਂ ਤੁਹਾਨੂੰ 1-2 ਫੋਟੋਆਂ ਭੇਜੀਆਂ ਜਿਹਦੇ ਵਿੱਚ ਹਨਾ 5-4 ਸਾਲ ਦੇ ਨਿਆਣੇ ਵੀ ਜਿਹੜੇ ਹੈਗੇ ਆ ਨਾ ਸਿੰਘ ਸਾਹਿਬ ਬਾਰਕਿੰਗ ਦੇ ਸਪੋਰਟਰ, ਉਹਨਾਂ ਸਾਰਿਆਂ ਦੀ ਮਦਦ ਦੇ ਨਾਲ ਇਹ ਆਪਾਂ ਜੋ ਕੁਛ ਮਾਇਆ ਲੈ ਕੇ ਆਏ ਆ ਨਾ ਇਹ ਉਹਨਾਂ ਦੀ ਦੇਣ ਆ ਜੀ। 4 ਸਾਲ ਤੋਂ ਲੈ ਕੇ ਤੇ 65 ਸਾਲ ਤੱਕ ਸਾਰੇ 70 ਤੱਕ 80 ਤੱਕ ਹਾਂਜੀ ਤੇ ਬਸ ਉਹਨਾਂ ਦੀ ਦੇਣ ਆ ਤੇ ਆਪਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜੀ। ਹਾਂਜੀ ਸੋ ਇਹ ਦੇਖੋ ਜੀ। ਹਾਂਜੀ ਚੇਅਰਮੈਨ ਸਾਹਿਬ ਆ ਤੁਹਾਡੇ ਸਾਹਮਣੇ ਵੇਖੋ ਢਿੱਲੋਂ ਸਾਹਿਬ ਭਾਵਕ ਹੋ ਰਹੇ ਨੇ ਸਾਰਾ ਹੈ
ਇੰਨਾ ਜਜ਼ਬਾਤ ਨੇ ਦਿਲਾਂ 'ਚ। ਬਹੁਤ ਬਲਦੇਵ ਸਿੰਘ ਢਿੱਲੋਂ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਜੀ, ਗਰੀਬ ਬੰਦੇ ਦੀ ਮਦਦ ਕੀਤੀ ਹੈ। ਵਾਹਿਗੁਰੂ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੂ ਸੱਚੇ ਪਾਤਸ਼ਾਹ, ਤੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਗੱਲ ਜਾਂਦਾ ਜਾਂਦਾ ਕਵਾਂਗਾ ਕਿ ਤੁਹਾਡੇ ਬਾਪੂ ਦੀ ਤਸਵੀਰ ਬਾਹਰ ਲੱਗੀ ਆ, ਥੋੜੇ ਥੋੜੇ ਉਦਾਂ ਦੇ ਬਣ ਜਾਓ। ਠੀਕ ਹੈ ਨਾ, ਕਿਉਂ ਮਿੱਠੂ ਸਿੰਘ ਜੀ? ਕਿਉਂਕਿ ਅਸੀਂ ਹੁਣ ਬਾਹਰੋਂ ਜਦੋਂ ਫੋਟੋ ਵੇਖ ਕੇ ਅੰਦਰ ਆਉਂਦੇ ਆ ਨਾ, ਥੋੜਾ ਸਾਨੂੰ ਲੱਗਦਾ, ਵੇਖੋ ਆ ਬਹਾਦਰ ਸਿੰਘ ਹੋਰਾਂ ਵੱਲ ਵੇਖੋ ਨਾ, ਇਹ ਭਰਾ ਵਾ ਤੇ ਤੁਸੀਂ ਤਾਂ ਪੁੱਤ ਖੂਨ। ਸੋ ਇਹ ਬੇਨਤੀਆਂ ਨੇ ਕਿ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਵੀਰਾਂ ਦੇ ਨਾਲ ਖੜੀਏ ਤੇ ਇੱਥੇ ਸਮੇਂ-ਸਮੇਂ ਤੇ ਆਉਂਦੇ ਰਵਾਂਗੇ ਨਾ, ਤੇ ਇਹਨਾਂ ਨੂੰ ਲੱਗੇਗਾ ਕਿ ਹਾਂ ਸਾਡੇ ਬਾਪੂ ਦੀ ਜ਼ਿੰਦਗੀ ਐਵੇਂ ਨਹੀਂ ਗਈ, ਉਹਨੇ ਕੁਝ ਵੱਡਾ ਕੰਮ ਕੀਤਾ ਤਾਂ ਹੀ ਇਹ ਲੋਕ ਸਾਰੇ ਆਉਂਦੇ ਨੇ। ਤੇ ਸਾਰਿਆਂ ਦਾ ਧੰਨਵਾਦ ਹੈ, ਇਹ ਇੰਨੀ ਦੂਰੋਂ ਚੱਲ ਕੇ ਵੀਰ ਆਏ ਨੇ ਤੇ ਇਹਨਾਂ ਦੇ ਪਿੱਛੇ ਜਿਹੜੇ ਬੈਠੇ ਨੇ, ਮੈਂ ਸਮਝਦਾ ਉਹਨਾਂ ਦਾ ਬਹੁਤਾ ਧੰਨਵਾਦ, ਕਿਉਂਕਿ ਇਹਨਾਂ ਨੂੰ ਸਾਰਿਆਂ ਨੂੰ ਤਾਂ ਦੇਖ ਲੈਣਾ ਅੱਜ ਟੀਵੀ ਤੇ, ਜਿਹੜੇ ਪਿੱਛੇ ਬੈਠੇ ਨੇ ਉਹਨਾਂ ਵਾਸਤੇ ਚਲੋ ਮੈਂ ਟਾਈਮ ਤੇ ਹਨਾ ਫੋਟੋ ਜ਼ਰੂਰ ਭੇਜੂੰਗਾ, ਜੇ ਉਹ ਵੀ ਅਟੈਚ ਕਰ ਸਕਦੇ ਆ ਥੋੜੇ ਜਿਹੇ ਫੋਟੋ ਆਪਣੇ ਫੁੱਟਬਾਲ ਕਲੱਬ ਦੀਆਂ। ਸਿੰਘ ਸਭਾ ਬਾਰਕਿੰਗ ਇਸ ਮਹੀਨੇ ਹੀ ਲੀਗ ਚੈਂਪੀਅਨਸ ਹੋਏ ਆ ਤੇ ਉਹਨਾਂ ਨੂੰ ਕੱਪ ਮਿਲਿਆ, ਤੇ ਇਹਦੇ ਵਿੱਚ ਵੀ ਉਹਨਾਂ ਨੂੰ ਬਹੁਤ ਵਧਾਈ ਦਿੰਦੇ ਆ। ਅਸੀਂ ਇੱਥੇ ਬੈਠੇ ਆ ਪਰ ਸਾਡਾ ਜੀ ਕਰਦਾ ਸੀ ਵੀ ਅਸੀਂ ਵੀ ਉੱਥੇ ਹੁੰਦੇ। ਬਿਲਕੁਲ, ਇਹ ਪੁਰਾਣੇ ਖਿਡਾਰੀ ਨੇ ਜੀ, ਵੈਟਰਨ ਨੇ ਸਾਰੇ, ਤੇ ਅੱਜ ਵੀ ਉਹੀ ਜੋਸ਼ ਹੈ ਤੇ ਜਜ਼ਬਾ। ਸੋ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਪੰਜਾਬੀ ਵੱਸਦਾ, ਉਹਦਾ ਦਿਲ ਪੰਜਾਬ ਲਈ ਧੜਕਦਾ ਤੇ ਇਹ ਸਦਾ ਹੀ ਧੜਕਦਾ ਰਹੇਗਾ। ਜਿਹੜੀ ਇਹਨਾਂ ਦੀ ਸੋਚ ਹੈ ਨਾ ਢਿੱਲੋਂ ਸਾਹਿਬ ਦੀ, ਮੈਨੂੰ ਬੜੀ ਵਧੀਆ ਸੋਚ ਲੱਗਦੀ ਆ ਕਿ ਅਗਲੀਆਂ ਪੀੜ੍ਹੀਆਂ ਜਿਹੜੀਆਂ ਉਹਨਾਂ ਦੇ ਦਿਲਾਂ 'ਚ ਵੀ ਪੰਜਾਬ ਵੱਸ ਜੇ, ਚਾਹੇ ਉਹ ਉੱਥੇ ਜੰਮੇ ਨੇ। ਹਾਂਜੀ, ਇਹ ਤਾਂ ਵੱਡੀ ਗੱਲ ਹੈ ਨਾ ਵੀ ਆਹ ਜਿਹੜਾ ਸੰਘਰਸ਼ ਹੋਇਆ ਇਹਨੇ ਖਾਸ ਕਰਕੇ ਉਹਨਾਂ ਨਿਆਣਿਆਂ ਦੇ ਹਨਾ, ਮਾਸੂਮ ਨਿਆਣਿਆਂ ਦੇ ਦਿਲ ਦੇ ਵਿੱਚ ਵੀ ਚਾਹਨਾ ਕ੍ਰੀਏਟ ਕੀਤੀ ਆ ਵੀ ਅਸੀਂ ਪੰਜਾਬੀ ਆ, ਪੰਜਾਬ ਦੇ ਵਿੱਚ ਜਾਣਾ, ਉੱਥੇ ਅਸੀਂ ਉੱਥੇ ਦਾ ਵੀ ਦੇਖਣਾ, ਤੇ ਬਹੁਤ ਸੋਹਣਾ ਲੱਗਦਾ ਆ। ਜਿਹੜੇ ਛੋਟੇ ਨਿਆਣੇ ਵੀ ਉੱਥੇ ਡੈਮੋਨਸਟ੍ਰੇਸ਼ਨ ਤੇ ਜਾਂਦੇ ਆ ਤੇ ਖਾਲਸਾ ਦਾ ਨਾਂ ਉੱਚਾ ਕਰਦੇ ਆ, ਤੇ ਪਰਮਾਤਮਾ ਹਮੇਸ਼ਾ ਹੀ ਇਦਾਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਸੋ ਬਿਲਕੁਲ, ਮਹਾਰਾਜ ਕਿਰਪਾ ਕਰਨ, ਪੰਜਾਬ ਇਦਾਂ ਹੀ ਚੜ੍ਹਦੀ ਕਲਾ 'ਚ ਤੇ ਪੰਜਾਬੀ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਵੱਸਦੇ ਨੇ, ਅਗਲੀਆਂ ਪੀੜ੍ਹੀਆਂ ਦੂਜੀ ਤੀਜੀ ਚੌਥੀ ਜੋ ਵੀ ਨੇ, ਆਪਾਂ ਜੁੜੇ ਰਹੀਏ ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਦੇ ਨਾਲ ਤੇ ਪੰਜਾਬ ਦੀ ਇਸ ਮਿੱਟੀ ਦੇ ਨਾਲ, ਤੇ ਇਸੇ ਸੰਘਰਸ਼ ਜਿਹੜੇ ਵੀ ਅਸੀਂ, ਕਿਉਂਕਿ ਬੜੀਆਂ ਭਾਜੀਆਂ ਜਦੋਂ ਵੀ ਕਿਤੇ ਖਾਲਸੇ ਨੂੰ ਪਈਆਂ ਉਹਨੇ ਮੋੜੀਆਂ ਨੇ, ਤੇ ਇਹ ਵੀ ਜਿਹੜੀ ਸੀ ਇੱਕ ਬੜਾ ਵਧੀਕੀ ਸੀਗੀ ਹੋਈ ਜਿਹੜੀ ਕਿਸਾਨਾਂ ਦੇ ਨਾਲ, ਉਹਦੀ ਵੀ ਮੈਂ ਸਮਝਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਜਿੱਤ ਬਖਸ਼ੀ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਅਸੀਂ ਸਦਾ ਹੀ ਸ਼ੁਕਰਗੁਜ਼ਾਰ ਹੈ ਉਹਨਾਂ ਦੀ ਰਹਿਮਤ ਦੇ, ਤੇ ਉਹਨਾਂ ਦੀ ਰਹਿਮਤ ਦੇ ਨਾਲ ਹੀ ਖਾਲਸਾ ਚੜ੍ਹਦੀ ਕਲਾ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਚਲਦੇ ਮਾਨਸਾ ਜ਼ਿਲ੍ਹਾ ਝੁਨੀਰ ਦੇ ਨਜ਼ਦੀਕ ਚਾਲਾਂ ਵਾਲੀ ਖਿਆਲੀ ਪਿੰਡ ਹੈ। ਪਹਿਲਾਂ ਵੀ ਖੈਰ ਅਸੀਂ ਇਹਨਾਂ ਸਾਰਾ ਘਰਾਂ 'ਚ ਪਹਿਲਾਂ ਹੋ ਕੇ ਗਏ ਸੀ, ਉਹਨਾਂ ਦੇ ਵਿੱਚੋਂ ਹੀ ਕੁਝ ਪਰਿਵਾਰ ਅਸੀਂ ਜਿਹੜੇ ਅੱਜ ਚੁਣੇ ਨੇ। ਸੋ ਇਹ ਭਾਈ ਧੰਨਾ ਸਿੰਘ ਖਾਲਸਾ ਉਹਨਾਂ ਦਾ ਪਰਿਵਾਰ ਹੈ, ਜਿਹੜੇ ਕਿ ਗ੍ਰੰਥੀ ਸਿੰਘ ਸੀਗੇ, ਤੇ ਉੱਥੇ ਕਿਸਾਨੀ ਮੋਰਚੇ 'ਤੇ ਜਾ ਕੇ ਜਿਹੜੇ ਉਹਨਾਂ ਦੇ ਰਸਤੇ 'ਚ ਐਕਸੀਡੈਂਟ ਹੋਣ ਕਰਕੇ ਜ਼ਿੰਦਗੀ ਜਿਹੜੀ ਸੀ ਲੇਖੇ ਲੱਗੀ ਉਹਨਾਂ ਦੀ। ਤੇ ਹੁਣ ਇਹ ਪਿੱਛੋਂ ਭੈਣ ਜੀ ਨੇ, ਬੱਚੇ ਨੇ, ਤੇ ਇਹ ਸਾਰੇ ਇਹ ਸਾਰੀ ਟੀਮ ਸਾਡੀ ਜਿਹੜੀ ਅੱਜ ਨਾਲ ਆਈ ਹੋਈ ਹੈ। ਸੋ ਪਹਿਲਾਂ ਆਪਾਂ ਬੱਚਿਆਂ ਨਾਲ, ਭੈਣ ਜੀ ਹੋਰਾਂ ਨਾਲ ਥੋੜ੍ਹੀ ਜਿਹੀ ਗੱਲ ਕਰਦੇ ਹਾਂ, ਕਿਉਂਕਿ ਪਹਿਲਾਂ ਵੀ ਆਪਾਂ ਉਦੋਂ ਮਿਲ ਕੇ ਗਏ ਸੀ। ਹਾਂਜੀ ਭੈਣ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਕਿੱਦਾਂ ਜੀ ਹੁਣ ਪਤਾ ਲੱਗਿਆ ਕਿ ਤੁਹਾਨੂੰ ਕੋਈ ਸਰਕਾਰ ਵੱਲੋਂ ਵੀ ਜੋਬ ਮਿਲ ਗਈ ਹੈ? ਹਾਂ ਵੀਰ ਜੀ, ਸਾਨੂੰ ਸਰਕਾਰ ਵੱਲੋਂ ਜੋਬ ਮੈਨੂੰ ਆਪ ਨੂੰ ਮਿਲੀ ਹੈ। ਬੱਚਿਆਂ ਦੀ ਪੜ੍ਹਾਈ ਵਗੈਰਾ ਕਿੱਦਾਂ ਚੱਲਦੀ ਪਈ ਹੈ? ਹਾਂਜੀ, ਬੱਚਿਆਂ ਦੀ ਪੜ੍ਹਾਈ ਆਪਣੇ ਵੀ ਚੱਲਦੀ ਹੈ। ਸਰਬੱਤ ਦੇ ਭਲੇ ਵੱਲੋਂ ਸਾਨੂੰ ਆਸਰਾ ਮਿਲਿਆਗਾ ਵੀ ਉਹਨਾਂ ਨੇ ਬੱਚਿਆਂ ਦੀ ਪੜ੍ਹਾਈ ਓਟੀ ਹੈ ਜੀ। ਹਾਂਜੀ, ਉਹ ਚੱਲ ਰਹੀ ਹੈ ਜੀ।
ਜਿੱਥੇ ਪਹਿਲਾਂ ਪੜ੍ਹਦੇ ਸੀ ਉਹਨਾਂ ਸਕੂਲਾਂ 'ਚ ਹੀ? ਹਾਂਜੀ ਉਹਨਾਂ ਸਕੂਲਾਂ 'ਚ ਹੈ, ਬੇਟਾ ਸਰਕਾਰੀ 'ਚ ਹੈ, ਬੇਟੀ ਆਦਰਸ਼ ਸਕੂਲ 'ਚ ਹੈ ਸਾਹਨੇ ਵਾਲੀ ਜੀ। ਸੋ ਅੱਜ ਫਿਰ ਇੱਕ ਟੀਮ ਇਹ ਵੀ ਇੰਗਲੈਂਡ ਤੋਂ ਸਾਡੇ ਭਾਈ ਸਾਹਿਬ ਹੋਰੀ ਆਏ ਨੇ ਤੇ ਇਹ ਵੀ ਤੁਹਾਡੇ ਪਰਿਵਾਰ ਦੀ ਸੇਵਾ ਕਰਨਾ ਚਾਹੁੰਦੇ ਨੇ 1 ਲੱਖ ਰੁਪਏ ਦੇ ਨਾਲ। ਸੋ ਇਹ ਸਾਡੇ ਸਤਿਕਾਰਯੋਗ ਭੈਣ ਜੀ ਹੋਰਾਂ ਨੂੰ ਢਿੱਲੋਂ ਸਾਹਿਬ ਜੋ ਕਿ ਸਿੰਘ ਸਭਾ ਬਾਰਕਿੰਗ ਫੁੱਟਬਾਲ ਕਲੱਬ ਵਾਲੇ ਸਾਰੀ ਟੀਮ ਜਿਹੜੀ ਅੱਜ ਸਵੇਰ ਤੋਂ ਸਾਡੇ ਨਾਲ ਚੱਲੀ ਹੋਈ ਹੈ ਤੇ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਹੋਰ ਜਿੱਥੇ ਸਪੋਰਟ ਬਣਦੀ ਹੈ ਉੱਥੇ ਜਿਹੜੀ ਗੱਲ ਆਪਾਂ ਪਹਿਲਾਂ ਵੀ ਕਰਕੇ ਆਏ ਸੀ ਕਿ ਇੱਕ ਅਹਿਸਾਸ ਹੁੰਦਾ ਕਿ ਹਾਂ ਅਸੀਂ ਸਾਰੇ ਇੱਕ ਤੇ ਅਸੀਂ ਇੱਕ ਦੁੱਖ ਸੁੱਖ ਦੀ ਸਾਂਝ ਹੈ। ਹਾਂਜੀ ਸੱਚੀ ਗੱਲ ਜੀ, ਦੁੱਖ ਤੋਂ ਬਹੁਤ ਜ਼ਿਆਦਾ ਹੁਣ ਤਾਂ ਜਿਹੜੀ ਜਗ੍ਹਾ ਹੈਗੀ ਅਸੀਂ ਉਹ ਤਾਂ ਨਹੀਂ ਕਦੇ ਵੀ ਪੂਰੀ ਕਰ ਸਕਦੇ, ਪਰ ਜੇ ਫਾਈਨੈਂਸ਼ਲੀ ਮਾੜਾ ਮੋਟਾ ਅਸੀਂ ਜੋ ਕਰ ਸਕਦੇ ਹਾਂ ਆਪਣੇ ਵੱਲੋਂ ਪੂਰਾ ਉਪਰਾਲਾ ਕਰ ਰਹੇ ਹਾਂ। ਤੇ ਜਿੱਦਾਂ ਇਹਨਾਂ ਵਾਸਤੇ ਤੰਗੀ ਤਾਂ ਬਹੁਤ ਜ਼ਿਆਦਾ ਹੈ, ਬਾਕੀ ਗੌਰਮੈਂਟ ਨੇ ਵੀ ਚਲੋ ਬਹੁਤ ਸੋਹਣਾ ਉਪਰਾਲਾ ਕੀਤਾ ਵੀ ਜਿਹੜੀ ਜੋਬ ਵੀ ਦੇਤੀ ਹੈ। ਤੇ ਬਾਕੀ ਬੱਚੇ ਤਕੜੇ ਹੋ ਕੇ ਪੜ੍ਹੋ, ਆਪਣੇ ਤੁਸੀਂ ਲਾਈਫ ਆਪ ਬਣਾਉਣੀ ਹੈ। ਹੁਣ ਸਪੋਰਟ ਜਿਹੜੀ ਹੈ ਸੰਗਤਾਂ ਦੀ ਤਾਂ ਸਪੋਰਟ ਹੈ, ਬਾਕੀ ਮਿਹਨਤ ਇਹਨਾਂ ਦੀ ਹੈ ਨਾ। ਸੱਚੀ ਗੱਲ ਹਾਂਜੀ, ਮਿਹਨਤ ਦੇ ਨਾਲ ਹੀ ਸਭ ਕੁਝ ਬਣਦਾ ਹੈ। ਮਿਹਨਤ ਕਰੋਗੇ ਤਾਂ ਕਿਤੇ ਤੇ ਕਿਤੇ ਪਹੁੰਚ ਜਾਓਗੇ। ਹਾਂਜੀ ਹਾਂਜੀ ਜੀ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕੀ ਨਾਮ ਜੀ? ਗੋਰਾ ਸਿੰਘ ਹੈ ਜੀ ਮੇਰਾ ਨਾਮ। ਆਪਣਾ ਇਸੇ ਪਿੰਡ ਤੋਂ ਜੀ? ਹਾਂ ਇਸੇ ਪਿੰਡ ਤੋਂ ਜੀ। ਸਰਪੰਚ ਸਾਹਿਬ ਜੀ, ਤੇ ਤੁਸੀਂ ਉਹ ਸਾਡੇ ਵੀਰ ਧੰਨਾ ਸਿੰਘ ਜੀ ਬਾਰੇ ਥੋੜਾ ਜਿਹਾ ਦੱਸਦੇ ਉਹਨਾਂ ਦਾ। ਧੰਨਾ ਸਿੰਘ ਬਾਰੇ ਜੀ ਉਹ ਬਸ ਆਪਾਂ ਤਾਂ ਕਹਿੰਦੇ ਵੀ ਜਿਹੜਾ ਸਾਨੂੰ ਸਹਿਯੋਗ ਪਾਉਣੇ ਨੇ ਬੜਾ ਵਧੀਆ ਚੰਗਾ ਹੀ ਕਰਿਆ ਤੁਸੀਂ ਵੀ, ਜਿਹੜਾ ਐਡੀ ਦੂਰੋਂ ਆ ਕੇ ਸਾਨੂੰ ਸਹਿਯੋਗ ਦਿੱਤਾ, ਬੱਚਿਆਂ ਨੂੰ ਦਿੱਤਾ, ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਤਾਂ ਇਸੇ ਪਰਿਵਾਰ ਚ ਜੀ? ਹਾਂਜੀ ਧੰਨਾ ਸਿੰਘ ਦਾ ਭਰਾ ਹੈ ਜੀ। ਹਾਂਜੀ ਹਾਂਜੀ। ਤੇ ਹੁਣ ਕਿੱਦਾਂ ਫਿਰ ਵਾਈ ਵਗੈਰਾ ਵੀ ਹੈਗੀ ਸੀ ਕੋਈ ਧੰਨਾ ਸਿੰਘ ਦੀ, ਜਾਂ ਗ੍ਰੰਥੀ ਦੀ ਡਿਊਟੀ ਹੀ ਕਰਦੇ ਸੀ? ਡਿਊਟੀ ਪਹਿਲਾਂ ਕਰਦਾ ਸੀ, ਹੁਣ ਹਟ ਗਿਆ ਸੀ ਜਦੋਂ ਦਾ ਖੇਤੀ ਕਾਨੂੰਨ ਚੱਲੇ ਉਹਦਾ ਇਹ ਪਿੰਡਾਂ 'ਚ ਡਿਊਟੀਆਂ ਲਾਉਂਦਾ ਸੀ। ਡਕਾਉਂਦਾ ਜਥੇਬੰਦੀ ਦਾ ਸੈਕਟਰੀ ਸੀ ਜੀ। ਹੁਣ ਮਹੀਨਾ 2 ਮਹੀਨੇ ਤੋਂ ਪਹਿਲਾਂ ਤੇ ਮਾਨਸਾ ਭੇਜਦਾ ਰਿਹਾ ਪਿੰਡ 'ਚੋਂ ਇਕੱਠੇ ਕਰਕੇ, ਕਹਿੰਦੇ ਕਿ ਬਾਬਾ ਜੀ ਪਿੰਡ 'ਚ ਗੁਰੂ ਘਰ 'ਚ ਗ੍ਰੰਥੀ ਵੀ ਰਿਹਾ ਜੀ। ਉਦੋਂ ਬਾਅਦ ਫਿਰ ਇਹ ਉੱਥੇ ਨਾਲ ਲੈ ਕੇ ਗਏ ਇਹਨੂੰ, ਕਹਿੰਦੇ ਸਾਡੇ ਨਾਲ ਚੱਲ ਗਏ ਦਿੱਲੀ ਜੀ। ਮੋਟਰਸਾਈਕਲ 40 ਕਿਲੋਮੀਟਰ ਜਾ ਕੇ ਨਾਲ ਰਲਿਆ ਜੀ ਉਹਨਾਂ ਦੇ। ਹਾਂ ਕਹਿੰਦਾ ਵੀ ਮੈਂ ਪਿੰਡ ਦੇ ਵਿੱਚ ਕਹਿੰਦਾ ਹਰ ਇੱਕ ਨਾਲ ਤੋਦਣ ਵਾਲਾ ਕਹੂ ਤੂੰ ਪਿੱਛੇ ਰਹਿ ਗ੍ਰੰਥੀ ਬੰਦਾ ਜੀ। ਫਿਰ ਉਹਨੇ ਨਾਲ ਵਗ ਗਿਆ ਜੀ। ਪਹਿਲਾਂ ਅਕਲੀਆ ਤਲਵੰਡੀ ਗੁਰੂ ਘਰ ਪਵਾ ਕੇ ਆਇਆ ਜੀ ਇੱਕ, ਤੇ ਇੱਕ ਸਾਡੇ ਪਵਾਤਾ ਜੀ ਉਹਨੇ। ਸੇਵਾ ਹੀ ਵੱਧ ਕਰਦਾ ਸੀ ਗ੍ਰੰਥੀ, ਛੋਟੀ ਜਿਹੀ ਉਮਰ 'ਚ 10 ਸਾਲਾਂ ਦੀ ਉਮਰ 'ਚ ਅੰਮ੍ਰਿਤ ਛਕ ਲਿਆ ਸੀ ਜੀ ਉਹਨੇ। ਹਾਂਜੀ ਸੇਵਾ ਹੀ ਕਰਦਾ ਸੀ 8 ਟਾਈਮ। ਹਾਂ ਹੁਣ ਸਾਡੇ ਨਾਲ ਗੁਰਤੇਗ ਸਿੰਘ ਧੌਲੇ ਤੋਂ ਜਿਹੜੇ ਸਾਬਕਾ ਚੇਅਰਮੈਨ ਨੇ, ਅੱਜ ਸਵੇਰ ਤੋਂ ਹੀ ਸਾਡੇ ਨਾਲ ਨੇ। ਤੇ ਵੇਖੋ ਚੇਅਰਮੈਨ ਸਾਹਿਬ ਇਹ ਸਾਡੇ ਗ੍ਰੰਥੀ ਸਾਹਿਬ ਦੇ ਬੱਚੇ ਨੇ, ਤੇ ਮੈਂ ਸਮਝਦਾ ਕਿ ਜਿੱਦਾਂ ਤੁਸੀਂ ਪਿੰਡ 'ਚ ਆਪਣੇ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਹੈ, ਇਹ ਵੀ ਤੁਹਾਡਾ ਇਲਾਕਾ, ਇਹਨਾਂ ਨੂੰ ਵੀ ਆਸ਼ੀਰਵਾਦ ਜਿਹੜਾ। ਨਹੀਂ ਅਸੀਂ ਬਹੁਤ ਜਿੰਨੀ ਵੀ ਮਦਦ ਹੋਈ ਕਰਾਂਗੇ, ਜਿੰਨੀ ਵੱਧ ਤੋਂ ਵੱਧ ਜੀ। ਤੇ ਬਹੁਤ ਬਹੁਤ ਧੰਨਵਾਦ ਸੰਗਮ ਟੈਲੀਵਿਜ਼ਨ ਦਾ, ਬਾਈ ਜੀ ਦਾ, ਕੈਨੇਡਾ ਵਾਲਿਆਂ ਦਾ, ਜਿਹੜਾ ਨਾ ਵਿਚਾਰਾ ਗਰੀਬਾਂ ਦੀ ਬਾਂਹ ਫੜੀ ਹੈ ਜੀ। ਬਹੁਤ ਵੱਡੀ ਗੱਲ ਹੈ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਬੇਟਾ ਤੁਸੀਂ ਵੀ ਸਿਆਣੇ ਹੋ, ਕੁਛ ਦੇਖੋ ਚਲੋ ਪਾਪਾ ਜਾਂ ਤੁਹਾਡੇ ਡੈਡੀ ਦਾ ਜਾਣਾ ਤਾਂ ਉਹ ਤਾਂ ਵੱਖਰੀ ਗੱਲ ਹੈ। ਜਿਸ ਢੰਗ ਦੇ ਨਾਲ ਸੰਗਤਾਂ ਆਣ ਕੇ ਖੜਦੀਆਂ ਨੇ ਤੁਹਾਡੇ ਨਾਲ, ਉਹਦੇ ਬਾਰੇ ਕਿਵੇਂ ਲੱਗਦਾ ਕਿ ਇਹ ਗੁਰੂ ਸਾਹਿਬ ਜੀ ਦੀ ਜਿਹੜੀ ਚਲਾਈ ਹੋਈ ਪਰੰਪਰਾ, ਕੁਛ ਦੱਸੋਗੇ ਇਹਦੇ ਬਾਰੇ? ਘੱਟ ਬੋਲਦੇ? ਥੋੜਾ ਜਿਹਾ ਅੱਛਾ ਟੈਨਸ਼ਨ ਲੈਂਦੇ ਅਜੇ? ਹਾਂਜੀ ਵੱਧ ਟੈਨਸ਼ਨ 'ਚ ਨਹੀਂ ਥੋੜੀ ਜਿਹੀ। ਹਾਂਜੀ ਉਦੋਂ ਦੇ ਸਿਹਤ ਦਾ ਵੀ ਬਹੁਤ ਫਰਕ ਹੈ ਇਹਨਾਂ ਦਾ। ਖਿਆਲ ਕਰੋ। ਹਾਂਜੀ ਹਾਂ ਹਾਂਜੀ ਗੱਲ ਪੂਰੀ ਨਹੀਂ ਹੋ ਸਕਦੀ, ਪਰ ਫਿਰ ਵੀ ਜੀ ਗੱਲ ਕਰ ਨਹੀਂ ਸਕਦੇ, ਕਿਸੇ ਨਾਲ ਨਹੀਂ ਗੱਲ ਕਰਦੇ। ਤੁਹਾਡੇ ਨਾਲ ਵੀ ਨਹੀਂ ਕਰਦੇ? ਨਹੀਂ ਥੋੜੇ ਜਿਹੇ ਘੱਟ ਹੀ ਕਰਦੇ ਬਸ। ਉਦਣ ਦੇ ਆਪਦੇ ਥੋੜੇ ਡੈਡੀ ਤੇ ਵੱਧ ਉਹ ਕਰਦੇ ਸੀ। ਪੜ੍ਹਾਈ 'ਚ ਵੀ ਥੋੜੀ ਟੈਨਸ਼ਨ ਵੱਧ ਹੁੰਦੀ ਆ ਹੁਣ ਇਹਨਾਂ ਨੂੰ।
ਚਲੋ ਇਹਨਾਂ ਬੱਚਿਆਂ ਦੇ ਵਾਸਤੇ ਮੈਂ ਸਮਝਦਾ ਕਿ ਸੰਗਤਾਂ ਨੂੰ ਵੀ ਥੋੜਾ ਹੋਰ ਧਿਆਨ ਦੇਣਾ ਬਣੇਗਾ। ਵੈਸੇ ਤਾਂ ਐਜੂਕੇਸ਼ਨ ਦਾ ਸਰਬੱਤ ਦੇ ਭਲੇ ਟਰਸਟ ਵਾਲੇ ਕਰ ਹਾਂਜੀ ਸਰਬੱਤ ਦੇ ਭਲੇ ਵਾਲੇ ਹੈ ਜੀ। ਸੋ ਚਾਹੇ ਸਾਰੇ ਵੀਰ ਆਪੋ ਆਪਣੀ ਥਾਂ ਤੇ ਲੱਗੇ ਨੇ, ਪਰ ਮੈਂ ਸਮਝਦਾ ਕਿ ਫੇਰ ਵੀ ਢਿੱਲੋਂ ਸਾਹਿਬ ਜਿਹੜੀ ਗੱਲ ਆ ਨਾ ਵੀ ਬੱਚੀ ਦੇ ਵਾਸਤੇ ਬਾਪ ਦਾ ਜਿਹੜਾ ਉਹ ਪਿਆਰ ਹਾਂਜੀ ਕਦੀ ਵੀ ਨਹੀਂ ਮਿਲ ਸਕਦਾ ਜੀ। ਹਾਂਜੀ ਇਹ ਥੋੜ ਜਿਹੜੀ ਹੈਗੀ ਹੈ ਨਾ ਇਹ ਕਦੀ ਵੀ ਨਹੀਂ ਪੂਰੀ ਹੋ ਸਕਦੀ। ਜਿੰਨਾ ਮਰਜ਼ੀ ਆਪਾਂ ਚਾਅ ਲੱਡ ਕਰ ਲਈਏ ਜੋ ਮਰਜ਼ੀ, ਪਰ ਜਿਹੜਾ ਬਾਪ ਦਾ ਹੱਥ ਹੈ ਸਿਰ ਦੇ ਉੱਪਰ ਉਹ ਕਦੀ ਨਹੀਂ ਮਿਲਦਾ। ਬਿਲਕੁਲ। ਸੋ ਇੱਕ ਗੱਲ ਤਾਂ ਅੱਜ ਦੇ ਇਸ ਮੌਕੇ ਤੇ ਆਪਾਂ ਇਹੀ ਕਹਿਣੀ ਚਾਹਾਂਗੇ ਵੀ ਤੁਹਾਡੇ ਪਿਤਾ ਜੀ ਨੇ ਗੁਰੂ ਕਲਗੀਧਰ ਨੂੰ ਆਪਣਾ ਬਾਪ ਮੰਨਿਆ ਸੀ, ਤੇ ਤੁਸੀਂ ਵੀ ਬੇਟਾ ਹੁਣ ਤਗੜੇ ਹੋਵੋ ਨਾ, ਉਹਨਾਂ ਨੂੰ ਆਪਣਾ ਬਾਪ ਮੰਨ ਲਓ ਜਾਂ ਦਾਦਾ ਮੰਨ ਲਓ, ਕਿਉਂਕਿ ਇਹਦੇ ਬਗੈਰ ਗੁਜ਼ਾਰਾ ਨਹੀਂ ਹੋਣਾ ਜੀ। ਤੇ ਆਪਣੀ ਜ਼ਿੰਦਗੀ ਦੀਆਂ ਮੰਜ਼ਿਲਾਂ ਤੁਸੀਂ ਅੱਗੇ ਵਧਣਾ। ਸੋ ਸਾਰੇ ਆਪਾਂ ਅਰਦਾਸ ਕਰਦੇ ਹਾਂ ਕਿ ਬੱਚੇ ਨੂੰ ਸਤਿਗੁਰੂ ਹੋਰ ਬਲ ਬਖਸ਼ਣ ਤੇ ਇਹ ਪਰਿਵਾਰ ਹੋਰ ਅੱਗੇ, ਕਿਉਂਕਿ ਚਾਹੇ ਆਪਾਂ ਸਾਰੇ ਪਰਿਵਾਰਾਂ 'ਚ ਗਏ ਹਾਂ, ਪਰ ਇਸ ਪਰਿਵਾਰ ਦੇ ਵਿੱਚ ਆ ਕੇ ਜਿਹੜਾ ਥੋੜ੍ਹਾ ਜਿਹਾ ਇੱਕ ਸਾਡਾ ਉਹ ਸਾਂਝ ਬਣ ਜਾਂਦੀ, ਗੁਰਸਿੱਖੀ ਵਾਲੀ ਸਾਂਝ, ਉਹਦੇ ਨਾਲ ਥੋੜ੍ਹਾ ਜਿਹਾ ਲਗਾਵ ਵੱਧ ਹੋ ਜਾਂਦਾ ਕਿ ਸਾਡੇ ਉਸ ਸਿੰਘ ਦੇ ਬੱਚੇ ਨੇ ਜਿਹਨੇ ਸੇਵਾ ਨੂੰ ਸਮਰਪਿਤ ਹੋ ਕੇ ਸਾਰੇ ਕਾਰਜ ਕਰ ਰਿਹਾ ਸੀ। ਸੋ ਇਸ ਪਰਿਵਾਰ ਦੇ ਦੁੱਖ ਦੇ ਵਿੱਚ ਅਸੀਂ ਸਾਰੇ ਸ਼ਰੀਕ ਹਾਂ ਤੇ ਆਉਂਦੇ ਸਮੇਂ 'ਚ ਵੀ ਕੋਸ਼ਿਸ਼ ਇਵੇਂ ਹੀ ਰਹੇਗੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਵਕਤ ਆਨੰਦਗੜ੍ਹ ਪਿੰਡ ਹੈ ਮਾਨਸਾ ਜ਼ਿਲ੍ਹੇ 'ਚ ਵੀ ਝੁਨੀਰ ਦੇ ਲਾਗੇ। ਇੱਥੋਂ ਦਾ ਨੌਜਵਾਨ ਵੀਰ ਸੁਖਵਿੰਦਰ ਸਿੰਘ ਜਿਹਦੀ ਕਿ ਕਿਸਾਨੀ ਸੰਘਰਸ਼ 'ਚ ਜ਼ਿੰਦੜੀ ਲਿਖ ਕੇ ਲੱਗੀ ਸੀ, ਉਹਨਾਂ ਦੇ ਪਰਿਵਾਰ 'ਚ ਪਹੁੰਚੇ ਹੋਏ ਆ ਤੇ ਸਾਰੀ ਟੀਮ ਜਿਹੜੀ ਹੈ ਸਿੰਘ ਸਭਾ ਬਾਰਕਿੰਗ ਫੁੱਟਬਾਲ ਕਲੱਬ ਦੀ, ਤੇ ਇਹ ਪਰਿਵਾਰਕ ਮੈਂਬਰ ਨੇ, ਇਹ ਫਾਦਰ ਸਾਹਿਬ ਨੇ ਉਹਨਾਂ ਦੇ, ਇਹ ਬ੍ਰਦਰ ਹੈ ਵੱਡਾ, ਇਸ ਸਾਬਕਾ ਸਰਪੰਚ ਮਾਤਾ ਜੀ ਨੇ। ਤੇ ਥੋੜਾ ਜਿਹਾ ਦੱਸਦੇ ਜੀ ਸੁਖਵਿੰਦਰ ਸਿੰਘ ਕਿੱਦਾਂ ਜਦੋਂ ਇੱਥੋਂ ਗਏ ਸੀ ਜਾਂ ਕੀ ਪ੍ਰੋਬਲਮ ਆਈ? ਨਾ ਜੀ ਇੱਥੋਂ ਤਾਂ ਕੋਈ ਪ੍ਰੋਬਲਮ ਨਹੀਂ, ਇੱਥੋਂ ਤਾਂ ਵਧੀਆ ਹੱਸਦੇ ਖੇਡਦੇ ਆਦੇ ਗਏ ਹੈਗਾ। ਉਹ ਗਾਂ ਜਾ ਕੇ ਉਹਨਾਂ ਨੇ ਮਨ ਬਣਾ ਲਿਆ ਵੀ ਆਪਾਂ ਚਲੋ 26 ਜਨਵਰੀ ਨੂੰ ਆਪਾਂ ਮੇਲਾ ਗੇਲਾ ਦੇਖ ਆਈਏ। ਫਿਰ 2-3 ਜਾਣੇ ਉਹ ਵਾਗੇ ਵੀ ਉਦੋਂ ਗੱਡੀ ਤੇ ਗਏ ਸੀਗੇ ਜੀ। ਉਦੋਂ 26 ਨੂੰ ਫਿਰ ਜਦੋਂ ਖਤਮ ਹੋਈ ਉੱਥੇ ਪਰੇਡ ਉਹ ਤੋਂ ਬਾਅਦ ਉੱਥੇ ਤੁਰ ਪਏ। ਉੱਥੇ ਕਿਤੇ ਜ਼ਿਆਦਾ ਘਬਰਾ ਫਰੂ ਗਏ। ਰਾਹ 'ਚ ਆਉਂਦੇ ਤੋਂ ਟੈਕ ਟੂਕ ਹੋ ਗਿਆ। ਸਾਨੂੰ ਤਾਂ 12 ਵਜੇ ਜਦੋਂ ਜਮਾਂ ਖਤਮ ਹੋ ਗਿਆ ਕੰਮ, ਉਦੋਂ ਹੀ ਜਾਣੀ ਸਾਡੇ ਤਾਂ ਨੇੜੇ ਸੰਤ ਜਾਇਆ ਗਿਆ ਹੱਥ। ਕਿੰਨੀ ਕੁ ਉਮਰ ਸੀ ਉਹਨਾਂ ਦੀ? 28 ਸਾਲ ਦੀ ਉਮਰ ਹੈ ਜੀ। ਇਹ ਮੈਂ ਸਮਝਦਾ ਕਿ ਛੋਟਾ ਜਿਹਾ ਬੱਚਾ ਜੇ ਉਹਨਾਂ ਦਾ ਵਾਈਫ ਹੈ, ਤੇ ਇਹ ਜੋ ਸੇਵਾ ਦੇਣ ਦੇ ਵਾਸਤੇ ਭਾਈ ਸਾਹਿਬ ਜੀ ਆਏ ਹੋਏ ਨੇ ਸਾਡੇ ਨਾਲ, ਢਿੱਲੋਂ ਸਾਹਿਬ ਤੇ ਉਹਨਾਂ ਦੀ ਟੀਮ। ਸੋ ਮੈਂ ਸਮਝਦਾ ਸੇਵਾ ਭੇਟ ਕਰਕੇ ਤੇ ਆਪਾਂ ਤੇ ਹੋਰ ਇੱਥੇ ਖੇਤੀਬਾੜੀ ਕਰਦੇ ਜੀ ਤੁਸੀਂ? ਹਾਂ ਜੀ ਕਰਦੇ ਹਾਂ, ਵਿੱਚ ਖੇਤੀਬਾੜੀ ਕਰ ਰਲਮਾ ਮਿਲਮਾ ਹੀ ਕੰਮ ਕਰਦੇ ਹਾਂ। ਥੋੜੀ ਖੇਤੀ ਥੋੜੀ ਹੈ, ਪ੍ਰਾਈਵੇਟ ਕੰਮ ਕਰ ਖੇਤੀ ਘੱਟ ਹੈ ਸਾਡੀ। ਹਾਂਜੀ ਨਾਲ ਕੰਮ ਕਰਦੇ ਨੇ ਪ੍ਰਾਈਵੇਟ ਆਰਓ ਨਹੀਂ ਹੁੰਦੇ ਜਿਹੜੇ, ਉੱਥੇ ਹੀ ਕੰਮ ਕਰਦੇ। ਮੇਰਾ ਬ੍ਰਦਰ ਵੀ ਜਿਹੜਾ ਉਹ ਸੀਗਾ ਜੀ ਪ੍ਰਾਈਵੇਟ ਕੰਮ ਕਰਦੇ ਸੀਗੇ ਉਹ। ਹਾਂ ਉਹ ਕੰਮ ਕਰਦੇ ਮਤਲਬ ਉਹਦੇ ਨਾਲ ਖੇਤੀ ਨਾਲ ਰਿਲੇਟਡ ਸੀ ਪਰਿਵਾਰ ਕਰਕੇ। ਅੰਦਰ ਹੈ ਸੀ ਵੀ ਖੇਤੀਬਾੜੀ ਨਾਲ ਸੰਬੰਧ ਸੀਗੇ ਜੀ ਪਰਿਵਾਰ, ਇਸੇ ਸੰਬੰਧ 'ਚ ਉਹ ਉੱਥੇ ਗਏ ਸੀਗੇ ਜੀ। ਹਾਂਜੀ ਖੇਤੀ 'ਚ ਥੋੜੀ ਹੋਣ ਦੇ ਬਾਵਜੂਦ ਵੀ ਸੋ ਮੈਂ ਸਮਝਦਾ ਕਿ ਇਹ ਜੀ ਮਾਤਾ ਜੀ ਆ ਜਾਓ, ਤੁਸੀਂ ਵੀ ਲੱਗ ਕੇ ਆ ਜਾਓ। 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਿਹੜੀ ਹੈ ਇਹ ਸਿੰਘ ਸਭਾ ਬਾਰਕਿੰਗ ਫੁੱਟਬਾਲ ਕਲੱਬ ਵੱਲੋਂ ਜਿਹੜੀ ਆ ਉਹ ਭੇਟ ਕੀਤੀ ਜਾਈ ਹੈ ਇਸ ਵੇਲੇ। ਸੋ ਢਿੱਲੋਂ ਸਾਹਿਬ ਹੋਰੀ ਅੱਜ ਵਿਸ਼ੇਸ਼ ਰੂਪ 'ਚ ਇਸ ਖੇਤਰ 'ਚ ਆਏ ਸਾਡੇ ਨਾਲ ਚੱਲ ਕੇ। ਸੋ ਸੰਗਤ ਟੀਵੀ ਨੂੰ ਵੀ ਇਹ ਸੇਵਾ ਦਾ ਮੌਕਾ ਮਿਲਿਆ ਕਿ ਇਹਨਾਂ ਪਰਿਵਾਰਾਂ ਦੇ ਨਾਲ ਦੁਬਾਰਾ ਆਪਾਂ ਮਿਲ ਕੇ ਤੇ ਉਹਨਾਂ ਦੀ ਕੁਝ ਹੈਲਪ ਕਰਵਾ ਸਕੀਏ। ਸੋ ਇਹ ਸੇਵਾ। ਸੋ ਢਿੱਲੋਂ ਸਾਹਿਬ ਕੋਈ 2 ਬਚਨ ਸਾਂਝੇ ਕਰਨੇ? ਅਸੀਂ ਬਹੁਤ ਟ੍ਰੈਜਿਕ ਲਾਸ ਹੈ
ਕੀ ਉਮਰ ਦੇ ਆ, ਬਿਲਕੁਲ ਬੱਚੇ ਸਾਡੇ ਬੱਚਿਆਂ ਵਰਗੇ ਆ। ਤੇ 28 ਸਾਲ ਉਮਰ ਕੀ ਹੁੰਦੀ ਆ, ਕੁਛ ਵੀ ਨਹੀਂ ਦੇਖਿਆ, ਜਿਹੜਾ ਇੱਕਦਮ ਹੀ ਚਲ ਜਾਣਾ। ਤੇ ਆਪਣਾ ਫਿਰ ਵੀ ਯੋਗਦਾਨ ਪਾ ਕੇ ਗਏ ਆ। ਤੇ ਇੱਥੇ ਆਣ ਕੇ ਬੰਦਾ ਕਰ ਕੁਛ ਨਹੀਂ ਸਕਦਾ, ਇਹ ਪ੍ਰਮਾਤਮਾ ਦੇ ਹੱਥ ਡੋਰ ਆ। ਆਪਾਂ ਤਾਂ ਇਹੋ ਹੀ ਕਰ ਸਕਦੇ ਹਾਂ, ਪਰਿਵਾਰ ਦੀ ਮਦਦ ਜਿੰਨੀ ਕਰ ਸਕੀਏ। ਤੇ ਤੁਹਾਨੂੰ ਹੋਰ ਵੀ ਅਪੀਲ ਕਰਦੇ ਵੀ ਬਾਕੀ ਭਾਈ ਬੰਦ ਵੀ ਜਿੰਨੇ ਵੀ ਹੈਲਪ ਕਰ ਸਕਦੇ ਕਰਨ। ਇਸ ਪਰਿਵਾਰ ਦਾ ਵੇਖੋ 28 ਸਾਲ ਦਾ ਨੌਜਵਾਨ ਬੱਚਾ, ਤੇ ਅਜੇ ਉਹਦੇ ਘਰੋਂ ਜਿਹੜੀ ਬੀਬੀ ਆ ਉਹ ਇਸ ਵੇਲੇ ਇੱਥੇ ਮੌਜੂਦ ਨਹੀਂ। ਉਹਨਾਂ ਨੂੰ ਵੈਸੇ ਜੋਬ ਮਿਲੀ ਹੈ ਗੌਰਮੈਂਟ ਡਿਪਾਰਟਮੈਂਟ, ਐਗਰੀਕਲਚਰ ਡਿਪਾਰਟਮੈਂਟ 'ਚ। ਪਰ ਛੋਟਾ ਜਿਹਾ ਬੱਚਾ 6 ਸਾਲ ਦਾ, ਤੇ ਔਖਾ ਹੁੰਦਾ ਹੈ। ਪਰ ਚਲੋ ਆਪਾਂ ਕੀ ਕਹਿੰਦੇ, ਦੁੱਖ ਵੰਡਾਇਆ ਅੱਧਾ ਰਹਿ ਜਾਂਦਾ। ਸੋ ਆਪਾਂ ਸਾਰੇ ਦੁੱਖ ਵੰਡਾਉਣ ਆਏ ਹਾਂ। ਹਾਂਜੀ, ਕਿਉਂ ਬਹੁਤ ਦੁਖਦਾਈ ਗੱਲ ਹੈ ਜੀ। ਉਮਰ ਵੀ 28 ਸਾਲ ਕੋਈ ਬੜੀ ਉਮਰ ਨਹੀਂ ਸੀ। ਬੱਚੇ ਵੀ ਇਹੀ ਬੱਚਾ ਜੀ ਹੁਣ? ਅੱਛਾ, ਬੱਚਾ ਵੀ ਬਹੁਤ ਛੋਟਾ ਜੀ। ਚਲੋ ਪ੍ਰਮਾਤਮਾ ਦਾ ਭਾਣਾ ਜੀ। ਤੁਸੀਂ ਢਿੱਲੋਂ ਸਾਹਿਬ ਨੇ ਵਧੀਆ ਮਦਦ ਕਰੀ ਜੀ ਗਰੀਬ ਪਰਿਵਾਰ ਦੀ। ਇਹਨਾਂ ਨੇ ਵੀ ਮਹਾਰਾਜ ਚੜ੍ਹਦੀ ਕਲਾ ਰੱਖੇ। ਤੁਹਾਡੀ ਵੀ ਸੰਗਤ ਟੈਲੀਵਿਜ਼ਨ ਦੀ ਬਹੁਤ ਵਧੀਆ ਵੱਡੀ ਕਿਰਪਾ ਹੈ ਜੀ, ਜਿਹੜਾ ਇਹਨਾਂ ਸਾਥ ਦਿੱਤਾ ਸਾਡੇ ਗਰੀਬ ਪਰਿਵਾਰਾਂ ਨੂੰ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਤੁਸੀਂ ਸੋ ਇਹ ਸਾਰੀ ਟੀਮ ਜਿਹੜੀ ਹੈ ਅੱਜ ਸੇਵਾ 'ਚ ਚੱਲੀ ਹੋਈ ਹੈ। ਸੋ ਇਸ ਢੰਗ ਦੇ ਨਾਲ ਇਹਨਾਂ ਪਰਿਵਾਰਾਂ ਦਾ ਇਹ 7ਵਾਂ ਪਰਿਵਾਰ ਹੈ ਜਿੱਥੇ ਅਸੀਂ ਪਹੁੰਚੇ ਹਾਂ। ਤੇ ਅੱਜ ਇੱਕ ਪਰਿਵਾਰ ਹੋਰ ਹੈ ਜਿਹਦੇ ਨਾਲ ਅਸੀਂ ਜਾ ਕੇ ਦੁੱਖ ਦੀ ਸਾਂਝ ਕਰਾਂਗੇ, ਉਹਨਾਂ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹਰਜਿੰਦਰ ਸਿੰਘ ਜਿੰਦੂ ਦੇ ਘਰ ਪਹੁੰਚੇ ਹਾਂ ਜੀ, ਭਾਗੀ ਬੰਦਰ ਤੋਂ। ਇਹ ਨੌਜਵਾਨ ਜਿਹੜਾ ਸੀਗਾ, ਜਿਹਦੀ ਕਿ 1 ਜਨਵਰੀ ਨੂੰ ਪਿਛਲੇ ਸਾਲ ਕਿਸਾਨੀ ਸੰਘਰਸ਼ ਦੌਰਾਨ ਮੌਤ ਹੋ ਗਈ ਸੀ। ਇਹ ਬਜ਼ੁਰਗ ਪਿਤਾ ਨੇ ਤੇ ਬਜ਼ੁਰਗ ਮਾਤਾ ਤੇ ਇੱਕ ਹੈਂਡੀਕੈਪ ਭੈਣ ਪਿੱਛੇ ਰਹਿ ਗਈ। ਸੋ ਬੜਾ ਹੀ ਗਹਿਰਾ ਇੱਕ ਸਦਮੇ ਦਾ ਮਾਹੌਲ ਹੈ। ਜਿਹੜੀ ਉਹਦੇ ਜਦੋਂ ਅਸੀਂ ਇੱਦਾਂ ਪਹੁੰਚਦੇ ਹਾਂ ਢਿੱਲੋਂ ਸਾਹਿਬ ਕਿਤੇ, ਫਿਰ ਉਹ ਯਾਦਾਂ ਫਿਰ ਸਾਰੀਆਂ ਤਾਜ਼ਾ ਹੁੰਦੀਆਂ ਹਨ। ਹਾਂਜੀ, ਬੜਾ ਮੁਸ਼ਕਲ ਟਾਈਮ ਹੈ ਜੀ। ਹਾਂਜੀ, ਇੱਦਾਂ ਜਵਾਨ ਬੱਚਿਆਂ ਦਾ ਫਿਰ ਬਹੁਤ ਦੁੱਖ ਹੁੰਦਾ ਇੱਦਾਂ ਦੇਖ ਕੇ ਪਰਿਵਾਰ ਨੂੰ। ਇੱਦਾਂ ਵੇਖੋ ਨਾ, 91 ਦਾ ਬਰਥ ਆ ਤੇ 21 ਦੇ ਵਿੱਚ। ਹਾਂਜੀ, ਉਮਰ ਕੁਛ ਨਹੀਂ ਗੀ, ਦਿਲ ਕੰਮ ਉੱਠਦਾ ਹੈ ਇੰਨੀ ਯੰਗ ਏਜ ਦੇ ਵਿੱਚ। ਵਿਚਾਰੇ ਦੇਖਿਆ ਵੀ ਕੀ ਹੁਣ ਇਹਨਾਂ ਦਾ ਇਹ ਵੀ ਅੱਗੇ ਬਿਰਧ ਮਾਂ ਪਏ ਆ, ਇਹਨਾਂ ਵਾਸਤੇ ਬੜਾ ਮੁਸ਼ਕਲ ਹੋ ਗਿਆ। ਚਲੋ ਫਿਰ ਵੀ ਉਹ ਜੋਬ ਜਿਹੜੀ ਨੌਕਰੀ ਜਿਹੜੀ ਮਿਲੀ ਸੀ ਬਹੂ ਨੂੰ ਮਿਲ ਗਈ ਜੀ? ਹਾਂਜੀ, ਬਹੂ ਨੂੰ ਮਿਲ ਗਈ। ਬਹੂ ਆਉਂਦੀ ਹੈ ਫਿਰ ਇੱਥੇ ਕਿ ਉਹ ਆਉਂਦੀ ਹੈ ਜੀ? ਹਾਂਜੀ, ਹੁਣ ਆਈ ਨੂੰ ਹੋ ਗਿਆ, ਉਹਨੂੰ ਸਮਝ ਲਾ ਮਹੀਨੇ ਵਾਂਗੂ ਹੋ ਗਿਆ ਜੀ। ਤੜਕੇ ਫੋਨ ਵੀ ਕਰਿਆ ਸੀ। ਹਾਂਜੀ। ਸੋ ਨੌਕਰੀ ਬਹੂ ਨੂੰ ਮਿਲ ਗਈ ਹੈ ਤੇ ਬਜ਼ੁਰਗਾਂ ਦਾ ਉਹ ਕਿੱਥੇ ਹੁਣ ਨੌਕਰੀ ਮਿਲੀ ਕਿੱਥੇ ਜੀ? ਉਹਨੂੰ ਜੀ ਪਟਿਆਲੇ ਹੈ ਜੀ। ਹਾਂਜੀ। ਤੁਹਾਡੇ ਕੋਲ ਫਿਰ ਛੋਟਾ ਬੇਟਾ? ਹਾਂਜੀ, ਛੋਟਾ। ਠੀਕ। ਉਹਦੀ ਕਿੰਨੀ ਕੁ ਉਮਰ ਉਹਦੀ? ਉਹਦੀ ਹੋਊਗੀ ਜੀ ਸਮਝ ਲਓ 2 ਸਾਲ ਛੋਟਾ ਸੀਗਾ ਜੀ। ਉਹਦੀ ਸਾਡੇ 29 ਸਾਲ ਦੀ ਸੀਗੀ ਜੀ। ਹੋਊਗਾ ਜੀ 27 ਸਾਲ ਦਾ। ਉਹ ਪੜ੍ਹਿਆ ਲਿਖਿਆ ਸੀ ਨਾ ਵੱਡਾ ਜਿਹੜਾ ਸੀ? ਉਹ ਤਾਂ ਬੜਾ ਪੜ੍ਹਿਆ ਸੀਗਾ ਜੀ, ਇਹ ਥੋੜਾ ਪੜ੍ਹਿਆ ਸੀ। ਇਹ ਫੇਰ ਵੀ ਹੋ ਗਿਆ ਸੀਗਾ ਜੀ, ਉਹਨੇ ਲਾ ਵੀ ਦਿੱਤਾ ਸੀ 2-3 ਵਾਰੀ। ਤੇ ਪ੍ਰਾਈਵੇਟ
ਉਹਦੇ ਕਰਮਾਂ ਚਾਹੇ ਨਹੀਂ ਜੀ ਆਪਣੇ ਉਹ ਜਾਂਦਾ ਹੁਣ ਪ੍ਰਾਈਵੇਟ ਕਰਦਾ ਏ। ਇੱਥੇ ਆਪਣਾ ਪੈਲੀ ਬੰਨਾ ਕਿੰਨਾ ਕਾ ਜੀ ਇੱਥੇ? ਪੈਲੀ ਤੇ ਹੀ ਸਾਰੀ 5 ਕਨਾਲਾਂ ਹੈ ਵਿੱਚੇ ਘਰ ਹੈ ਜੀ ਵਿੱਚੇ ਉਹ ਹੈ 5 ਕਨਾਲਾਂ ਪੈਲੀ ਵਿੱਚ ਹੀ ਘਰ ਆ ਬਾਬਾ ਜੀ। ਬਹੁਤ ਹਾਂਜੀ ਆਹੋ ਇੰਨੇ ਚ ਤਾਂ ਖਾਣ ਜੋਗੀ ਨਿਕਲੇ ਤੇ ਸੋ ਇਹਨਾਂ ਮੈਂ ਸਮਝਦਾ ਪਰਿਵਾਰਾਂ ਜਿਨ੍ਹਾਂ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਇਸ ਢੰਗ ਦੇ ਨਾਲ, ਜਿਹੜੇ ਉਹਨਾਂ ਦੇ ਪਰਿਵਾਰਾਂ ਦੇ ਜੀ ਜਿਹੜੇ ਗਏ ਨੇ, ਤੇ ਉਸ ਨੂੰ ਲੈ ਕੇ ਅੱਜ ਇਹ ਸੇਵਾ ਲੈ ਕੇ ਪਹੁੰਚੇ ਨੇ ਸਿੰਘ ਸਭਾ ਬਾਰਕਿੰਗ ਫੁੱਟਬਾਲ ਕਲੱਬ ਦੇ ਵੀਰ। ਤੇ ਅਸੀਂ 8 ਪਰਿਵਾਰਾਂ ਦੀ ਸੇਵਾ ਦਾ ਸੋਚਿਆ ਸੀ, ਇਹ ਸਾਡਾ ਅੱਜ ਦਾ 8ਵਾਂ ਪਰਿਵਾਰ ਹੈ। ਤੇ ਮੈਨੂੰ ਲੱਗਦਾ ਕਿ ਢੁਕਵੀਂ ਜਗ੍ਹਾ ਤੇ ਆਪਣੇ ਜਿੱਥੇ ਪਹੁੰਚੇ ਹਾਂ ਜੀ। ਹਾਂਜੀ 8ਵੀਂ ਜਗ੍ਹਾ ਤੇ ਹੁਣ ਇਸ ਵੇਲੇ ਪਰਿਵਾਰ ਹੀ ਜਿਹੜੇ ਬੜੇ ਹਾਂਜੀ ਸਾਰੇ ਇੱਦਾਂ ਵੀ ਲੋੜਵੰਦ ਪਰਿਵਾਰ ਸੀਗੇ, ਤੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਵੀ ਸਭ ਨੂੰ ਜ਼ਿਆਦਾ ਲੋੜਵੰਦ ਬੰਦਿਆਂ ਨੂੰ ਆਪਾਂ ਸੇਵਾ ਦੇ ਸਕੀਏ। ਬਿਲਕੁਲ ਇਹ ਸੇਵਾ ਆਪ ਜੀ ਇਹਨਾਂ ਨੂੰ ਸਰਦਾਰ ਹਾਂਜੀ ਸੋ ਇਹ ਉਹਦੇ ਦੇ ਪਿਤਾ ਜੀ ਨੇ। ਤੁਸੀਂ ਵੀ ਆ ਜਾਓ ਮਾਤਾ ਇਸ ਤਰ੍ਹਾਂ ਸੋ ਹਰਜਿੰਦਰ ਸਿੰਘ ਜਿੰਦੂ ਉਹਦੇ ਮਾਤਾ ਪਿਤਾ ਨੇ, ਤੇ ਇੱਕ ਭੈਣ ਆ ਉਹ ਵੀ ਜਿਹੜੀ ਕਿ ਇੱਥੇ ਹੀ ਰਹਿੰਦੀ ਹੈ ਵਿਚਾਰੀ। ਚਲੋ ਦੁੱਖ ਤਾਂ ਹੁੰਦਾ ਹੀ ਆ ਮਾਵਾਂ ਨੂੰ ਜਿਨ੍ਹਾਂ ਦੇ ਏਦਾਂ ਜਿੰਦ ਜਾਨ ਬੱਚੇ ਜਿਹੜੇ ਨੇ ਏਦਾਂ ਚਲੇ ਜਾਂਦੇ ਨੇ ਬੇਟਾਈਮਾਂ ਵਿਛੋੜਾ। ਸੋ ਕਿਸਾਨੀ ਸੰਘਰਸ਼ ਦੇ ਇੱਕ ਮੈਂ ਸਮਝਦਾ ਕਿ ਦੁੱਖ ਦੀ ਰਾਗ ਹੈ ਜਿਹਦੇ ਵੱਲ ਧਿਆਨ ਦੇਣਾ ਬੜਾ ਜ਼ਰੂਰੀ ਸਮਝਿਆ ਜਾਏ, ਕਿਉਂਕਿ ਜੇ ਆਪਾਂ ਇਹਨਾਂ ਨੂੰ ਇਗਨੋਰ ਕਰਦੇ ਹਾਂ ਤੇ ਫਿਰ ਅਸੀਂ ਉਹਨਾਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹੋਵਾਂਗੇ। ਕਿਉਂਕਿ ਇਹ ਉਹ ਲੋਕ ਨੇ ਜਿਹੜੇ ਸੈਲਫਲੈਸ ਹੋ ਕੇ, ਵੇਖੋ ਜਿਹੜੀ 5 ਕਨਾਲਾਂ ਜ਼ਮੀਨ ਹੈ, ਹਾਂਜੀ ਢਿੱਲੋਂ ਸਾਹਿਬ 5 ਕਨਾਲਾਂ ਜ਼ਮੀਨ ਤੇ ਖੁਦ ਉਹ ਪ੍ਰਾਈਵੇਟ ਆਪਣਾ ਜੌਬ ਕਰਦਾ ਤੇ ਫਿਰ ਉੱਥੇ ਗਿਆ। ਉਹਦਾ ਕਿਸਾਨੀ ਨਾਲ ਤਾਂ ਕਿਸੇ ਦਾ ਤਾਲੁਕਾਤ ਹੈ ਨਹੀਂ, ਸਿਰਫ ਕੋਈ ਜਗਦੀ ਜ਼ਮੀਰ ਵਾਲੀ ਗੱਲ ਹੈ। ਉਹੀ ਆ ਨਾ ਜ਼ਮੀਰ ਜਾਗਦੀ ਸੀਗੀ। ਜੋ ਸਾਡੇ ਜਵਾਕ ਹੋਏਗਾ ਨਾ, ਸਾਡੇ ਬੱਚੇ ਹੋਏ ਕਹਿੰਦਾ ਕੀ ਕਹਿ ਕਰਨਗੇ ਸਾਨੂੰ, ਆਏ ਕਹਿ ਕਰਨਗੇ ਵੀ ਡੈਡੀ ਤੁਸੀਂ ਧਰਨੇ ਤੇ ਨਹੀਂ ਗਏ। ਨਾ ਇਹੋ ਜਿਹੀ ਕੋਈ ਹੈ ਹੀ ਨਹੀਂ ਸੀ ਕੁਛ ਵੀ। ਬਹੂ ਨੇ ਵੀ ਕਿਹਾ ਵੀ ਤੂੰ ਜਾ ਨਾ, ਕਹਿੰਦਾ ਨਹੀਂ ਆਦਾ ਆਪਣੇ ਜਵਾਕ ਆਪਾਂ ਨੂੰ ਵੱਖਾ ਕਰਨਗੇ ਵੀ ਤੁਸੀਂ ਧਰਨੇ ਤੇ ਨਹੀਂ ਗਏ। ਜਜ਼ਬਾਤੀ ਲੋਕ ਜਿਹੜੇ ਜੀ ਗੱਲ ਹੈ। ਇੱਥੋਂ ਪਤਾ ਲੱਗਦਾ ਨਾ ਵੀ ਜਿਹੜੇ ਜ਼ਮੀਰ ਵਾਲੇ ਉੱਠ ਕੇ ਗਏ ਆ। ਕਹਿੰਦਾ ਨਹੀਂ ਡੈਡੀ ਤੂੰ ਨਹੀਂ ਜਾਣਾ, ਕਹਿੰਦਾ ਮੈਂ ਇਹ ਆਪ ਜਾਂਦੇ ਸੀਗੇ। ਕਹਿੰਦਾ ਮੈਨੂੰ ਰੋਕਤਾ ਜੀ, ਕਹਿੰਦਾ ਮੈਂ ਜਾਊਂ। ਮੈਨੂੰ ਕਹਿੰਦਾ ਤੂੰ ਨਾ ਜਾ ਡੈਡੀ ਤੇਰੀ ਉਮਰ ਨਹੀਂ, ਕਹਿੰਦਾ ਮੈਂ ਜਾਊਂਗਾ। ਕਹਿੰਦਾ ਉਹ ਰੱਖਿਆ ਜੋ 3-4 ਇੱਕ ਸਾਡੇ ਪਿੰਡ 'ਚ ਬਾਰੀਆਂ ਲੱਗਦੀਆਂ ਸੀ। ਮੈਨੂੰ ਕਿਸੇ ਬੰਦੇ ਨੇ ਆਖਿਆ ਜੀ ਮੈਂ ਦੁੱਧ ਪਾਉਣ ਗਈ, ਕਹਿੰਦਾ ਤੂੰ ਜਾਏਗਾ, ਮੈਂ ਯਾਰ ਬੇਟਾ ਜਾਊਗਾ। ਉਹ ਕਹਿੰਦਾ ਫਿਰ ਇਹ ਭਾਗ ਗਿਆ ਜੀ। ਹਾਂਜੀ ਕਿਸਮਤ ਦਾ ਗੇੜ ਆ ਜੀ, ਕਿਸਮਤ ਦਾ ਗੇੜ ਹੈ। ਬੰਦਾ ਸੋਚਦਾ ਕੁਛ ਹੈ ਤਾਂ ਉਹ ਕੁਛ ਜਾਂਦਾ ਆ। ਆਪਣੇ ਵੱਲੋਂ ਤਾਂ ਕਿਸਾਨੀ ਮੋਰਚੇ ਦੇ ਵਿੱਚ ਆਪਣਾ ਹਿੱਸਾ ਪਾਉਣ ਗਏ ਸੀਗੇ, ਇਹਨਾਂ ਥੋੜ੍ਹਾ ਪਤਾ ਸੀਗਾ ਵੀ ਮੁੜ ਕੇ ਨਹੀਂ ਆਉਣਾ। ਇਹ ਬੜੀ ਇੱਕ ਧੱਕੇਸ਼ਾਹੀ ਜਿਹੜੀ ਕੇਂਦਰ ਸਰਕਾਰ ਨੇ ਕੀਤੀ ਸੀ, ਉਹਦੇ 'ਚ ਵੇਖੋ ਕਿੰਨੀਆਂ ਕੀਮਤੀ ਜਾਨਾਂ ਜਿਹੜੀਆਂ ਗਈਆਂ। ਉਹਨਾਂ ਨੇ ਤਾਂ ਮਾਫੀ ਮੰਗ ਲਈ ਵੀ ਸਾਡੇ ਕੋਲ ਗਲਤੀ ਹੋ ਗਈ, ਪਰ ਹੁਣ ਇਹ ਮਾਫੀ ਕਿੱਥੇ ਪੂਰੀ ਹੋਈ। ਇਹੋ ਨਾ ਇਹ ਜਿਹੜੇ ਜਾਨਾਂ ਚਲੇ ਗਈਆਂ, ਕੀਮਤੀ ਜਾਨਾਂ, ਇਹ ਕਿੱਥੋਂ ਮੁੜ ਕੇ ਦੇ ਸਕਦੇ? ਜੋ ਮਰਜ਼ੀ ਉਹ ਦੇ ਲੈਣ। ਜਿਹੜੀ ਨੌਕਰੀ ਹੈ ਉਹ ਇੱਕ ਦਿਖਾਲਾ ਆ। ਤੇ ਇਹੀ ਮੇਰਾ ਕੰਮ ਕਰਨ ਵਾਲਾ, ਇਹੀ ਬੱਚਾ ਕੰਮ ਕਰ। ਸੋ ਹਾਂਜੀ ਨੌਕਰੀ ਦਾ ਕੋਈ ਫਾਇਦਾ ਨਹੀਂ ਹੋਇਆ ਜੀ। ਹਾਂਜੀ ਮਾਂ ਪਿਓ ਨੂੰ ਨੌਕਰੀ ਭਾਵੇਂ ਮਿਲੀ ਗਈ, ਪਰ ਮਾਂ ਪਿਓ ਨੂੰ ਕੋਈ ਫਾਇਦਾ ਨਹੀਂ ਹੋਇਆ ਜੀ ਨੌਕਰੀ ਦਾ।
ਹਾਂਜੀ ਉਹ ਤਾਂ ਲੜਕੀ ਨੂੰ ਮਿਲ ਗਈ ਜੀ, ਉਹ ਪਟਿਆਲੇ ਵੱਜੀ, ਇਹਨਾਂ ਦੀ ਖਬਰਸਾਰ ਨਹੀਂ ਕੋਈ ਲੈ ਰਿਹਾ। ਇਹ ਵਿਚਾਰੇ ਹੁਣ ਜ਼ਿਲ੍ਹੇ 'ਚ ਦੇਖ ਲਓ, ਜ਼ਿਲ੍ਹੇ 'ਚ ਅੱਗ ਹੈ ਨਹੀਂ ਜੀ। ਇਹਨਾਂ ਦਾ ਬੇੜਾ ਮੂਧਾ ਵੱਜ ਗਿਆ ਜੀ। ਨੌਕਰੀ ਮਿਲ ਗਈ ਕੀ ਆਖਣਾ, ਕਿਤੇ ਲਾ ਲੇ ਫੋਨ ਪਿੰਡ ਜਾਂਦੀ ਹੈ। ਬਿਲਕੁਲ ਮੈਂ ਸਮਝਦਾ ਵੀ ਕਿੱਡੇ ਵੱਡੇ ਇੱਕ ਸਦਮੇ ਨੇ, ਦੁੱਖ ਨੇ, ਤੇ ਜਿਹੜੇ ਕਿ ਇਸ ਵੇਲੇ ਆਪਾਂ ਦੇਖ ਸਕਦੇ ਹਾਂ ਕਿ ਬੜਾ ਔਖਾ ਹੈ ਇਹਨਾਂ ਚੀਜ਼ਾਂ ਨੂੰ ਦੇਖਣਾ, ਇੱਥੇ ਪਹੁੰਚ ਕੇ ਤੇ ਸਾਰੀ ਗੱਲ ਕਰਨਾ। ਪਰ ਫਿਰ ਵੀ ਮੈਂ ਸਮਝਦਾ ਕਿ ਜੋ ਕਿ ਆਪਾਂ ਕਰ ਪਾਏ ਹਾਂ, ਤੇ ਖਾਸ ਤੌਰ ਤੇ ਸਾਡੀ ਜਿਹੜੇ ਢਿੱਲੋਂ ਸਾਹਿਬ, ਮੈਨੂੰ ਲੱਗਦਾ ਕਿ ਸਾਡਾ ਕੇਸ ਸਭ ਤੋਂ ਜ਼ਿਆਦਾ ਸੈਂਸਿਟਿਵ ਹੈ ਨਾ, ਜਿੱਥੇ ਅੱਛੀ ਗੱਲ ਹਾਂ। ਜਿੱਦਾਂ ਆਪਾਂ ਨੂੰ ਇੱਥੇ ਖੜੋਤਿਆਂ ਨੂੰ ਵੀ ਹਨਾ ਏਦਾਂ ਮਹਿਸੂਸ ਹੁੰਦਾ ਵੀ ਕਾਲਜਾ ਫਟ ਬਾਹਰ ਆ ਰਿਹਾ, ਤੇ ਇਹਨਾਂ ਦਾ ਦੁੱਖ ਤੇ ਵਡਾ ਨਹੀਂ ਸਕਦੇ, ਪਰ ਇਹੋ ਹੀ ਆ ਵੀ ਮਾੜੀ ਮੋਟੀ ਜਿਹੜੀ ਮਦਦ ਅਸੀਂ ਕਰ ਸਕਦੇ ਹਾਂ ਆਪਣੇ ਵੱਲੋਂ, ਉਹ ਜ਼ਰੂਰ ਇਹਨਾਂ ਦੇ ਨਾਲ ਖੜੋਤੇ ਹਾਂ। ਔਰ ਬਾਕੀ ਹਮੇਸ਼ਾ ਤੁਹਾਨੂੰ ਮਨ ਦੇ ਵਿੱਚ ਰੱਖਾਂਗੇ। ਫਿਰ ਵੀ ਆਪਾਂ ਓਪਰਚੁਨਿਟੀ ਮਿਲੀ ਤੇ ਜ਼ਰੂਰ ਆਪਾਂ ਮੁਲਾਕਾਤ ਕਰਾਂਗੇ। ਐਸੇ ਜਿਹੜੇ ਪਰਿਵਾਰ ਨੇ, ਇਹਨਾਂ ਦੇ ਨਾਲ ਹੋਰ ਵੀ ਜਿਹੜੇ ਵੀਰ ਖੜ ਸਕਦੇ ਨੇ, ਉਹਨਾਂ ਨੂੰ ਖੜਨਾ ਬਣਦਾ, ਤਾਂ ਕਿ ਦੁੱਖੀ ਨਹੀਂ। ਚਲੋ ਸਾਡਾ ਕੀ ਧੰਨਵਾਦ, ਅਸੀਂ ਤੇ ਚਲੋ ਆਪਣਾ ਚਲੋ ਪਰਮਾਤਮਾ ਦੀ ਹੁਕਮ ਨਾਲ ਤੁਹਾਡਾ, ਸਾਡੀ ਜਥੇਬੰਦੀ ਵੱਲੋਂ ਵੀ ਤੁਹਾਡਾ ਧੰਨਵਾਦ, ਤੇ ਜਿਹੜਾ ਕੋਈ ਵਿਚਾਰਿਆਂ ਦੀ ਸਹਾਇਤਾ ਦਿੱਤੀ ਹੈਗੀ, ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ, ਜਥੇਬੰਦੀ ਵੱਲੋਂ ਵੀ ਤੇ ਪਰਿਵਾਰ ਵੱਲੋਂ ਵੀ। ਹਾਂਜੀ ਬਿਲਕੁਲ। ਸੋ ਸਾਰੇ ਹੀ ਦਰਸ਼ਕ ਇਸ ਵੇਲੇ ਜਿਹੜੇ ਦੇਖਦੇ ਪਏ ਨੇ ਸੰਗਤ ਟੀਵੀ ਦੇ ਜ਼ਰੀਏ, ਤੇ ਆਪਾਂ ਨੂੰ ਇੱਕ ਗੱਲ ਦਾ ਅੱਜ ਜ਼ਰੂਰ ਇੱਕ ਅਹਿਸਾਸ ਮਨ 'ਚ ਲੈ ਕੇ ਰੱਖੀਏ ਕਿ ਮੋਰਚਾ ਜਿੱਤਣ ਦੇ ਨਾਲ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਹੋਈ। ਜ਼ਿੰਮੇਵਾਰੀ ਬੜੀ ਲੰਬੀ ਹੈ, ਤੇ ਜੇ ਆਪਾਂ ਉਹਨੂੰ ਸਾਂਭਾਂਗੇ ਨਾ, ਤੇ ਫਿਰ ਹੀ ਆਪਾਂ ਉਹਦੇ 'ਚ ਕਾਮਯਾਬ ਹੋਵਾਂਗੇ। ਤੇ ਇਹਨਾਂ ਜ਼ਿੰਮੇਵਾਰੀਆਂ ਤੋਂ ਸਾਨੂੰ ਭੱਜਣਾ ਨਹੀਂ ਚਾਹੀਦਾ। ਠੀਕ ਹੈ, ਘਰਾਂ ਪਰਿਵਾਰਾਂ ਦੀਆਂ ਇੱਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਵੀ ਰਿਸ਼ਤਿਆਂ ਦੇ ਵਿੱਚ ਜਿਹੜੇ ਨਵੇਂ ਰਿਸ਼ਤੇ ਹੁੰਦੇ ਨੇ, ਪਰ ਇਹਨਾਂ ਬਜ਼ੁਰਗਾਂ ਦੇ ਨਾਲ ਖੜਨਾ ਮੈਂ ਸਮਝਦਾ ਕਿ ਉਹ ਸਾਡਾ ਕਿਸਾਨ ਜਥੇਬੰਦੀਆਂ ਦਾ, ਜਿਹੜੇ ਵੀ ਸਮਾਜ ਸੇਵੀ ਨੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ, ਉਹਨਾਂ ਦਾ ਫਰਜ਼ ਬਣਦਾ ਕਿ ਐਸੇ ਬਜ਼ੁਰਗਾਂ ਦਾ ਜਿਹੜਾ ਬੁਢਾਪਾ ਉਹ ਐਵੇਂ ਰੋਲ ਨਾ ਜਾਏ। ਸੋ ਇਹੀ ਬੇਨਤੀ ਅੱਜ ਦੇ ਮੌਕੇ 'ਤੇ ਕਰਨਾ ਚਾਹਾਂਗੇ। ਇਹਦੇ ਨਾਲ ਹੀ ਫਤਿਹ ਅਰਜ਼ ਕਰਦੇ ਆਗਿਆ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।